ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾ ਦੋ ਲੱਗੇ ਹੋਏ ਆ ਇੱਕੋ ਜਗ੍ਹਾ ਤੇ, ਦੋ ਖੋਲੇ ਹੋਏ ਆ। ਅੱਜ ਆਪਾਂ 314 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਇਹ ਆਪਾਂ ਜਿਹੜੀ ਹੈਗੀ ਆ ਗੌੜੀ ਦੀ ਵਾਰ ਚੌਥੀ ਪਾਤਸ਼ਾਹੀ ਦੀ ਲੈ ਰਹੇ ਹਾਂ। ਉਹਦੀਆਂ 25 ਪੌੜੀਆਂ ਹੋ ਗਈਆਂ ਸੀ, 26ਵੀਂ ਪੌੜੀ ਲੈਣੀ ਹੈ। ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀ ਬਈ ਇਹ ਪਰਮਾਤਮਾ ਔਰ ਅਭਿਆਸੀ ਜੀਵ ਜਿਹੜਾ ਹੈਗਾ, ਇਨਸਾਨ ਜਿਹੜਾ ਹੈਗਾ, ਉਹਦੇ ਵਿੱਚ ਕੜੀ ਜਿਹੜੀ ਹੈਗੀ ਆ, ਪੌੜੀ ਜਿਹੜੀ ਹੈਗੀ ਆ, ਉਹ ਹੈਗੀ ਆ ਬ੍ਰਹਮ ਗਿਆਨੀ ਸਤਿਗੁਰੂ। ਉਹ ਪੌੜੀ ਨਹੀਂ ਹੈਗੀ ਤੇ ਆਪਾਂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਨਾਲ ਆਪਣਾ ਕਨੈਕਸ਼ਨ ਨਹੀਂ ਜੁੜ ਸਕਦਾ ਭਾਈ। ਤੇ ਉਹ ਜੋ ਕਿਉਂਕਿ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਆਲਰੇਡੀ ਜਿਹੜੇ ਹੈਗੇ ਉਹਨਾਂ ਦਾ ਉਹ ਉਸ ਜਗ੍ਹਾ 'ਤੇ ਪਹੁੰਚ ਚੁੱਕੇ ਆ। ਉਹਨਾਂ ਨੇ ਉਹ ਯਾਤਰਾ ਤੈਅ ਕਰ ਲਈ ਆ ਅਤੇ ਇਸ ਕਰਕੇ ਉਹਨਾਂ ਨੂੰ ਮਾਲਕ ਪਰਮਾਤਮਾ ਦਾ ਵੀ ਭੇਤ ਪਤਾ ਹੈ, ਪਰਲੋਕ ਦਾ ਵੀ ਅਤੇ ਲੋਕ ਦਾ ਵੀ। ਅਤੇ ਇਸ ਕਰਕੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਜੋ ਉਪਦੇਸ਼ ਦਿੰਦੇ ਆ ਉਹ ਸਿੱਖ ਜਿਹੜੇ ਸੁਣਦੇ ਆ। ਅਤੇ ਉਹਦੇ ਨਾਲ ਜਿਹੜੇ ਸਿੱਖ ਜਿਹੜੇ ਹੈਗੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿੰਨ ਚੜ੍ਹੀ ਚਵੱਗਣ ਵੰਨੇ, ਉਹਨਾਂ ਦੀ ਚੌਗੁਣੀ ਤਰੱਕੀ ਹੁੰਦੀ ਹੈ। ਅਤੇ ਇਹ ਚਾਲ ਨਿਰਾਲੀ ਗੁਰਮੁਖੀ ਗੁਰਦੀਖਿਆ ਸੁਣ ਮਨ ਭਿੰਨੇ, ਆਹੀ ਚਾਲ ਆ ਨਿਰਾਲੀ ਚਾਲ ਜਿਹੜੀ ਕਿ ਅਭਿਆਸੀ ਨੂੰ ਉਹ ਮਾਲਕ ਦੇ ਮਹਿਲ ਤੱਕ ਲੈ ਜਾਂਦੀ ਹੈ। ਇਹ ਸੰਸਾਰ ਸਮੁੰਦਰ ਜਿਹੜਾ ਹੈਗਾ ਇਸ ਤੋਂ ਤਰਾ ਦਿੰਦੀ ਹੈ। ਗੁਰੂ ਦੀ ਦੀਖਿਆ ਸੁਣ ਕੇ ਜਿਨ੍ਹਾਂ ਦਾ ਵੀ ਮਨ ਭਿੱਜ ਗਿਆ ਔਰ ਜਿਨ੍ਹਾਂ ਦਾ ਮਨ ਭਿੱਜ ਗਿਆ ਉਹ ਫਿਰ ਉਹ ਦੀਖਿਆ ਨੂੰ ਕਮਾਉਂਦੇ ਆ। ਇਸ ਤਰੀਕੇ ਦੇ ਨਾਲ ਇਹ ਗੇਮ ਜਿੱਤੀ ਜਾਂਦੀ ਹੈ। ਹੁਣ ਅਗਲਾ ਜਿਹੜਾ ਸ਼ਲੋਕ, ਅਗਲੀ ਜਿਹੜੀ ਹੈਗੀ ਪੌੜੀ, ਉਹਦੇ ਵਿੱਚ ਮਹਾਰਾਜ ਵਾਰਨਿੰਗ ਦੇ ਰਹੇ ਆ ਕਿ ਭਾਈ ਕਈ ਐਸੇ ਵੀ ਹੁੰਦੇ ਆ ਜਿਹੜੇ ਸੰਗਤ ਦੇ ਵਿੱਚ ਆਉਂਦੇ ਆ, ਗੁਰੂ ਦੇ ਨਾਲ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਗੁਰੂ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਆ। ਹੁਣ ਜਿਹੜੀ ਲਿੰਕ ਹੈਗੀ ਜਿਹਨੇ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਪੌੜੀ ਹੈ ਜਿਹਨੇ ਬੇਟਾ ਬਾਰ ਤੁਸੀਂ ਨਾ ਬੋਲੋ ਪਲੀਜ਼। ਦੇਖੋ ਇਹ ਜਿਹੜਾ ਨਾ ਬੱਚਿਆਂ ਦਾ ਗੇਮ ਨਹੀਂ ਹੈਗਾ, ਮਾਂ ਪਿਓ ਸਮਝ ਜਾਣ। ਇਹ ਆਪਾਂ ਕੁਛ ਲੈਣ ਵਾਸਤੇ ਆਏ ਹਾਂ ਇੱਥੇ ਜਿਹੜਾ ਹੈਗਾ ਆਪਣੀ ਵਾਹ ਕਰਾਉਣ ਵਾਸਤੇ ਥੋੜ੍ਹੀ ਨਾ ਆਏ ਹਾਂ। ਉਹਦੇ ਨਾਲ ਕੀ ਹੋਏਗਾ ਸਾਨੂੰ? ਪਲੀਜ਼ ਹੋਰ ਕੋਈ ਪਲੇਟਫਾਰਮ ਬਥੇਰੇ ਹੈਗੇ ਆ, ਉੱਥੇ ਬੱਚਿਆਂ ਦੀ ਉੱਥੇ ਵਾਹ ਕਰਵਾ ਲਓ। ਸ਼ਲੋਕ ਮਹੱਲਾ ਤੀਜਾ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ। ਜਿਨ੍ਹਾਂ ਨੇ ਵੀ ਗੋਪਿਆ ਮਤਲਬ ਜਿਨ੍ਹਾਂ ਨੇ ਵੀ ਨਿੰਦਾ ਕੀਤੀ ਆ, ਆਪਣਾ ਜਿਹੜਾ ਆਪਣਾ ਗੁਰੂ ਬਣਾਇਆ ਸੀਗਾ, ਜੇ ਤੋਂ ਗਿਆਨ ਲੈਣਾ ਸੀਗਾ, ਉਹਦੀ ਨਿੰਦਿਆ ਸ਼ੁਰੂ ਕਰ ਦਿੱਤੀ। ਇਹ ਤਾਂ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਮਾਰਨ ਵਾਲੀ ਗੱਲ ਹੋ ਗਈ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ, ਕਹਿੰਦੇ ਉਹਦੇ ਵਾਸਤੇ ਤਾਂ ਫਿਰ ਬਈ ਕੋਈ ਆਪਸ਼ਨ ਹੀ ਨਹੀਂ ਹੈਗਾ। ਉਹਦਾ ਭਲਾ ਉਹਦਾ ਉਧਾਰ ਹੋ ਹੀ ਨਹੀਂ ਸਕਦਾ। ਉਹ ਜਿਹੜਾ ਹੈਗਾ ਉਹਨੂੰ ਨਹੀਂ ਬਚਾਇਆ ਜਾ ਸਕਦਾ। ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ, ਕਹਿੰਦੇ ਨਿੰਦਕ ਦਾ ਤਾਂ ਫਿਰ ਦਾਰੂ ਹੀ ਨਹੀਂ ਹੈ ਭਾਈ। ਪੰਜਵੀਂ ਪਾਤਸ਼ਾਹੀ ਕਹਿ ਰਹੀ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ, ਕੋਈ ਠਿਕਾਣਾ ਨਹੀਂ ਹੈ ਉਹਦਾ ਭਾਈ। ਹਲਤ ਪਲਤ ਦੋਵੇਂ ਗਏ ਦਰ ਗਏ ਨਾ ਹੀ ਥਾਉ, ਹਲਤ ਵੀ ਗਈ ਆ ਇੱਥੇ ਲੋਕ ਅਤੇ ਪਰਲੋਕ ਵੀ ਗਿਆ ਇਹ ਸਰੀਰ ਤੋਂ ਬਾਅਦ। ਅਤੇ ਇਸ ਤੋਂ ਬਾਅਦ ਤੀਸਰੀ ਜਗ੍ਹਾ ਹੋਰ ਹੈਗੀ ਭਾਈ, ਉਹ ਹੈ ਮਾਲਕ ਪਰਮਾਤਮਾ ਦਾ ਸਾਥ, ਗੇਮ 'ਚੋਂ ਨਿਕਲਣਾ। ਇਹ ਲੋਕ ਪਰਲੋਕ ਦੋਨੋਂ ਗੇਮ ਦੇ ਅੰਦਰ ਹੈਗੇ ਆ। ਲੋਕ ਹੈਗਾ ਸਰੀਰ ਦੇ ਆਕਾਰ ਦੇ ਨਾਲ, ਪਰਲੋਕ ਹੈਗਾ ਇਹ ਸੂਖਸ਼ਮ ਸਰੀਰ ਦੇ ਨਾਲ। ਜਿੰਨਾ ਜੀਵਨ ਕੋਈ ਇਮੀਡੀਏਟਲੀ ਥੋੜ੍ਹੀ ਨਾ ਆਪਾਂ ਨੂੰ ਜਿਹੜੇ ਆ ਸਰੀਰ ਛੱਡਿਆ ਅਤੇ ਗਾਹਾਂ ਦੂਸਰਾ ਸਰੀਰ ਜਿਹੜਾ ਹੈਗਾ ਵੱਟ 'ਤੇ ਪਿਆ ਹੈ, ਜਾ ਕੇ ਦੂਜੇ ਸਰੀਰ ਦੇ ਵਿੱਚ ਵੜ ਜਾਓ। ਐਵੇਂ ਤਾਂ ਨਹੀਂ ਹੁੰਦਾ ਭਾਈ। ਉਹ ਤਾਂ ਪਤਾ ਨਹੀਂ ਕਿੰਨੀ ਦੇਰ ਤੱਕ ਆਪਾਂ ਨੂੰ ਜਿਹੜੇ ਹੈਗੇ ਬਗੈਰ ਸਰੀਰ ਦੇ ਰਹਿਣਾ ਪਊਗਾ ਭਾਈ। ਕੇਤੇ ਭੂਤ ਪ੍ਰੇਤ ਸੂਕਰ ਮਿਰਗਾਚ, ਉਹ ਤਾਂ ਕੁੱਖ ਖਾਲੀ ਹੋਏਗੀ ਅਤੇ ਉਹ ਜਿਹੜਾ ਹੈਗਾ ਤਾਂ ਜਾ ਕੇ ਜਿਹੜਾ ਹੈਗਾ ਆਪਾਂ ਨੂੰ ਅਗਲਾ ਜਨਮ ਮਿਲਦਾ ਹੈ।
ਕਹਿੰਦੇ ਹਲਤ ਵੀ ਗਿਆ, ਪਲਤ ਵੀ ਗਿਆ, ਤੇ ਦਰਗਾਹ ਦੇ ਵਿੱਚ ਤਾਂ ਪਹੁੰਚਣਾ ਹੀ ਨਹੀਂ ਉਹਨੇ। ਦਰਗਾਹ 'ਚ ਤਾਂ ਕੋਈ ਜਗ੍ਹਾ ਨਹੀਂ। ਹਲਤ ਪਲਤ ਦੋਵੇਂ ਗਏ ਦਰ ਗਏ ਨਾਹੀ ਥਾਉ, ਉਹ ਵੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗੇ ਪਾਏ। ਕਹਿੰਦੇ ਉਹ ਨਹੀਂ ਨਾ, ਸਤਿਗੁਰੂ ਦੇ ਪੈਰੀ ਕਿਵੇਂ ਫੜ ਸਕਦਾ ਜਿਹੜਾ ਤਾਂ ਗੁਰੂ ਨੂੰ ਗੋਪ ਰਿਹਾ ਹੈ, ਗੁਰੂ ਦੀ ਨਿੰਦਿਆ ਕਰ ਰਿਹਾ ਹੈ, ਉਹ ਕਿਵੇਂ ਪੈਰੀ ਪੈ, ਉਹ ਕਿਵੇਂ ਜਿਹੜਾ ਇੰਨਾ ਹੰਕਾਰ ਇੰਨੀ ਹਉਮੈ ਉਹਦੇ ਅੰਦਰ ਹੈਗੀ ਆ, ਉਹ ਤਾਂ ਨਿੰਦਿਆ ਕਰਵਾ ਰਹੀ, ਨਿੰਦਿਆ ਤੱਕ ਪਹੁੰਚ ਗਿਆ, ਅਤੇ ਉਹ ਕਿਵੇਂ ਜਿਹੜਾ ਹੈਗਾ ਸਤਿਗੁਰੂ ਦੇ ਪੈਰ ਦੁਬਾਰਾ ਫੜੂਗਾ ਭਾਈ। ਫਿਰ ਉਹ ਵੇਲਾ ਹੱਥ ਨਾ ਆਵੇ, ਨਹੀਂ ਮਿਲੇਗਾ ਭਾਈ, ਨਹੀਂ ਮਿਲੇਗਾ। ਫਿਰ ਉਹ ਵੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗੇ, ਉਹ ਵੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗੇ ਪਾਏ। ਸਤਿਗੁਰ ਕੀ ਗਣਤੇ ਖੁਸ਼ੀਏ ਦੁੱਖੇ ਦੁੱਖ ਵਿਹਾਏ। ਬਸ ਸਤਿਗੁਰੂ ਦੇ ਜਿਹੜੀ ਹੈਗੀ ਗਿਣਤੀ ਦੇ ਵਿੱਚ, ਸਤਿਗੁਰੂ ਦੀ ਜਿਹੜੀ ਹੈਗੀ ਆ ਗਾਈਡੈਂਸ ਜਿਹੜੀ ਹੈਗੀ, ਸਤਿਗੁਰੂ ਨੇ ਜਿਹੜਾ ਮੌਕਾ ਦਿੱਤਾ ਸੀਗਾ ਭਾਈ, ਉਹ ਜਿਹੜਾ ਹੈਗਾ ਨਿੰਦਾ ਕਰਨ ਦੇ ਨਾਲ ਇਨਸਾਨ ਨੇ ਜਿਹੜਾ ਹੈਗਾ ਗਵਾ ਦਿੱਤਾ ਉਹ ਮੌਕਾ ਭਾਈ। ਨਿੰਦਿਆ ਕਰਨ ਦੇ ਨਾਲ ਜੋ ਵਾਰੀ ਆਈ ਸੀਗੀ, ਜੋ ਗੁਰੂ ਦੀ ਜਿਹੜੀ ਹੈਗੀ ਆ, ਗੁਰੂ ਦੀ ਗਾਈਡੈਂਸ ਨਿਕਲਣ ਦਾ ਚਾਂਸ ਸੀਗਾ, ਉਹ ਖੁਸਾ ਦਿੱਤਾ, ਇਹਨੇ ਗਵਾ ਦਿੱਤਾ। ਫਿਰ ਦੁੱਖੇ ਦੁੱਖ ਵਿਹਾਏ, ਕਹਿੰਦੇ ਦੁੱਖ 'ਚ ਹੀ ਗੁਜ਼ਰੇਗਾ ਸਮਾਂ, ਦੁੱਖੇ ਦੁੱਖ ਵਿਹਾਏਗੀ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ। ਪਰ ਸਤਿਗੁਰੂ ਜਿਹੜੇ ਬ੍ਰਹਮ ਗਿਆਨੀ ਹੁੰਦੇ ਉਹ ਨਿਰਵੈਰ ਹੁੰਦੇ ਆ ਭਾਈ, ਉਹਨਾਂ ਨੂੰ ਕਿਸੇ ਨਾਲ ਵੈਰ ਨਹੀਂ ਹੁੰਦਾ। ਉਹ ਜਿਹੜੇ ਹੈਗੇ ਉਹ ਤਾਂ ਜਿਹੜੇ ਨਿੰਦਕਾਂ ਨੂੰ ਵੀ ਆਪਣੇ ਨਾਲ ਲਾ ਲੈਂਦੇ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ। ਆਪ ਉਹ ਨਿੰਦਕ ਨੂੰ ਵੀ ਪਾਲ ਪੜੋਸ ਕੇ ਜਿਹੜੇ ਹੈਗੇ ਉਹ ਨਾਲ ਲਾ ਲੈਂਦੇ ਆਪਣੇ। ਇਹ ਸਤਿਗੁਰੂ ਦੇ ਉੱਤੇ ਡਿਪੈਂਡ ਕਰਦਾ ਹੈ ਭਾਈ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ। ਨਾਨਕ ਦਰਸ਼ਨ ਜਿਨ੍ਹਾਂ ਵੇਖਾ ਲਿਅਨ ਤਿਨਾਂ ਦਰਗਹਿ ਲਏ ਛਡਾਏ। ਬਸ ਕੰਡੀਸ਼ਨ ਹੈਗੀ ਆ, ਜਿਨ੍ਹਾਂ ਨੂੰ ਵੀ ਸਤਿਗੁਰੂ ਦੇ ਦਰਸ਼ਨ ਹੋ ਗਏ। ਦਰਸ਼ਨ ਕੀ ਆ? ਜਿਨ੍ਹਾਂ ਨੂੰ ਵੀ ਸਤਿਗੁਰੂ ਦੀ ਗਾਈਡੈਂਸ ਮਿਲ ਗਈ। ਗਾਈਡੈਂਸ ਕੀ ਹੈ? ਜਿਨ੍ਹਾਂ ਨੂੰ ਵੀ ਗੁਰੂ ਦੀ ਮੱਤ ਮਿਲ ਗਈ। ਗੁਰੂ ਦੀ ਮੱਤ ਕੀ ਹੈ? ਸ਼ਬਦ, ਧਿਆਨ, ਸਿਮਰਨ, ਇਹ ਭਗਤੀ, ਇਹ ਸੁਣ ਦੇ ਵਿੱਚ ਵਿਚਾਰਾਂ ਨੂੰ ਬੰਨ੍ਹ ਲਾਉਣਾ, ਆਇਆ ਦਰਸ਼ਨ। ਨਾਨਕ ਦਰਸ਼ਨ ਜਿਨ੍ਹਾਂ ਵਿਖਾਲੇ। ਹੁਣ ਕਿਹਨੇ ਵਿਖਾਲੇ ਦਰਸ਼ਨ? ਪਰਮਾਤਮਾ ਨੇ ਵਿਖਾਲੇ ਦਰਸ਼ਨ ਸਤਿਗੁਰੂ ਦੇ। ਮਾਲਕ ਨੇ ਸਤਿਗੁਰੂ ਨੂੰ ਮਿਲਾਉਣਾ ਹੈ। ਮਾਲਕ ਦੇ ਕੋਲ ਆਪਾਂ ਨੇ ਪੁਕਾਰ ਕਰਨੀ। ਮਾਲਕ ਨੂੰ ਪਤਾ ਲੱਗਣਾ ਹੈ ਮਾਲਕ ਅੰਦਰ ਬੈਠਾ ਹੈ ਆਪਣੇ। ਮਾਲਕ ਹਰੇਕ ਦੇ ਅੰਦਰ ਬੈਠਾ ਹੈ, ਹਰੇਕ ਗੋਟੀ ਨੂੰ ਜਾਣਦਾ ਹੈ। ਮਾਲਕ ਨੇ ਚੁੱਕ ਕੇ ਇੱਧਰ ਤੋਂ ਉੱਧਰ ਕਰਨਾ ਹੈ, ਜਿਹੜੀ ਗੋਟੀ ਨੂੰ ਜਿਹੜੀ ਜਗ੍ਹਾ 'ਤੇ ਜਾਣਾ ਹੈ। ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਅਨ ਤਿਨਾਂ ਦਰਗਹਿ ਲਏ ਛਡਾਏ। ਉਹਨਾਂ ਨੂੰ ਫਿਰ ਮਾਲਕ ਪਰਮਾਤਮਾ ਦਰਗਾਹ 'ਤੇ ਛਡਾ ਲੈਂਦਾ ਹੈ ਭਾਈ। ਇਹ ਗੇਮ 'ਚੋਂ ਬਾਹਰ ਕਰ ਲੈਂਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ, ਇਹ ਤਾਂ ਉਹ ਗੱਲ ਹੈ ਜੀ। ਫਿਰ ਗੁਰਬਾਣੀ 'ਚ ਅਸੀਂ ਆਸਾ ਦੀ ਵਾਰ 'ਚ ਪੜ੍ਹਦੇ ਹਾਂ ਨਾ, ਜਿਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਹਾਂ, ਉਹ ਕਾਹਦੇ ਵਾਸਤੇ ਆਏ ਆ? ਆਹ ਕੰਮ ਕਰਨ ਵਾਸਤੇ। ਉਹ ਕਹਿੰਦੇ ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਜਾਏ। ਉਹ ਬਿਰਥਾ ਚਲੇ ਜਾਣਾ ਹੈ। ਇਹ ਐਸਾ ਦੁਰਲੱਭ ਵਸਤੂ ਤੈਨੂੰ ਮਿਲੀ ਹੈ, ਜਿਹੜਾ ਜੀਵਨ ਮਿਲਿਆ, ਇਹ ਉਹਦਾ ਇਹ ਤੂੰ ਇਹ ਸਮਝ ਵੀ ਤੇਰੇ ਤੇ ਉਹਦੀ ਕੋਈ ਮਿਹਰ ਹੈਗੀ। ਬਿਲਕੁਲ, ਉਹਦੇ ਤੇ ਉਹਦੀ ਮਿਹਰ ਤੈਨੂੰ ਇਹ ਜਨਮ ਦੇ ਵਿੱਚ ਤੈਨੂੰ ਮੌਕਾ ਦਿੱਤਾ ਹੈ। ਉਹ ਤੇਰਾ ਅਵਸਰ ਹੈ, ਉਹ ਤੇਰੀ ਬਰੀ ਆ। ਤੇ ਉਹ ਕਹਿੰਦੇ ਹੁਣ ਵੱਤੇ ਨਾਮ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਤੇ ਫਿਰ ਮਨਮੁਖ ਕਿੱਦਾਂ ਬਣਦਾ? ਉਹ ਸਾਕਤ ਕਿੱਦਾਂ ਬਣਦੇ ਆ? ਉਹ ਨਿੰਦਿਆ ਚੁਗਲੀ, ਆਹੀ ਕੰਮ ਹੈ ਬਸ। ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਉਹ ਕਹਿੰਦੇ ਨਿੰਦਕ ਤੇ ਹਾਂਜੀ ਨਾਨਕ ਹਰ ਭਾਏ ਕਹਿੰਦੇ। ਹਾਂ, ਮਾਲਕ ਨੇ ਜਿਹੜਾ ਹੈਗਾ ਫਿਰ ਉਹ ਰਸਤਾ ਰੱਖਿਆ ਹੋਇਆ ਉਹਨਾਂ ਦੇ ਵਾਸਤੇ ਵੀ ਆਹੀ ਗੇਮ ਹੈ ਭਾਈ। ਇਹੀ ਅਖੀਰ ਨੂੰ ਨਿਕਲਣਾ ਪੈਣਾ ਹੈ। ਉਹ ਤਾਂ ਹੀ ਇਸ ਚੋਂ ਨਿਕਲ ਸਕਦੇ ਹੋ ਤੁਸੀਂ, ਹੈ ਨਾ ਜੀ। ਬਿਲਕੁਲ। ਉਹ ਫਿਰ ਇਸ ਬਾਣੀ ਦੇ ਵਿੱਚ ਉਹੀ ਕਹਿ ਰਹੇ ਨੇ ਕਿ ਵੀ ਜਿਹੜੇ ਬੰਦੇ ਨੇ ਆਪਣੇ ਸਤਿਗੁਰੂ ਦੀ, ਜਿਹਦੇ ਕੋਲ ਜਾਂਦਾ ਸੀ, ਜਿਹਨੂੰ ਗੁਰੂ ਮੰਨੇ, ਤੇ ਉਹਦੀ ਉਹ ਨਿੰਦਾ ਸ਼ੁਰੂ ਕਰਤੀ। ਇਹਦੇ ਬੱਲੇ ਕੀ ਐਵੇਂ ਹੀ ਮਾਰੀ ਜਾਂਦਾ, ਭਕਾਈ ਮਾਰੀ ਜਾਂਦਾ, ਏਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਲੋਕ, ਹੈ ਨਾ। ਵੀ ਆਪਣੇ ਆਪ ਨੂੰ ਪਤਾ ਨੀ ਕੀ ਸਮਝਦਾ, ਪਰ ਉਹ ਪ੍ਰਮਾਤਮਾ ਨੂੰ ਪਤਾ ਨਾ ਜੀ। ਉਹ ਕਿਉਂ ਇਹਨੂੰ ਇਹ ਨੀ ਪਤਾ ਕਿ ਵੀ ਉਹ ਨਿੰਦਿਆ ਨਾਲ, ਜਦੋਂ ਤੂੰ ਨਿੰਦਿਆ ਕਰ ਰਿਹਾ, ਪਹਿਲਾਂ ਤਾਂ ਤੇਰੇ ਅੰਦਰੋਂ ਹੀ ਸੜ ਜਾਣਾ ਤੇਰਾ ਸਾਰਾ। ਉਹਨੇ ਤੇਰੇ ਅੰਦਰ ਪ੍ਰਗਟ ਹੀ ਨਹੀਂ ਹੋਣ ਦੇਣਾ ਕੁਛ। ਪਹਿਲਾਂ ਤਾਂ ਉਹੀ ਕੰਮ ਹੋ ਗਿਆ। ਫਿਰ ਉਹ ਉਹਦੇ ਨਾਲ ਕੀ ਹੋਊਗਾ? ਤੇਰਾ ਹਲਤ ਪਲਤ
ਦੋਵੇਂ ਗਏ ਤੇ ਉਹ ਦਰਗਾਹ 'ਚ ਵੀ ਕਿੱਥੋਂ ਥਾਂ ਮਿਲਣੀ ਹੈ ਫਿਰ? ਜਦ ਹਲਤ ਵੀ ਗਿਆ ਤੇ ਪਲਤ ਵੀ ਗਿਆ, ਦਰਗਾਹ ਤਾਂ ਤੀਜੀ ਥਾਂ ਤੇ ਹੈ। ਬਿਲਕੁਲ। ਹਾਂਜੀ ਹਾਂਜੀ ਹਾਂਜੀ। ਉਹ ਫਿਰ ਕਹਿੰਦੇ ਉਹ ਵੇਲਾ ਹੱਥ ਨਾ ਬਈ ਫਿਰ ਸਤਿਗੁਰ ਲੱਗੇ ਪਾਏ। ਉਹ ਫਿਰ ਕਹਿੰਦੇ ਫਿਰ ਮੌਕਾ ਨਹੀਂ ਮਿਲਣਾ, ਇਹ ਮੌਕਾ ਇਹੀ ਅਵਸਰ ਮਿਲਿਆ ਤੈਨੂੰ ਕਿ ਅਲਟੀਮੇਟਲੀ ਫਿਰ ਤੂੰ ਜਨਮਾਂ 'ਚ ਆਏਗਾ, ਅਖੀਰ ਕੰਮ ਤਾਂ ਫਿਰ ਇਹੀ ਕਰਨਾ ਪੈਣਾ। ਇਸ ਕਰਕੇ ਕਿਉਂ ਵਧਾ ਰਿਹਾ ਆਪਦਾ ਕੂੜ ਕਿਉਂ ਵਧਾ ਰਿਹਾ ਆਪਣੇ ਆਪ ਨੂੰ ਤੂੰ ਸਮਝ। ਤੇ ਉਹ ਕਹਿੰਦੇ ਵੀ ਉਹਦੀ ਜਿਹੜੀ ਨਿੰਦਿਆ ਕਰਨ 'ਚ ਜੇ ਤੂੰ ਜਿਵੇਂ ਕਹਿੰਦੇ ਕਿਉਂਕਿ ਤਾਂ ਉਹ ਦੁੱਖਾਂ 'ਚ ਬੀਤੂਗੀ ਉਮਰ ਤੇਰੀ, ਕਿਉਂ ਨਿੰਦਿਆ ਦੇ ਨਾਲ ਪਹਿਲਾਂ ਅੰਦਰੋਂ ਸੜਨਾ ਹੈ ਨਾ ਜੀ। ਉਹ ਸਤਿਗੁਰ ਫਿਰ ਉਹ ਕਹਿੰਦੇ ਵੀ ਪ੍ਰਮਾਤਮਾ ਉਹ ਸਤਿਗੁਰ ਜਿਹੜਾ ਉਹ ਤਾਂ ਫਿਰ ਵੀ ਉਹ ਤਾਂ ਨਿਰਵੈਰ ਹੈ, ਕਿਉਂਕਿ ਨਿਰਵੈਰ ਤਾਂ ਉਹ ਵਿਚਕਾਰ ਖੜਾ ਹੋ ਜਾਂਦਾ ਵੀ ਦੱਸ ਬਈ ਹੈ ਨਾ। ਉਹ ਤਾਂ ਫਿਰ ਉਹ ਤਰਸ ਦੇ ਘਰ 'ਚ ਆ ਜਾਂਦਾ ਵੀ ਚੱਲ ਕੋਈ ਨੀ, ਕਦੇ ਤਾਂ ਤੂੰ ਮਤਲਬ ਜੇ ਉਹ ਵੀ ਉਹਦੀ ਬਖਸ਼ਿਸ਼ ਕਿਸੇ ਕੋਈ ਕਰਮ ਏਦਾਂ ਦਾ ਹੋਊਗਾ ਜਿਹਦਾ ਕੋਈ ਬੀਜ ਪੁੰਗਰ ਹੋ ਗਿਆ ਤੇਰੇ ਅੰਦਰ, ਤਾਂ ਤੈਨੂੰ ਛਡਾ ਲੈਣਾ ਉਹਨੇ। ਕਰਨਾ ਤੈਨੂੰ ਆਪ ਪੈਣਾ, ਮੁੜਨਾ ਤੈਨੂੰ ਆਪ ਪੈਣਾ, ਯੂ ਟਰਨ ਤੈਨੂੰ ਆਪ ਲੈਣਾ ਪੈਣਾ। ਹਾਂ, ਜਿਹੜਾ ਨਿੰਦਕ ਵੀ ਜੇ ਕੋਈ ਜਿਹੜਾ ਨਿੰਦਕ ਵੀ ਨਿੰਦਾ ਦੀ ਵਾਦੀ ਛੱਡਣ ਨੂੰ ਤਿਆਰ ਹੋ ਜਾਏ ਤੇ ਸਤਿਗੁਰੂ ਉਹਨੂੰ ਵੀ ਬਖਸ਼ ਦਿੰਦਾ, ਉਹਨੂੰ ਵੀ ਛਡਾ ਦਿੰਦਾ। ਹਾਂਜੀ ਹਾਂਜੀ ਬਿਲਕੁਲ ਜੀ, ਠੀਕ ਹੈ। ਹਾਂਜੀ। ਤੇ ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਅਨ, ਦਰਸ਼ਨ ਜਿਹੜੇ ਹੈਗੇ ਕਿਹਦੇ? ਗੁਰੂ ਦੇ। ਜਿਨ੍ਹਾਂ ਵਿਖਾਲਿਅਨ, ਜਿਨ੍ਹਾਂ ਨੂੰ ਮਾਲਕ ਨੇ ਗੁਰੂ ਨੂੰ ਮਿਲਾ ਦਿੱਤਾ ਆ, ਗੁਰੂ ਤੋਂ ਜਿਨ੍ਹਾਂ ਨੇ ਮੱਤ ਲੈ ਲਈ, ਗੁਰੂ ਦੇ ਅਨੁਸਾਰ ਜਿਨ੍ਹਾਂ ਨੇ ਆਪਣੀ ਜੀਵਨ ਜਿਹੜਾ ਹੈਗਾ ਇਹ ਆਪਣਾ ਜੀਵਨ ਜਿਹੜਾ ਹੈਗਾ ਇਹ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਜੀਵਨ ਨਈਆ ਜਿਹੜੀ ਹੈ ਚਲਾਉਣੀ ਸ਼ੁਰੂ ਕਰ ਦਿੱਤੀ, ਤੇ ਉਹਨਾਂ ਨੂੰ ਦਰਗਾਹ 'ਚ ਛਡਾ ਲੈਂਦਾ ਮਾਲਕ ਪਰਮਾਤਮਾ। ਉਹਨਾਂ ਦੀ ਵਾਰੀ ਜਿਹੜੀ ਹੈਗੀ ਆ ਸਫਲ ਹੋ ਜਾਂਦੀ ਹੈ। ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਭਾਗ ਬਣਾਏ ਹੈ ਨਾ ਜੀ, ਕਿਉਂਕਿ ਉਹ ਤਾਂ ਹੀ ਗੁਰਬਾਣੀ 'ਚ ਉਹਦੇ 'ਚ ਹੀ ਆਉਂਦਾ ਨਾ ਜੀ, ਜਿਨ ਮਸਤਕ ਧੁਰ ਹਰ ਲਿਖਿਆ ਤੇ ਨਾ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ, ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ, ਜਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ। ਬਿਲਕੁਲ ਜੀ। ਤੇ ਅੱਗੇ ਤੀਸਰੀ ਪਾਤਸ਼ਾਹੀ ਦੀ ਜਿਹੜੀ ਹੈਗੀ ਆ ਉਹ ਆ ਰਿਹਾ ਹੈ ਸ਼ਲੋਕ। ਆ ਵੀ ਜਿਹੜਾ ਹੈਗਾ ਤੀਸਰੀ ਪਾਤਸ਼ਾਹੀ ਦਾ ਸੀ। ਫਿਰ ਤੀਸਰੀ ਪਾਤਸ਼ਾਹੀ ਦਾ ਸ਼ਲੋਕ, ਮਨਮੁਖ ਅਗਿਆਨ ਦੁਰਮਤ ਅਹੰਕਾਰੀ। ਆਹ ਮਨਮੁਖ ਹੈਗੀ ਭਾਈ। ਮਨਮੁਖ 'ਚ ਆਹ ਚੀਜ਼ ਹੁੰਦੀ ਆ, ਜਿਹੜਾ ਆਪਣੇ ਮਨ ਦੇ ਪਿੱਛੇ ਚੱਲੇਗਾ। ਕਹਿੰਦੇ ਆ ਭਾਈ ਉਹਦੇ ਅੰਦਰ ਅਗਿਆਨਤਾ ਤਾਂ ਹੋਏਗੀ, ਬਸ ਅਗਿਆਨਤਾ ਹੀ ਹੈਗੀ ਮਨ ਦੇ ਪਿੱਛੇ ਚੱਲਣਾ। ਮਨ ਜਿਹੜਾ ਹੈਗਾ, ਮਨ ਨੇ ਪਦਾਰਥ ਮੰਗਣੇ ਆ। ਮਨ ਜਿਹੜਾ ਹੈਗਾ ਇਹਦੇ ਉੱਤੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ। ਇਹ ਤਾਂ ਪੰਜਾਂ ਦੇ ਨਾਲ, ਇਹਦਾ ਪੰਜਾਂ ਤੱਤਾਂ ਆਕਾਰ ਦੇ ਨਾਲ ਮਨ ਦਾ ਜਨਮ ਹੀ ਹੋਇਆ ਹੈ। ਸਵਾਦਾਂ ਦੇ ਵਾਸਤੇ ਤਾਂ ਮਨ ਦਾ ਜਨਮ ਸਵਾਦਾਂ ਤੋਂ ਹੀ ਹੋਇਆ। ਸਵਾਦ ਹੀ ਚਾਹੀਦੇ ਇਹਨੂੰ, ਪਦਾਰਥ ਹੀ ਚਾਹੀਦੇ। ਆਹੀ ਅਗਿਆਨਤਾ ਹੈਗੀ ਆ। ਮਨਮੁਖ ਅਗਿਆਨ ਦੁਰਮਤ, ਭੈੜੀ ਮੱਤ ਆ। ਇਹ ਭੈੜੀ ਮੱਤ ਆ ਭਾਈ। ਇਹਨੇ ਕਰਨਾ ਹੈ ਜੋ ਵੀ ਕਰਨਾ ਹੈ ਗਲਤ ਕਰਨਾ ਹੈ। ਅਹੰਕਾਰੀ, ਔਰ ਅਹੰਕਾਰ ਵੀ ਹੈਗਾ ਇਹਦੇ ਅੰਦਰ। ਕਮੰਡ, ਇਹਨੇ ਸੁਣਨੀ ਨਹੀਂ ਕਿਸੇ ਦੀ ਗੱਲ। ਬਸ ਆ ਮਨਮੁਖ ਦੇ ਵਿੱਚ, ਆ ਮਨਮੁਖ ਦੀ ਜਿਹੜੀ ਹੈਗੀਆਂ ਨਿਸ਼ਾਨੀਆਂ ਔਰ ਅਵਗੁਣ। ਹੋਰ ਅੰਤਰ ਕ੍ਰੋਧ ਜੂਏ ਬਾਜੀ, ਜੂਏ ਮਤ ਹਾਰੀ। ਕਹਿੰਦੇ ਅੰਦਰ ਕ੍ਰੋਧ ਹੈ ਭਾਈ। ਇਹਨੇ ਗੁੱਸਾ ਵੀ ਭਰਪੂਰ ਹੁੰਦਾ ਹੈ ਮਨਮੁਖ ਦੇ ਅੰਦਰ। ਇਸ ਤਰੀਕੇ ਦੇ ਨੇ ਅੰਦਰ ਕਹਿੰਦੇ ਜੂਏ ਮਤ ਹਾਰੀ। ਇਹਨੇ ਆਪਣਾ ਕੀ ਕਰ, ਕੁਲਵਿੰਦਰ ਜੀ, ਕੁਲਵਿੰਦਰ ਪਲੀਜ਼ ਮਾਈਕ ਪਹਿਲਾਂ ਬੰਦ ਰੱਖੋ ਆਪਣਾ। ਅੰਤਰ ਕ੍ਰੋਧ ਜੂਏ ਮਤ ਹਾਰੀ। ਇਹ ਜਿਹੜਾ ਨਾ ਤੁਹਾਡਾ ਜਿਹੜਾ ਤੁਸੀਂ ਜਿਹੜਾ ਸ਼ੋਰ ਆਇਆ ਇਹ ਰਿਕਾਰਡਿੰਗ ਦੇ ਵਿੱਚ ਸੁਣ ਲੈਣਾ, ਦੇਖ ਲੈਣਾ ਕਿਸ ਤਰ੍ਹਾਂ ਜਿਹੜਾ ਇਹ ਕੱਢ ਨਹੀਂ ਸਕਦੇ ਆਪਾਂ। ਇਹ ਚਲਾ ਗਿਆ ਹੁਣ, ਇਹ ਪਤਾ ਨਹੀਂ ਕਦੋਂ ਤੱਕ ਰਹੇਗਾ। ਇਸ 'ਚੋਂ ਲਾਭ ਲੈਣਾ ਹੈ ਲੋਕਾਂ ਨੇ, ਇਹਦੇ ਤੋਂ, ਇਸ ਗਿਆਨ ਤੋਂ। ਇਹਦੇ ਵਿੱਚ ਫਿਰ ਜਿਹੜਾ ਹੈਗਾ ਇਹ ਸ਼ੋਰ ਆਪਣਾ ਜਿਹੜਾ ਹੈਗਾ ਇਹ ਆਪਣਾ ਯੋਗਦਾਨ ਜਿਹੜਾ ਹੈਗਾ ਇਹ ਗਲਤ ਹੋ ਜਾਂਦਾ ਭਾਈ। ਪਲੀਜ਼ ਸਾਰੇ ਜਣੇ ਨੋਟ ਕਰ ਲੈਣ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਏ ਮਤ ਹਾਰੀ। ਕਹਿੰਦੇ ਜੂਏ ਦੇ ਵਿੱਚ ਆਪਣੀ ਮੱਤ ਹੀ ਹਾਰ ਦਿੱਤੀ ਉਹਨੇ। ਗੁਰੂ ਦੀ ਮੱਤ ਲੈਣੀ ਸੀਗੀ, ਗੁਰੂ ਦੀ ਮੱਤ ਤਾਂ ਲਈ ਨਹੀਂ ਆ। ਜਿਹੜੀ ਵਿਵੇਕ ਥੋੜ੍ਹੇ ਗੁਣ ਸੀਗੇ ਉਹ ਵੀ ਹਾਰ ਦਿੱਤੇ, ਜੂਏ ਦੇ ਵਿੱਚ ਗਵਾ ਦਿੱਤੇ ਭਾਈ।
ਜੂਆ ਕੀ ਹੁੰਦਾ ਹੈ? ਕੁਛ ਵੀ ਮਿਲਿਆ ਨਹੀਂ ਔਰ ਨੁਕਸਾਨ ਹੋ ਗਿਆ ਆਪਣਾ ਪੂਰਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਆ ਮਤਹਾਰੀ। ਕੂੜ ਕੁਸਤ ਉਹ ਪਾਪ ਕਮਾਵੇ। ਕਹਿੰਦੇ ਕੀ ਹੈ? ਉਹਦੇ ਅੰਦਰ ਕੂੜ ਆ, ਝੂਠ ਹੈਗਾ, ਕੁਸਤ ਹੈਗਾ, ਜੋ ਸੱਤ ਨਹੀਂ ਹੈਗਾ, ਭੈੜਾ ਆਚਰਣ ਹੈ ਉਹਦਾ, ਉਹ ਪਾਪ ਕਮਾਵੇ। ਉਹ ਪਾਪ ਕਮਾਉਂਦਾ ਹੈ, ਜਿਹਦਾ ਲੇਖਾ ਦੇਣਾ ਪੈਣਾ ਉਹਨੂੰ। ਕਿਆ ਉਹ ਸੁਣੇ, ਕਿਆ ਆਖ ਸੁਣਾਵੇ। ਕੀ ਉਹਨੇ ਸੁਣਨਾ ਹੈ ਭਾਈ ਗਿਆਨ? ਕੀ ਉਹਨੇ ਗੁਰੂ ਦੀ ਮੱਤ ਸੁਣਨੀ ਆ? ਕੀ ਉਹਨੇ ਚੰਗੀ ਗੱਲ ਸੁਣਨੀ ਆ ਭਾਈ? ਤੇ ਕੀ ਚੰਗੀ ਗੱਲ ਨਾ ਉਹਨੇ ਆਪ ਸੁਣਨੀ ਹੈ ਤੇ ਦੂਜੇ ਨੂੰ ਤਾਂ ਕੀ ਸੁਣਾਊਗਾ ਭਾਈ? ਕਿਆ ਉਹ ਸੁਣੇ, ਕਿਆ ਆਖ ਸੁਣਾਵੇ। ਅੰਨਾ ਬੋਲਾ ਖੋਏ ਉਜੜ ਪਾਏ। ਕਹਿੰਦੇ ਉਜੜੇ ਪੈ ਗਿਆ ਭਾਈ, ਕਿਉਂਕਿ ਅੱਖਾਂ 'ਚੋਂ ਦਿਸਦਾ ਨਹੀਂ ਆ, ਅਗਿਆਨਤਾ ਹੈਗੀ ਆ, ਹਨੇਰਾ ਹੈਗਾ ਆ, ਇਹ ਸਵਾਦਾਂ ਦਾ, ਆਕਾਰ ਦਾ, ਪਦਾਰਥਾਂ ਦਾ ਇਹ ਹਨੇਰਾ ਪਿਆ ਹੋਇਆ ਮਾਇਆ ਦਾ। ਤੇ ਬੋਲਾ ਹੈਗਾ, ਹੰਕਾਰ ਹੈਗਾ, ਕੰਨ ਵੀ ਬੋਲੇ ਹੋਏ ਪਏ ਆ, ਕੋਈ ਗਿਆਨ ਲੈਣ ਦੇ ਯੋਗ ਹੀ ਨਹੀਂ ਹੈ, ਸੁਣਦਾ ਹੀ ਨਹੀਂ, ਗਿਆਨ ਅੰਦਰ ਜਾਂਦਾ ਹੀ ਨਹੀਂ। ਖੋਏ ਉਜੜ ਪਾਏ, ਖੁੱਸ ਗਿਆ ਭਾਈ ਸਹੀ ਰਸਤੇ ਤੋਂ। ਫਿਰ ਕਿੱਧਰ ਜਾ ਰਿਹਾ? ਜਾ ਤਾਂ ਰਿਹਾ ਹੈ ਕਿਤੇ ਨਾ ਕਿਤੇ। ਕਹਿੰਦੇ ਉਜੜੇ ਜਾ ਰਿਹਾ ਹੈ, ਭਟਕ ਰਿਹਾ ਹੈ ਭਾਈ। ਮਨਮੁਖ ਅੰਧਾ ਆਵੇ ਚਾਹੇ, ਆਇਆ ਭਾਈ ਮਨਮੁਖ ਔਰ ਅੰਨਾ ਹੈਗਾ ਭਾਈ, ਹਨੇਰੇ ਦੇ ਵਿੱਚ ਆ ਤੇ ਆਉਂਦਾ ਜਾਂਦਾ ਰਹਿੰਦਾ ਹੈ, ਜੂਨਾਂ ਦੇ ਵਿੱਚ ਆਉਂਦਾ ਹੈ, ਜਾਂਦਾ ਹੈ, ਆਉਂਦਾ ਹੈ, ਜਾਂਦਾ ਹੈ। ਬਿਨ ਸਤਿਗੁਰ ਭੇਟੇ ਥਾਂ ਨਾ ਪਾਏ। ਬਗੈਰ ਗੁਰੂ ਦੇ, ਬਗੈਰ ਬ੍ਰਹਮ ਗਿਆਨੀਆਂ ਦੇ ਉਹ ਨਹੀਂ ਪਾਈ, ਉਹਨੂੰ ਨਹੀਂ, ਕੋਈ ਟਿਕਾਣਾ ਨਹੀਂ ਆ ਉਹਦਾ। ਐਸੇ ਤਰੀਕੇ ਦੇ ਨਾਲ ਲੋਕ ਪਰਲੋਕ ਦੇ ਵਿੱਚ ਗਤੀ ਹੁੰਦੀ ਰਹੇਗੀ ਉਹਦੀ। 84 ਲੱਖ ਜੂਨਾਂ ਹੈਗੀਆਂ। ਨਾਨਕ ਪੂਰਬ ਲਿਖਿਆ ਕਮਾਏ। ਔਰ ਜੋ ਕੁਛ ਵੀ ਆਪਾਂ ਕਰ ਰਹੇ ਹਾਂ, ਜੋ ਵੀ ਬੀਜ ਰਹੇ ਹਾਂ ਮਨੁੱਖ ਸਰੀਰ ਦੇ ਵਿੱਚ, ਉਹ ਆਪਾਂ ਨੂੰ ਭੋਗਣਾ ਪੈਣਾ ਹੈ ਭਾਈ। ਪੂਰਬ ਲਿਖਿਆ ਕਮਾਏ। ਜੋ ਪਿੱਛੇ ਲਿਖ ਕੇ ਆਏ, ਲਿਖਤੇ ਆਪਣੀ ਜੋ ਸੰਸਕਾਰ ਬਣਾ ਕੇ ਆਏ ਆ, ਉਹਨਾਂ ਦੇ ਅਧੀਨ ਹੀ ਆਪਾਂ ਨੇ ਅਗਲੀ ਕਮਾਈ ਕਰਨੀ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ। ਕਿਉਂਕਿ ਉਹ ਜਿਹੜੇ ਜਦੋਂ ਤੁਸੀਂ ਮਨਮੁਖ ਜਿਹੜੇ ਹੈ, ਉਹ ਉਹਨਾਂ ਦੇ ਵਿੱਚ ਕੀ ਗੁਣ ਦੱਸ ਰਹੇ ਨੇ, ਉਹਦੇ ਔਗਣ ਦੱਸ ਰਹੇ ਨੇ। ਆਪਾਂ ਇਹਨੂੰ ਗੁਣ ਕਹਿ ਗਏ ਆ, ਉਹ ਔਗਣ ਦੱਸ ਰਹੇ। ਉਹ ਕਹਿੰਦੇ ਅਗਿਆਨੀ ਹੈ, ਭੈੜੀ ਮੱਤ ਹੈ, ਹੰਕਾਰੀ ਹੈ, ਕ੍ਰੋਧੀ ਹੈ, ਬੇਅਕਲ ਹੈ, ਜਿਹਦੀ ਮੱਤ ਮਾਰੀ ਗਈ ਹੈ, ਕੂੜ ਬੋਲ ਰਿਹਾ ਹੈ। ਉਹ ਸਾਰੀਆਂ ਦਾ ਮਿਲਾਪ ਮਿਸ਼ਰਣ ਕਰਕੇ ਤੇ ਉਹ ਪਾਪੀ ਦੀ ਡੈਜ਼ਿਗਨੇਸ਼ਨ ਕਰਤਾ ਉਹਨਾਂ ਨੇ। ਇਹ ਹੈ ਪਾਪੀ ਦੀਆਂ ਨਿਸ਼ਾਨੀਆਂ। ਤੇ ਅੰਨਾ ਹੈ, ਕਹਿੰਦੇ ਉਹ ਬੋਲਾ ਹੈ, ਉਹਨੂੰ ਸੁਣੀ ਕੁਰਾਏ ਪੈ ਗਿਆ, ਡਾਇਰੈਕਸ਼ਨਲੈਸ ਹੋ ਗਿਆ। ਬਿਲਕੁਲ। ਕਿੰਨੀ ਮਤਲਬ ਉਹ ਕਹਿੰਦੇ ਉਹਨੇ ਜਨਮ ਆਪਣਾ ਜੂਏ ਚ ਹਾਰ ਲਿਆ। ਉਹ ਕਹਿੰਦੇ ਉਹ ਕੋਈ ਸੀ ਨਾ ਕਿ ਬੰਦਾ, ਉਹ ਕਹਿੰਦਾ ਜੀ ਮੈਂ ਉਹਨੂੰ ਆਦਤ ਸੀ, ਜੂਏ ਚ ਖੇਡਣ ਦੀ ਆਦਤ ਸੀ ਉਹਦੀ। ਜਦੋਂ ਲਾਸਟ ਦੇ ਵਿੱਚ ਜਦੋਂ 1 ਰੁਪਈਆ ਰਹਿ ਗਿਆ ਨਾ, ਉਹ ਘਰ ਵਾਲੀ ਨੂੰ ਕਹਿੰਦਾ ਵੀ ਮੈਨੂੰ ਬਸ ਹੁਣ ਇੱਕ ਦਾ ਖੇਲ ਲੈਣ ਦੇ। ਉਹ ਕਹਿੰਦੇ ਵੀ ਉਹ ਤੂੰ ਕਰੇਗਾ ਕੀ? ਉਹ ਕਹਿੰਦੇ ਨਹੀਂ ਮੈਨੂੰ ਦੇਖ ਲੈਣ ਦੇ, ਹੁਣ ਦੇਖੋ ਸ਼ਾਇਦ ਮੇਰਾ ਕੁਝ ਦਾ ਲੱਗ ਜੇ। ਤੇ ਹੁਣ ਜੂਏ ਚ ਕੀ ਮਿਲਣਾ? ਉਹ ਗਿਆ, ਉਹ 1 ਦਾ 100 ਹੋ ਗਿਆ, 100 ਦਾ 1000, 2000 ਕਰਦੇ ਕਰਦੇ ਲੱਖ ਤੇ ਪਹੁੰਚ ਗਿਆ ਨਾ। ਕਹਿੰਦਾ ਬਸ ਹੁਣ ਪਰਮਾਤਮਾ ਕੇ ਫੇਰ ਅਰਦਾਸ ਕਰਦੇ, ਕਹਿੰਦਾ ਹੁਣ 1 ਦਾ ਲਾ ਲੈਣ ਦੇ ਬਸ ਮੈਨੂੰ, ਹੁਣ ਇਹ ਤੋਂ ਬਾਅਦ ਨੀ ਕਰਦਾ। ਉਹ ਸਾਰੇ ਦਾ ਸਾਰਾ ਗਿਆ। ਤੇ ਘਰੇ ਆ ਕੇ ਕਹਿੰਦਾ 1 ਰੁਪਈਆ ਹਾਰ ਕੇ ਆ ਗਿਆ ਮੈਂ। ਕਹਿੰਦੀ ਆ ਗਿਆ? ਕਹਿੰਦਾ ਹਾਂ ਬਸ ਹਾਰਿਆ ਮੈਂ 1 ਰੁਪਈਆ। ਇਹ ਨੀ ਦੱਸਦਾ ਮੈਨੂੰ ਲੱਖ ਹੋ ਗਿਆ ਸੀ। ਉਹ ਕਹਿੰਦੇ ਵੀ ਤੂੰ ਜਿਹੜਾ ਲੈ ਕੇ ਗਿਆ ਸੀ ਤੂੰ ਉਹ ਵੀ ਗਵਾ ਹੈ। ਉਹ ਆਤਮਾ ਨੂੰ ਵੀ ਉੱਥੇ ਛੱਡ ਆਇਆ ਤੂੰ, ਬਸ ਜਿਹੜੀ ਤੈਨੂੰ ਭੇਜੀ ਸੀ ਤੈਨੂੰ ਅਪਗ੍ਰੇਡ ਹੋਣ ਵਾਸਤੇ, ਤੂੰ ਉਹ ਵੀ ਤੂੰ ਖਾਲੀ ਮੋੜਤੀ ਉੱਤੇ। ਤੇ ਉਹ ਜਨਮ ਜੂਏ ਹਾਰੇ ਦੇ ਵਿੱਚ ਉਹ ਇਸ ਤਰ੍ਹਾਂ ਲੋਕੀ ਆਪਣੀ ਆਤਮਾ ਵੀ ਗਵਾ ਬੈਠਦੇ ਆ। ਤੇ ਉਹ ਡਾਇਰੈਕਸ਼ਨਲੈਸ ਹੋ ਕੇ ਇਹ ਸਾਰੀ ਗੱਲ ਦੱਸ ਰਹੇ ਨੇ। ਫਿਰ ਉਹ ਕਹਿੰਦੇ ਵੀ ਜੇ ਤੂੰ ਗਿਆਨ ਲੈਣਾ ਤੇ ਗੁਰੂ ਤੋਂ ਬਿਨਾਂ ਤੈਨੂੰ ਗਿਆਨ ਨਹੀਂ ਹੋ ਸਕਦਾ। ਗੁਰੂ ਕੌਣ? ਜਿਨ੍ਹਾਂ ਨੇ ਯਾਤਰਾ ਕਰ ਲਈ। ਉਹ ਜੋ ਆ ਬਾਣੀਆਂ ਦੇਖੋ 36 ਬ੍ਰਹਮ ਗਿਆਨੀ ਜਿਨ੍ਹਾਂ ਨੇ ਯਾਤਰਾ ਕੀਤੀ, ਉਹ ਹੀ ਆਪਣਾ ਗਿਆਨ ਦੇ ਰਹੇ ਨੇ ਆਪਾਂ ਨੂੰ। ਤੇ ਇਹਨਾਂ ਦੇ ਪਿੱਛੇ ਲੱਗੀਏ, ਘੱਟੋ ਘੱਟ ਇਹਨਾਂ ਦੇ ਅਨੁਸਾਰ ਕਾਰਵਾਈ ਕਰੀਏ, ਉਹੀ ਸਤਿਗੁਰ ਦੀ ਸੇਵਾ। ਹਾਂਜੀ ਹਾਂਜੀ ਜੀ। ਤੇ ਇਸ ਤੋਂ ਅੱਗੇ ਜਿਹੜਾ ਹੈਗਾ ਪੌੜੀ ਆ, ਗੁਰਕੀ ਸਾਹਿਬ ਆ ਗਏ ਆ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਨਿੱਜਰ ਸਾਹਿਬ ਭਾਜੀ ਠੀਕ ਹੈ, ਆਪ ਅੱਗੇ ਚਲੋ ਨਿੱਜਰ ਸਾਹਿਬ। ਹਾਂਜੀ ਪੌੜੀ ਲੈ ਰਹੇ ਹਾਂ ਜੀ। ਇਹ ਪੌੜੀ ਦੇ ਵੈਸੇ ਸ਼ਲੋਕ ਦੇ ਵਿੱਚ ਦੋਨਾਂ ਦੇ ਵਿੱਚ ਮਹਾਰਾਜ ਨੇ ਮਨਮੁਖ ਔਰ ਜਿਹੜਾ ਹੈਗਾ ਨਿੰਦਕ ਦੇ ਬਾਰੇ ਜਾਣਕਾਰੀ ਦਿੱਤੀ ਸੀਗੀ ਆਪਾਂ ਨੂੰ। ਤੇ ਉਹ ਜਿਹੜੇ ਹੈਗੇ ਆ ਨਿੰਦਾ ਕਰਕੇ ਜਿਹੜੇ ਹੈਗੇ ਆ, ਨਿੰਦਕ ਜਿਹੜੇ ਹੈਗੇ
ਕਿਉਂਕਿ ਉਹ ਲਿੰਕ ਹੈਗੀ, ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਜਿਹੜੇ ਸਤਿਗੁਰੂ ਹੁੰਦੇ, ਗੁਰੂ ਹੁੰਦੇ ਆ, ਇਹ ਲਿੰਕ ਹੈਗੇ ਇਨਸਾਨ ਦੇ ਵਿੱਚ ਔਰ ਪਰਮਾਤਮਾ ਦੇ ਵਿੱਚ। ਪੌੜੀ ਹੈਗੀ, ਇਹੀ ਪੌੜੀ ਆ। ਜੇ ਪੌੜੀ ਆਪਾਂ ਹਟਾ ਦਈਏ ਤੇ ਆਪਾਂ ਤਾਂ ਉੱਪਰ ਜਾ ਹੀ ਨਹੀਂ ਸਕਦੇ। ਤੇ ਹੁਣ ਆਹ ਪੌੜੀ, ਇਹ ਪੌੜੀ ਆ। ਫਿਰ ਆਹ ਪੌੜੀ ਦੀ ਗੱਲ ਕਰ ਰਹੇ। ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਹਿੰਦੇ ਉਹਨਾਂ ਦੇ ਚਿੱਤ ਕਠੋਰ ਆ ਭਾਈ, ਉਹਨਾਂ ਦੇ ਜਿਹੜੇ ਹੈਗੇ ਨਹੀਂ, ਜਿਹੜੇ ਹੈਗੇ ਉਹਨਾਂ ਨੂੰ ਗੁਰੂ ਦੀ ਗੱਲ ਸੁਣਨੀ ਨਹੀਂ, ਵਿਚਾਰਨੀ ਤਾਂ ਕੀ ਆ, ਔਰ ਇੰਪਲੀਮੈਂਟ ਜਿਹੜੇ ਆਪਣੇ ਜੀਵਨ ਦੇ ਵਿੱਚ ਘਟਾਉਣੀ, ਉਹ ਤਾਂ ਬਹੁਤ ਦੂਰ ਦੀ ਗੱਲ ਆ। ਕਹਿੰਦੇ ਉਹ ਬੈਠਦੇ ਵੀ ਨਹੀਂ ਆ ਗੁਰੂ ਦੇ ਕੋਲ। ਪਹਿਲੀ ਗੱਲ ਤਾਂ ਉਹਨਾਂ ਨੇ ਸਾਧ ਸੰਗਤ ਦੇ ਵਿੱਚ ਜਾਣਨਾ, ਉਹਨਾਂ ਦਾ ਮਨ ਹੀ ਨਹੀਂ ਕਰਨਾ ਜਾਣ ਦੇ ਵਾਸਤੇ। ਫਿਰ ਕਿਤੇ ਭੁਲੇਖੇ ਨਾਲ ਚਲੇ ਵੀ ਗਏ ਹੋਣ ਤੇ ਉੱਥੇ ਫਿਰ ਬੜਾ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਉਹ ਹਵਾਸੀਆਂ ਆਉਣ ਲੱਗ ਜਾਂਦੀਆਂ। ਫਿਰ ਇੱਧਰ ਉੱਧਰ ਦੇਖ ਕੇ ਇੱਧਰ ਨੂੰ ਹੁੰਦੇ ਆ, ਉੱਧਰ ਨੂੰ ਹੁੰਦੇ ਆ, ਗੋਡਾ ਸਿੱਧਾ ਕਰਦੇ ਆ, ਕਿਤੇ ਕੁਛ ਕਰਦੇ ਆ, ਬਸ ਉਹ ਟਾਈਮ ਪਾਸ ਕਰਦੇ ਆ ਆਪਣਾ। ਪੌੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਕਿਉਂਕਿ ਉਹਨਾਂ ਦੇ ਚਿੱਤ ਦੇ ਵਿੱਚ ਝੂਠ ਆ, ਠੱਗੀ ਆ, ਉਹਨਾਂ ਦੇ ਸਵਾਦ ਆ, ਉਹਨਾਂ ਦੇ ਚਿੱਤ ਦੇ ਵਿੱਚ ਤਾਂ ਜਿਹੜਾ ਹੈਗਾ ਸਾਰੇ ਪਦਾਰਥ ਹੈਗੇ, ਤੇ ਉਹ ਤਾਂ ਕੂੜ ਹੈਗਾ। ਕੁੜਿਆਰ ਜਿਹੜੇ ਹੈਗੇ ਆ ਉਹ ਤਾਂ ਫਿਰ ਜਿਹੜੇ ਹੈਗੇ ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਉਹਨਾਂ ਨੂੰ ਉਦਾਸੀ ਹੋ ਜਾਂਦੀ, ਉਹਨਾਂ ਦਾ ਟੇਸਟ ਹੀ ਨਹੀਂ ਹੈਗਾ, ਉਹਨਾਂ ਨੂੰ ਇੰਟਰਸਟ ਨਹੀਂ ਹੈਗਾ ਉਸ ਚੀਜ਼ ਦੇ ਵਿੱਚ। ਉਹ ਜਿੱਥੇ ਕੂੜ ਹੋਏ, ਜਿੱਥੇ ਝੂਠ ਹੋਏ, ਜਿੱਥੇ ਸਵਾਦ ਆਕਾਰ ਪਦਾਰਥ ਜਿਹੜੇ ਹੈਗੇ ਗੱਲ ਹੋਏ ਜਿੱਥੇ, ਤੇ ਉੱਥੇ ਦੇਖੋ ਕਿਵੇਂ ਖਿੜਦੇ ਆ। ਓਏ ਵੱਲ ਛਲ ਕਰ ਚੱਤ ਕੱਢਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਕਹਿੰਦੇ ਬੜੀ ਮੁਸ਼ਕਲ ਨਾਲ ਭਾਈ, ਬੜੀ ਮੁਸ਼ਕਲ ਨਾਲ ਉੱਥੇ ਜਿਹੜਾ ਥੋੜ੍ਹਾ ਜਿਹਾ ਟਾਈਮ ਜਿਹੜਾ ਹੈਗਾ ਵੱਲ ਛਲ ਕਰਕੇ ਆਪਣਾ ਟਾਈਮ ਪਾਸ ਕਰਦੇ ਆ। ਵਾਪਸ ਫਿਰ ਜਿਹੜੇ ਹੈਗੇ ਆਪਣੇ ਮਿੱਤਰਾਂ ਦੇ ਕੋਲ, ਝੂਠਿਆਂ ਦੇ ਕੋਲ, ਕੁੜਿਆਰਾਂ ਦੇ ਕੋਲ ਚਲੇ ਜਾਂਦੇ ਆ, ਉਹਨਾਂ ਦੇ ਕੋਲ ਉਹਨਾਂ ਦੀ ਸੰਗਤ ਭਰਪੂਰ ਕਰਦੇ ਆ। ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋਲ ਨਿਰਜਾਸ। ਨਿਰਜਾ ਕਹਿੰਦੇ ਤਕੜੀ। ਕਹਿੰਦੇ ਪਿਆਰਿਓ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਤੋਲ ਕੇ, ਤਕੜੀ ਤੇ ਤੋਲ ਕੇ ਆਹ ਗੱਲ ਦੇਖ ਲਓ ਬਈ ਸੱਚ ਜਿਹੜਾ ਹੈਗਾ ਕੂੜ ਦੇ ਨਾਲ, ਝੂਠ ਦੇ ਨਾਲ ਜਿਹੜਾ ਹੈਗਾ। ਪ੍ਰਭਜੀਤ ਆਪਣਾ ਬੰਦ ਕਰ ਦਿਓ ਮਾਈਕ। ਪ੍ਰਭਜੀਤ ਮਾਈਕ ਬੰਦ ਕਰ ਦਿਓ। ਪ੍ਰਭਜੀਤ ਕੌਰ ਜੀ ਤੁਹਾਡਾ ਮਾਈਕ ਔਨ ਜੇ। ਤੁਹਾਡਾ ਮਾਈਕ ਔਨ ਹੈ ਮਾਂ ਬੇਟੀਆਂ ਦਾ। ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ। ਕਹਿੰਦੇ ਤਕੜੀ ਲਿਜਾ ਕੇ, ਤਕੜੀ ਦੇ ਉੱਤੇ ਤੋਲ ਕੇ ਆਪਣੇ ਮਨ ਦੇ ਵਿੱਚ ਦੇਖ ਲਓ ਸੱਚ ਜਿਹੜਾ ਹੈਗਾ ਕੂੜ ਦੇ ਨਾਲ ਨਹੀਂ ਗੱਡਿਆ ਜਾ ਸਕਦਾ, ਨਹੀਂ ਮਿਲਦਾ। ਸੱਚ ਜਿਹੜਾ ਹੈਗਾ, ਖੋਟ ਜਿਹੜੀ ਹੈਗੀ ਆ ਖਰੇ ਦੇ ਨਾਲ ਨਹੀਂ ਮਿਲ ਸਕਦੀ ਭਾਈ। ਵਿੱਚ ਸੱਚ ਦੇ ਵਿੱਚ ਕੂੜ ਨਹੀਂ ਰਲਦਾ। ਤਕੜੀ ਤੇ ਤੋਲ ਕੇ ਦੇਖ ਲਓ। ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਆਹ ਦੇਖ ਲਓ ਭਾਈ, ਜਿਹੜੇ ਝੂਠੇ ਸੀ, ਕੂੜੇ ਸੀਗੇ, ਉਹ ਆ ਗਏ ਸੀ ਧੋਖੇ ਦੇ ਨਾਲ ਸੰਗਤ ਦੇ ਵਿੱਚ। ਫੇਰ ਵਾਪਸ ਜਾ ਕੇ ਕਿੱਥੇ ਪਹੁੰਚ ਗਏ? ਆਪਣੀ ਸੰਗਤ ਦੇ ਵਿੱਚ ਪਹੁੰਚ ਗਏ ਭਾਈ, ਕੁਸੰਗਤ ਦੇ ਵਿੱਚ। ਕੁੜਿਆਰੀ ਜਾਏ ਰਲੇ, ਕੁੜਿਆਰਾਂ ਦੇ ਨਾਲ ਫਿਰ ਜਾ ਕੇ ਰਲ ਗਏ। ਤੇ ਸਚਿਆਰ ਸਿੱਖ ਜਿਹੜੇ ਸੱਚ ਦੇ ਆਸ਼ਿਕ ਸੀਗੇ, ਉਹ ਕਿੱਥੇ ਆ? ਉਹ ਬੈਠੇ ਸਤਿਗੁਰ ਪਾਸ। ਉਹ ਗੁਰੂ ਦੇ ਕੋਲ ਬੈਠੇ ਆ ਭਾਈ, ਉਹ ਲੈ ਰਹੇ ਗੁਰੂ ਦੀ ਮੱਤ, ਗੁਰੂ ਦਾ ਗਿਆਨ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਿਲਕੁਲ। ਉਹ ਕਹਿ ਰਹੇ ਨੇ ਜਿਹਦਾ ਬੰਦੇ ਦਾ ਹਿਰਦਾ ਕਠੋਰ ਆ, ਉਹਨੇ ਗਿਆਨ ਕਿੱਥੋਂ ਲੈਣਾ? ਬਿਲਕੁਲ। ਉਹ ਆਤਮਾ ਦੇ ਕੋਲ ਜਾਊਗਾ, ਕਿਉਂਕਿ ਆਤਮਾ ਦਾ ਗਿਆਨ ਜਿੱਥੇ ਹੁੰਦਾ ਹੈ, ਜਿੱਥੇ ਗੱਲਬਾਤ ਚੱਲਦੇ ਆ, ਤੇ ਉੱਥੇ ਮਾੜੇ ਕਰਮਾਂ ਤੋਂ ਮੁਕਤ ਹੋਣ ਦੇ ਲਈ ਸਲਾਹ ਦਿੰਦੇ ਆ। ਤੇ ਜਿਹੜਾ ਬੰਦਾ ਖੁਦ ਪਾਪ ਦੇ ਵਿੱਚ ਬੈਠਾ ਹੈ, ਉਹ ਇਹੋ ਜਿਹੀ ਗੱਲਾਂ ਸੁਣਦਾ, ਉੱਥੋਂ 9 ਤੋਂ 11 ਹੋ ਜਾਂਦਾ। ਕਿਉਂਕਿ ਇੱਥੇ ਹਲਚਲ ਪੈਦਾ ਹੋ ਜਾਂਦੀ ਹੈ ਨਾ। ਇਸ ਕਰਕੇ ਉਹਨੇ ਕਿੱਥੇ ਉਹ ਗੱਲ ਸੁਣਨੀ। ਠੀਕ ਹੈ ਜੀ। ਹੁਣ ਦੇਖੋ, ਇਹ ਚੀਜ਼ ਨੂੰ ਆਪ ਸਮਝੀਏ, ਜਿੱਥੇ ਸੱਚ ਵਰਤਦਾ ਹੈ ਉੱਥੇ ਉਹਦੀ ਦਾਲ ਨਹੀਂ ਗਲਦੀ। ਇਸ ਕਰਕੇ ਕੀ ਕਰਦਾ ਹੈ,
ਉਹ ਬੰਗਲਾ ਭਗਤ ਬਣ ਜਾਂਦਾ। ਜੇਕਰ ਬੈਠਾ ਵੀ ਹੈ ਨਾ, ਉਹਦੇ ਪਿੱਛੇ ਉਹਦਾ ਕੋਈ ਸਵਾਰਥ ਆ, ਐਵੇਂ ਨਹੀਂ ਬੈਠਾ ਉਹ। ਇਹਦਾ ਮਤਲਬ ਇਹ ਆ ਕਿ ਧਾਰਮਿਕ ਸਥਾਨਾਂ ਤੇ ਵੀ ਇੱਕ ਠੋਰ ਮਨੁੱਖ ਰਹਿੰਦੇ ਨੇ, ਉਹ ਇਸ ਕਰਕੇ ਉੱਥੇ ਬੈਠੇ ਨੇ, ਨਾ ਕਿ ਉਹਨਾਂ ਦੇ ਮਨ 'ਚ ਕੋਈ ਭਗਤੀ ਭੁਗਤੀ ਦਾ ਕੋਈ ਮਤਲਬ ਹੈ, ਨਾ ਉਹ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਆ, ਨਾ ਉਹ ਮਰਨ ਜਮਨ ਤੋਂ ਮੁਕਤ ਹੋਣ ਦੀ ਪਰੇ ਵਿਚਾਰ ਕਰਦੇ ਆ। ਉਹ ਉੱਥੇ ਇਸ ਕਰਕੇ ਬੈਠੇ ਆ ਕਿਉਂਕਿ ਉੱਥੇ ਕੁਛ ਉਹਨਾਂ ਨੂੰ ਪ੍ਰਾਪਤ ਹੋ ਰਿਹਾ, ਸੰਸਾਰ ਦੇ ਸੁੱਖ ਮਿਲਦੇ ਆ। ਇਹ ਪਲੀਜ਼ ਆਪਾਂ ਅੰਡਰਸਟੈਂਡ ਕਰੋ, ਇਹ ਲੋਕ ਉੱਥੇ ਤਾਂ ਬੈਠੇ ਨੇ, ਨਾ ਕਿ ਉਹ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ। ਏਦਾਂ ਦਾ ਉਹਨਾਂ ਦੇ ਮਨ 'ਚ ਕੋਈ ਚਿੰਤਨ ਨਹੀਂ ਹੈਗਾ। ਹੁਣ ਬਾਣੀ ਬਾਰ-ਬਾਰ ਆਪਾਂ ਨੂੰ ਕਹਿੰਦੀ ਆ ਕਿ ਤੁਸੀਂ ਚੰਗੀ ਸੰਗਤ ਕਰੋ, ਗੁਰਮੁਖਾਂ ਦੀ ਸੰਗਤ ਕਰਨੀ ਹੈ, ਆਮ ਸਧਾਰਨ ਸੰਗਤ ਨਹੀਂ ਕਰਨੀ, ਮਨਮੁਖਾਂ ਦੀ ਸੰਗਤ ਨਹੀਂ ਕਰਨੀ। ਉਹ ਕਿਉਂ? ਕਿਉਂਕਿ ਦੇਖੋ ਬਾਣੀ ਦੇ ਵਿੱਚ ਦੂਸਰੀ ਤਰਫ ਇਹ ਦੱਸਿਆ ਗਿਆ ਹੈ ਕਿ ਜਿਹੜੇ ਮਨੁੱਖਾਂ ਦਾ ਕੋਈ ਆਪਣਾ ਅਨੁਭਵ ਹੈ, ਜੇਕਰ ਤੇ ਉਹ ਬੋਲਦਾ ਹੈ ਤੇ ਬਿਲਕੁਲ ਸਹੀ ਹੈ, ਪਰ ਜਿਸ ਬੰਦੇ ਨੇ ਕੋਈ ਅਨੁਭਵ ਹੀ ਨਹੀਂ ਕੀਤਾ, ਬੱਚੇ ਨੂੰ ਜਨਮ ਨਹੀਂ ਦਿੱਤਾ ਇੱਕ ਔਰਤ ਨੇ, ਔਰ ਜੇਕਰ ਉਹ ਤੁਹਾਨੂੰ ਸਲਾਹ ਦੇਵੇ ਕਿ ਬੱਚੇ ਏਦਾਂ ਪੈਦਾ ਹੁੰਦਾ ਹੈ, ਤੇ ਉਹਦਾ ਗਿਆਨ ਜਿਹੜਾ ਹੈ ਉਹ ਤੁਹਾਡੇ ਬਹੁਤੇ ਕੰਮ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਕਿਉਂਕਿ ਉਹਨੂੰ ਪਤਾ ਨਹੀਂ ਹੈ, ਉਹਨੇ ਕਿਤਾਬ ਪੜ੍ਹ ਲਈ ਹੈ, ਬਸ ਕਿਤਾਬਾਂ ਚੋਂ ਪੜ੍ਹ ਕੇ ਤੁਹਾਨੂੰ ਉਹ ਟ੍ਰੇਨਿੰਗ ਦੇ ਰਹੇ। ਹੋ ਸਕਦਾ ਹੈ ਕਿ ਸੰਸਾਰੀ ਗਿਆਨ ਥੋੜਾ ਬਹੁਤਾ ਤੁਹਾਡੀ ਮਦਦ ਕਰ ਦੇ, ਪਰ ਅਧਿਆਤਮਿਕ ਜਿਹੜਾ ਗਿਆਨ ਆ ਉਹ ਤੇ ਰੂਪ ਤੇ ਰੰਗ ਤੇ ਰੇਖ ਤੇ ਪਰੇ ਵਾਲੀ ਗੱਲ ਹੈ। ਉੱਥੇ ਕਿਤਾਬੀ ਗਿਆਨ ਕੰਮ ਨਹੀਂ ਆਉਂਦਾ, ਉੱਥੇ ਤੁਹਾਨੂੰ ਖੁਦ ਜਾਣਾ ਪੈਣਾ, ਔਰ ਪ੍ਰੈਕਟੀਕਲ ਉਹ ਅਨੁਭਵ ਦਾ ਵਿਸ਼ਾ ਹੈ। ਠੀਕ ਹੈ ਜੀ, ਬਿਲਕੁਲ। ਹੁਣ ਇਹ ਕਹਿੰਦੇ ਇੱਥੇ ਕਹਿੰਦੇ ਉੱਥੇ ਸੱਚ ਵਰਤਦਾ ਕੂੜ ਚਿੱਤ ਉਦਾਸ। ਹੁਣ ਜਿੱਥੇ ਸੱਚ ਵਰਤੇਗਾ, ਜਿੱਥੇ ਸੱਚ ਦੇ ਵਿੱਚ ਆਪਾਂ ਰਹਿਣਾ ਹੈ, ਹੁਣ ਸੱਚ ਦੀ ਗੱਲ ਚੱਲਣੀ ਹੈ। ਸੱਚ ਤੇ ਇਹ ਕਹਿੰਦੇ ਆ ਕਿ ਧਰਮ ਨੂੰ ਆਪਣੇ ਜੀਵਨ ਚ ਲਿਆ। ਹੁਣ ਕੂੜ ਨੂੰ ਉੱਥੇ ਚੰਗਾ ਥੋੜੀ ਲੱਗਣਾ। ਕੂੜ ਨੇ ਕਹਿਣਾ ਹੈ ਕਿ ਬਈ ਇੱਥੇ ਤੇ ਜਿਹੜਾ ਚੈਨਲ ਹੋ ਰਿਹਾ ਔਰ ਮੇਰਾ ਚੈਨਲ ਜਿਹੜਾ ਵਾ ਉਹ ਅਲੱਗ ਆ। ਇਸ ਕਰਕੇ ਤੁਸੀਂ ਕਿਸੇ ਬੰਦੇ ਨੂੰ ਕਹੋਗੇ ਨਾ, ਆਮ ਬੰਦੇ ਨੂੰ, ਕਿਸੇ ਸੰਸਾਰੀ ਬੰਦੇ ਨੂੰ, ਮਨਮੁਖ ਨੂੰ ਕਹਿ ਲਓ, ਉਹ ਮਨਮੁਖ ਦਾ ਮਤਲਬ ਇੱਥੇ ਕੋਈ ਮਨਮੁਖ ਕੋਈ ਸਪੈਸ਼ਲ ਨਹੀਂ ਹੈਗਾ। ਇਹ ਭੀੜ ਜਿਹੜੀ ਹੈ ਸਭ ਮਨਮੁਖਾਂ ਦੀ ਆ। ਇਹ ਜਿਹੜੇ ਗੁਰਦੁਆਰੇ ਤੁਰੇ ਫਿਰਦੇ, ਮੰਦਿਰਾਂ 'ਚ ਤੁਰੇ ਫਿਰਦੇ, ਤੁਸੀਂ ਇਹਨਾਂ ਨੂੰ ਗੁਰਮੁਖ ਥੋੜੀ ਸਮਝਦੇ ਜੋ। ਤੁਸੀਂ ਸਮਝਦੇ ਜੋ ਗੁਰਮੁਖ ਥੋੜੀ ਹੈਗੇ ਹੋ। ਬਾਹਰੋਂ ਭੇਸ ਬਦਲਿਆ। ਦੇਖੋ ਪਲੀਜ਼ ਅੰਡਰਸਟੈਂਡ ਕਰੋ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਕੁਐਸਚਨ ਮਾਰਕ ਕੀਤਾ, ਇਹ ਜਿਹੜਾ ਜਨੇਊ ਤੁਸੀਂ ਮੈਨੂੰ ਪਾ ਰਹੇ ਜੋ, ਐਕਚੁਅਲੀ ਜੇ ਕੋਈ ਆਤਮਿਕ ਲੈਵਲ ਦੀ ਗੱਲ ਹੈ ਤਾਂ ਆਪਾਂ ਉਹ ਸਾਂਝੀ ਕਰੀਏ ਤਾਂ ਵਧੀਆ ਚੀਜ਼ ਹੈ। ਇਹ ਜਿਹੜਾ ਫਿਜ਼ੀਕਲੀ ਤੁਸੀਂ ਮੈਨੂੰ ਰੂਪ ਦੇਣਾ ਚਾਹੁੰਦੇ ਜੋ, ਇਹ ਕੇਵਲ ਦਿਖਾਵਾ ਵਾ। ਹਾਂ, ਸੰਸਾਰ ਦੀ ਨਜ਼ਰ 'ਚ ਬਹੁਤ ਰਿਸਪੈਕਟ ਆ। ਤੁਸੀਂ ਮੈਨੂੰ ਵੇਖ ਲਓ, ਮੈਂ ਇੱਕ ਚਿੱਟਾ ਸੂਟ ਪਾ ਲਾਂ, ਫਿਜ਼ੀਕਲੀ ਦਾੜੀ ਲੰਬੀ ਕਰ ਲਾਂ, ਪਲੀਜ਼ ਮਾਈਂਡ ਨਹੀਂ ਕਰਨਾ। ਜਦੋਂ ਆਪਾਂ ਇੱਥੇ ਕਥਾ ਕਰ ਰਹੇ ਹਾਂ ਤੇ ਬੜੇ ਉੱਚ ਲੈਵਲ ਦੀ ਗੱਲ ਕਰਨੀ ਆ। ਆਪਾਂ ਜਨਰਲ ਗੱਲ ਕਰਦੇ ਹਾਂ, ਇੱਕ ਬੰਦੇ ਦੀ ਇੰਡੀਵਿਜੂਅਲ ਗੱਲ ਨਹੀਂ ਕਰਦੇ। ਇੱਥੇ ਮੈਂ ਹੱਥ 'ਚ ਕਮੰਡਲ ਫੜ ਲੈਣਾ, ਹੋਰ ਜੋ ਵੀ ਮਾਲਾ ਮੂਲਾ ਪਾ ਲੈਣਾ, ਵਧੀਆ ਮਾਲਾ ਪਾ ਲੈਣਾ, ਸੁੱਚੇ ਮੋਤੀਆਂ ਦੀ ਪਾ ਲੈਣਾ। ਇੱਥੇ ਲਾਗੇ ਮੈਂ ਇੱਕ ਧੂਣੀ ਥਕਾ ਕੇ ਬਹਿ ਜਾਣਾ, ਪੂਰਾ ਐਟਮੋਸਫੀਅਰ ਆਸ਼ਰਮ ਵਰਗਾ ਬਣਾ ਲੈਣਾ। ਤੁਸੀਂ ਵੇਖੋਗੇ 2 4 5 7 ਬੰਦੇ ਆਟੋਮੈਟਿਕਲੀ ਮੇਰੇ ਕੋਲ ਆ ਜਾਣੇ ਆ, ਕਿਉਂਕਿ ਮੇਰਾ ਬਾਹਰੀ ਰੂਪ ਏਡਾ ਵਧੀਆ, ਏਡਾ ਛਲ, ਏਡਾ ਮਤਲਬ ਪਾਲਿਸ਼ ਕੀਤਾ, ਏਡਾ ਵਧੀਆ ਮੇਕਅਪ। ਇਹ ਚੀਜ਼ ਨੂੰ ਆਪ ਨੋਟਿਸ ਕਰੋ। ਮੈਂ ਹਜੂਰ ਸਾਹਿਬ ਜਦੋਂ ਗਿਆ ਨਾ, ਨਿੱਜਰ ਸਾਹਿਬ, ਇਹ ਕਾਫੀ ਪੁਰਾਣੀ ਗੱਲ ਆ। ਹਾਂਜੀ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋਗੇ। ਉੱਥੇ ਨਾ ਕਈ ਲੋਕਾਂ ਨੇ ਵੇਖੀ ਛੋਟੇ ਆਪਣੇ ਗੁਰਦੁਆਰੇ ਤਿਆਰ ਕਰਦੇ ਆ, ਮੇਰੀ ਨਜ਼ਰ ਸਾਹਮਣੇ ਤਿਆਰ ਹੋ ਰਹੇ ਨੇ। ਬਿਲਕੁਲ ਕੀਤੇ ਆ ਜੀ, ਬਿਲਕੁਲ ਕੀਤੇ। ਜ਼ਮੀਨ ਲਈ ਹੋਈ ਆ, ਉੱਥੇ ਲੰਗਰ ਲੱਗਦਾ ਹੈ, ਬਸ ਸਾਰਾ ਜਿਹੜਾ ਹੈਗਾ ਜਾ ਕੇ ਉਹ ਕਈ ਜਗ੍ਹਾ ਤੇ ਹੈਗੇ, ਦੂਰ ਸਾਰੇ ਮੈਂ ਦੇਖ ਕੇ ਆਇਆ, ਕਈ ਵਾਰੀ ਗਿਆ। ਹਾਂ, ਹੁਣ ਉਹ ਜਿਹੜੇ ਗੁਰਦੁਆਰੇ ਉਦੋਂ ਮੇਰੀ ਨਜ਼ਰ ਤਿਆਰ ਹੋਏ, ਮੰਨ ਲਓ ਉਹ 10 ਸਾਲਾਂ ਬਾਅਦ ਜਿਹੜੇ ਲੋਕ ਆ ਰਹੇ ਨੇ, ਉਹਨਾਂ ਨੂੰ ਥੋੜੀ ਪਤਾ ਕਿ ਧਾਰਮਿਕ ਗੁਰਦੁਆਰਾ ਜਾਂ ਕੀ ਕਹਾਣੀ ਹੈ, ਕੀ ਇਹਦੀ ਹਿਸਟਰੀ ਆ। ਉਹਨੇ ਉਹਨੂੰ ਐਜ਼ ਏ ਧਾਰਮਿਕ ਗੁਰਦੁਆਰੇ ਦੇ ਤੌਰ ਤੇ ਹੀ ਐਕਸੈਪਟ ਕਰ ਲੈਣਾ ਹੈ। ਬਿਲਕੁਲ ਕਰ ਲੈਣਾ ਹੈ, ਕਿਉਂਕਿ ਬਾਹਰੀ ਭੇਸ ਹੈ ਨਾ, ਉਹਨੂੰ ਵਿਚਾਰੇ ਨੂੰ ਕੀ ਪਤਾ ਹੈ ਕਿ ਇੱਥੇ ਗੁੰਬਕ ਬਣਿਆ, ਅੰਦਰ ਕੀ ਗੇਮ ਹੈ। ਅੰਦਰ ਤੇ ਗੇਮ ਹੋ ਰਿਹਾ, ਉਹ ਜਸਟ ਇੱਕ ਡੈਕੋਰੇਸ਼ਨ ਕੀਤੀ ਹੁੰਦੀ ਹੈ। ਤੇ ਇਹ ਇੱਥੇ ਜਿਹੜੀ ਗੱਲ ਚੱਲਦੀ ਹੈ, ਬਾਹਰੀ ਭੇਸ ਦੀ ਗੱਲ ਬਹੁਤ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਰਿਜੈਕਟ ਕਰ ਦਿੱਤੀ ਸੀ।
ਜੇ ਉਹ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਹਾਂ 'ਚ ਹਾਂ ਭਰ ਦਿੰਦੇ ਤੇ ਜਨੇਊ ਅਸੈਪਟ ਕਰ ਲੈਣਾ ਚਾਹੀਦਾ ਸੀ ਉਹਨਾਂ ਨੂੰ। ਬਿਲਕੁਲ। ਉਹ ਫਿਰ ਉਹਨਾਂ ਨੇ ਦੇਖੋ ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ ਪਲੀਜ਼। ਬਾਣੀ ਬੜੀ ਕਲੀਅਰ ਗੱਲ ਕਰਦੀ ਆ, ਉੱਥੇ ਕੋਈ ਬੇਵਕੂਫੀ ਵਾਸਤੇ ਜਗ੍ਹਾ ਨਹੀਂ ਜੀ ਹੈਗੀ, ਅੰਧ ਵਿਸ਼ਵਾਸ ਵਾਸਤੇ ਬਿਲਕੁਲ ਜਗ੍ਹਾ ਨਹੀਂ ਹੈਗੀ। ਬਾਣੀ ਖੁਦ ਕਹਿੰਦੀ ਆ ਅਕਲੀ ਸਾਹਿਬ ਸੇਵੀਏ, ਅਕਲੀ ਕੀਜੀਏ ਦਾਨ। ਤੂੰ ਇਹ ਨਹੀਂ ਕਿ ਤੂੰ ਕਿੱਥੇ ਵੀ ਦਾਨ ਕਰ ਦੇਂਗਾ ਤੇਰਾ ਸਵੀਕਾਰ ਹੋਊਗਾ। ਜੇ ਤੁਸੀਂ ਕਿਸੇ ਗਲਤ ਬੰਦੇ ਨੂੰ ਦਾਨ ਕੀਤਾ ਜੇ ਉਹਦੇ ਪਾਪਾਂ ਦੇ ਵਿੱਚ ਤੂੰ ਹਿੱਸੇਦਾਰ ਹੈ। ਆਪ ਪਲੀਜ਼ ਅੰਡਰਸਟੈਂਡ ਕਰੋ। ਤੁਸੀਂ ਕਿਸੇ ਗਲਤ ਬੰਦੇ ਨੂੰ, ਕਿਸੇ ਮਾੜੇ ਬੰਦੇ ਨੂੰ ਵੋਟ ਵੀ ਪਾ ਦਿੰਦੇ ਜੋ, ਔਰ ਤੁਹਾਨੂੰ ਪਤਾ ਹੈ ਬੰਦਾ ਮਾੜਾ ਹੈ, ਭਾਈ ਸਾਹਿਬ ਤੁਸੀਂ ਉਹਦੇ ਪਾਪਾਂ ਦੇ ਵਿੱਚ ਹਿੱਸਾ ਲੈਣਾ ਵਾ। ਔਰ 5 ਸਾਲ ਤੱਕ ਉਹਨੇ ਕਟਿੰਗ ਕਰਨੀ ਹੈ। ਫਿਰ ਇਹ ਕਿੱਥੇ ਬੈਠੇ ਜੋ ਤੁਸੀਂ ਵੋਟ ਨਹੀਂ ਵੀ ਪਾ ਕੇ ਆਏ ਤਾਂ ਵੀ ਤੁਸੀਂ ਹਿੱਸਾ ਲੈ ਰਹੇ ਜੋ। ਅੰਡਰਸਟੈਂਡ ਕਰਦੇ ਜੋ ਧਰਮ ਕੀ ਕਹਿ ਰਿਹਾ। ਧਰਮ ਦਾ ਮਤਲਬ ਸੱਚ ਨੂੰ ਅੱਗੇ ਲਿਆਉਣਾ, ਬੁਰਾਈ ਨੂੰ ਪਿੱਛੇ ਕਰਨਾ। ਤੁਸੀਂ ਜੇਕਰ ਉੱਥੇ ਹਿੱਸਾ ਨਹੀਂ ਲੈ ਰਹੇ ਜਾਂ ਹਿੱਸਾ ਲੈ ਰਹੇ ਜੋ ਗਲਤ ਜਗ੍ਹਾ ਤੇ, ਤੁਸੀਂ ਜ਼ਿੰਮੇਵਾਰ ਜੋ, ਕਿਉਂਕਿ ਤੁਸੀਂ ਗਲਤ ਚੀਜ਼ ਨੂੰ ਪ੍ਰਮੋਟ ਕਰ ਦਿੱਤਾ ਹੈ। ਆਪ ਪਲੀਜ਼ ਅੰਡਰਸਟੈਂਡ ਕਰਦੇ ਜੋ ਮੇਰੀਆਂ ਗੱਲਾਂ ਦਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ। ਧਰਮ ਬਹੁਤ ਵੱਡੀ ਗੱਲ ਹੈ। ਇਟ ਇਜ਼ ਅ ਵੈਰੀ ਬਿਗ ਥਿੰਗ। ਤੁਸੀਂ ਉਹ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਪਈ ਮਨਾ ਕਰਨ ਦੀ? ਛੱਡੋ ਖੜਾ, ਉਹ ਗੱਲ 'ਚ ਧਾਗਾ ਹੀ ਪਾਉਣਾ ਸੀ, ਪਾ ਲੈਂਦੇ, ਗੱਲ ਖਤਮ ਹੋ ਜਾਂਦੀ। ਆਖਰ ਤੇ ਉਹਨਾਂ ਨੇ ਮਨਾ ਕਰ ਦਿੱਤਾ, ਨਹੀਂ ਮੈਨੂੰ ਜੇ ਕੁਝ ਦੇਣਾ ਹੈ ਤੇ ਮੈਨੂੰ ਕੁਝ ਸੋਲਿਡ ਦਿਓ। ਮਨ ਦਾ ਮੇਰੇ ਨਾਲ ਜਾਵੇ, ਮਨ ਦਾ ਜਨੇਊ ਪਵਾਓ, ਮਨ ਨੂੰ ਬਣਾਓ। ਹਾਂ, ਕਿਉਂਕਿ ਮਾਣੀ ਤੇ ਸੰਕਲਪ ਤੇ ਵਿਕਲਪ ਜਿਹੜਾ ਕਰਦਾ, ਮਨ ਕਰਦਾ। ਮੇਰਾ ਮਨ ਨਹੀਂ ਕਰਦਾ ਅੱਜ ਚਾਹ ਪੀਵਾਂ, ਮੇਰਾ ਮਨ ਨਹੀਂ ਕਰਦਾ ਬਾਹਰ ਜਾਵਾਂ। ਇਹ ਤਾਂ ਮਤਲਬ ਮਨ ਦੀ ਪਰਮਿਸ਼ਨ ਚਾਹੀਦੀ ਆ ਕੰਮ ਕਰਨ ਵਾਸਤੇ। ਮਨ ਕਹਿੰਦਾ ਮੈਂ ਨਹੀਂ ਜਾਣਾ। ਹੁਣ ਇੱਥੇ ਅਧਿਆਤਮਿਕ ਦਾ ਮਤਲਬ ਹੈ ਕਿ ਤੁਹਾਡਾ ਮਨ ਕਿਤੇ ਗਲਤ ਜਗ੍ਹਾ ਤੁਰਨ ਦੀ ਕੋਸ਼ਿਸ਼ ਕਰੇ ਤੇ ਇਹਨੂੰ ਜਿੱਦਾਂ ਉਹਦੇ ਮੱਝਾਂ ਨੂੰ ਪਾਲਣ ਵਾਲੇ, ਬੱਕਰੀਆਂ ਨੂੰ ਪਾਲਣ ਵਾਲੇ, ਜਦੋਂ ਕਿਸੇ ਦੇ ਖੇਤ 'ਚ ਵੜਦੀਆਂ ਨੇ ਬੱਕਰੀਆਂ, ਭੇਡਾਂ, ਮੱਝਾਂ, ਤੇ ਉਹਨਾਂ ਨੂੰ ਰੋਕਦੇ ਆ। ਡੰਡਾ ਹੁੰਦਾ ਕੱਸ ਕੇ ਡੰਡਾ ਲਾ ਦਿੰਦੇ ਆ। ਹਾਂ, ਤੇ ਆਟੋਮੈਟਿਕਲੀ ਫਿਰ ਉਹ ਸੈਂਟਰ 'ਚ ਆ ਜਾਂਦੀਆਂ। ਸੋ ਇਸੇ ਹੀ ਤਰ੍ਹਾਂ ਜਿਹੜੀ ਇੰਦਰੀਆਂ ਨੇ ਉਹ ਭੇਡਾਂ ਬੱਕਰੀਆਂ ਨੇ। ਤੁਸੀਂ ਵੇਖੋ ਇਹਨਾਂ ਦੀਆਂ ਤੁਹਾਡੀਆਂ ਇੰਦਰੀਆਂ, ਤੁਸੀਂ ਬਾਹਰ ਜਾਓ, ਮੈਂ ਆਪਾਂ ਆਲਮੋਸਟ ਸਾਰੇ ਸੇਮ ਹੀ ਆ। ਥੋੜੇ ਤੁਸੀਂ ਮੇਰੇ ਤੋਂ 5-10 ਸਾਲ ਵੱਡੇ ਛੋਟੇ ਹੋਗੇ। ਬਾਜ਼ਾਰ ਜਾ ਕੇ ਵੇਖੋ ਤੁਹਾਡੀਆਂ ਇੰਦਰਾਂ ਕਿੱਦਾਂ ਛਲਾਂਗਾ ਮਾਰਦੀਆਂ, ਉੱਡ ਜਾਂਦੀਆਂ, ਕਿੱਦਾਂ ਰੂਪ ਨੂੰ ਤੱਕਦੀਆਂ, ਕਿੱਦਾਂ ਉਹ ਲੋਕਾਂ ਦੇ ਮਕਾਨਾਂ ਨੂੰ, ਗੱਡੀਆਂ ਨੂੰ ਕਿੱਦਾਂ ਚਮਕ ਆਉਂਦੀ ਹੈ। ਵੇਖੋ ਸੋਨਾ ਵੇਖੇ ਕਿੱਦਾਂ ਚਮਕ ਆਉਂਦੀ, ਪੈਸਾ ਵੇਖੇ ਕਿੱਦਾਂ ਚਮਕ ਆਉਂਦੀ। ਉਹ ਫਿਰ ਮਨ ਨਾਲ ਚੱਲ ਜਾਂਦਾ ਉੱਥੇ। ਮਨ ਤੇ ਲੰਡਰ ਹੈਗਾ, ਉੱਥੇ ਪਹੁੰਚ ਜਾਂਦਾ ਇੰਦਰੀ ਦੇ ਨਾਲ ਹੀ। ਬਿਲਕੁਲ, ਉੱਥੇ ਜਾ ਕੇ ਬਹਿ ਜਾਂਦਾ। ਹੁਣ ਤੁਸੀਂ ਘਰੇ ਵੀ ਆ ਗਏ ਜੋ, ਮਨ ਉੱਥੇ ਬੈਠਾ ਜੋ ਵੇਖਿਆ ਇਹਨੇ। ਨਿਜਰ ਸਾਹਿਬ ਬਿਲਕੁਲ ਸਹੀ ਆ। ਮਨ ਆਉਂਦਾ ਉੱਥੋਂ, ਮਨ ਤੇ ਉਹਦੀ ਫੋਟੋ ਖਿੱਚ ਲੈਂਦਾ। ਇਹ ਵਾਹ ਬੜੀ ਕਮਾਲ ਦੀ ਚੀਜ਼ ਹੈ, ਫੋਟੋ ਖਿੱਚੋ ਇਹਦੀ। ਫਿਰ ਉਹਨੂੰ ਯਾਦ ਕਰਦਾ, ਫਿਰ ਤੁਹਾਨੂੰ ਚੇਤੇ ਕਰਾਉਂਦਾ, ਚਲੋ ਉੱਥੇ ਚੱਲੀਏ। ਉਹ ਦੁਕਾਨ ਤੇ ਮੈਨੂੰ ਕਿਉਂ ਨਹੀਂ ਲੈ ਕੇ ਗਿਆ? ਉੱਥੇ ਦੁਕਾਨ ਤੇ ਫਲਾਨੀ ਚੀਜ਼ ਮਿਲਦੀ ਸੀ, ਤੂੰ ਕਿਉਂ ਮੈਨੂੰ ਲੈ ਕੇ ਨਹੀਂ ਆਇਆ? ਤੁਸੀਂ ਕਹਿੰਦੇ ਪੈਸੇ ਨਹੀਂ ਹੈਗੇ ਉਧਾਰ। ਉਹ ਕਹਿੰਦਾ ਮੈਨੂੰ ਨਹੀਂ ਪਤਾ, ਤੂੰ ਭਾਵੇਂ ਕਰਜ਼ਾ ਚੁੱਕ, ਚੱਲ ਕ੍ਰੈਡਿਟ ਕਾਰਡ ਯੂਜ਼ ਕਰ। ਤੁਸੀਂ ਕਹੋਗੇ ਭਾਈ ਤਨਖਾਹ ਥੋੜੀ ਆ, ਮੈਂ ਕਿੱਥੋਂ ਲਿਆਉਂਗਾ? ਉਹ ਕਹਿੰਦਾ ਮੈਂ ਨਹੀਂ ਜਾਣਦਾ, ਇਹਨੂੰ ਭੋਗ ਨੂੰ ਮੈਨੂੰ ਮੈਂ ਭੋਗਣਾ ਵਾ, ਬਾਅਦ ਚ ਵੇਖਾਂਗੇ। ਮਹੀਨੇ ਬਾਅਦ, ਮਹੀਨੇ ਦੇ ਬਿੱਲ ਦੇਣ ਦਾ ਟਾਈਮ ਆਉਂਦਾ, ਉੱਥੇ ਮਨ ਉੱਥੇ ਹੁੰਦਾ ਹੀ ਨਹੀਂ। ਪਰ ਉਦੋਂ ਭੋਗ ਦੇ ਟਾਈਮ ਤੇ 101% ਹੁੰਦਾ। ਸੋ ਆਪਾਂ ਪਲੀਜ਼ ਅੰਡਰਸਟੈਂਡ ਕਰੀਏ। ਜਨੇਊ ਦੀ ਗੱਲ ਉਦੋਂ ਚੱਲੀ ਸੀ। ਜਨੇਊ ਦਾ ਮਤਲਬ ਇਹ ਸੀ ਕਿ ਧਰਮ ਦਾ ਮਤਲਬ ਜਿਹੜੇ ਮਨੁੱਖ ਨੇ ਧਾਰਨ ਕੀਤਾ, ਆਪ ਅੰਡਰਸਟੈਂਡ ਕਰਦੇ ਜੋ। ਧਰਮ ਦਾ ਮਤਲਬ ਅਸੀਂ ਧਾਰਨ ਕਰਨਾ ਹੈ, ਕੋਈ ਕੱਪੜਾ ਨਹੀਂ, ਸੱਚ। ਬਾਣੀ ਕਹਿੰਦੀ ਹੈ ਨਾ, ਸੱਚ ਤੋਂ ਉਰੇ ਨਜਰ ਸਭ, ਅੱਗੇ ਬੋਲੋ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸੱਚ ਆਚਾਰ, ਤੇ ਸੱਚ ਆਚਾਰ ਕਿਹੜੇ ਆ? ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਉਹ ਕਹਿੰਦੇ ਗ੍ਰੰਥਾਂ ਦਾ ਰਟਨ ਮੈਨੂੰ ਵੀ ਪਤਾ, ਬੜਾ ਪਤਾ ਹੈ, ਤੈਨੂੰ ਸਾਰਾ ਗਿਆਨ। ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਪਤਾ ਕਿਹੜੇ ਪਾਂਡੇ ਨੂੰ ਸਭ ਕੁਝ ਗ੍ਰੰਥ ਆਉਂਦੇ ਆ। ਪਰ ਉੱਥੇ ਉਹਨਾਂ ਨੇ ਕਰਮ ਕਾਂਡ ਨੂੰ ਸਟਾਪ ਕੀਤਾ ਔਰ ਸਾਨੂੰ ਉਸ ਕਰਮ ਕਾਂਡ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਘੁੰਮ ਘੁਮਾ ਕੇ ਆਪਾਂ ਫਿਰ ਉੱਥੇ ਫਸ ਗਏ ਹਾਂ, ਉਲਟਾ ਹੋਰ ਜ਼ਿਆਦਾ ਗਹਿਰਾ ਫਸ ਗਏ ਹੋਵਾਂਗੇ। ਅੱਜ ਦੀ ਡੇਟ 'ਚ ਆਪਣੀ ਜਿਹੜੀ ਕੌਮ ਆ, ਇਹ ਲਫ਼ਜ਼ਾਂ ਨੂੰ ਸੁਣਨ ਨੂੰ ਤਿਆਰ ਨਹੀਂ ਆ। ਉਹ ਕਹਿੰਦੀ ਹੈ ਜੋਗ ਮੱਤ ਹੈਗੀ ਆ।
ਇਹ ਕੋਈ ਸਾਡੇ ਧਰਮ 'ਚ ਕੁਝ ਨਹੀਂ ਲਿਖਿਆ। ਔਰ ਬਾਣੀ 'ਚ ਪਲੀਜ਼ ਮਾਈਂਡ ਨਹੀਂ ਕਰਨਾ। ਆਪਣੇ ਸਿੱਖ ਧਰਮ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਹੈਗੇ ਨਾ ਜਥੇਦਾਰ ਸਾਹਿਬ, ਉਹ ਕਹਿੰਦੇ ਆ ਕਿ ਮੀਟ ਦੇ ਬਾਰੇ ਕੋਈ, ਵੈਸੇ ਚਲੋ ਹਰ ਇੱਕ ਦਾ ਆਪਣਾ ਵਿਸ਼ਾ ਹੈ, ਮਾਈਂਡ ਨਹੀਂ ਕਰਨਾ, ਪਰ ਐਡੀ ਵੱਡੀ ਪੋਜੀਸ਼ਨ ਤੇ ਬੰਦਾ ਬਹਿ ਕੇ ਕਵੇ ਕਿ ਮੀਟ ਦੇ ਬਾਰੇ ਕੋਈ ਖਾਸ ਨਹੀਂ ਲਿਖਿਆ, ਪਰ ਤੁਹਾਨੂੰ ਪਤਾ ਉਹਨੇ ਪੜ੍ਹਿਆ ਹੀ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਫਿਰ ਨਾ। ਆਪ ਜਸਟ ਨੋਟਿਸ ਕਰਦੇ ਜੋ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ। ਕਿੱਥੇ ਆਪ ਤੁਹਾਡੀ, ਤੁਸੀਂ ਜਿਹਨੂੰ ਆਪਣਾ ਬੜਾ ਪੈਰੋਕਾਰ ਸਮਝਦੇ ਜੋ, ਕਿਸ਼ਤੀ ਜਿਹਨੂੰ ਫੜਾ ਕੇ ਬੈਠੇ ਜੋ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਉਹਨੇ ਬਾਣੀ ਪੜ੍ਹਿਆ ਹੋਵੇ। ਇਹ ਜਿਹੀ ਸਟੇਟਮੈਂਟ ਨਾ ਕਰੇ, ਉਹ ਨਾ ਬੋਲੇ ਵੱਖਰੀ ਗੱਲ ਹੈ, ਪਰ ਉਹ ਕਹਿੰਦਾ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਬਾਣੀ 'ਚ ਤੇ ਰੌਲਾ ਪੂਰਾ। ਬਿਲਕੁਲ। ਮੈਂ ਖਾਣ ਨਾ ਖਾਣ ਦੀ ਗੱਲ ਸੰਗਤ ਜੀ ਨਹੀਂ ਕਰ ਰਿਹਾ। ਮੈਂ ਤੇ ਇਹ ਗੱਲ ਕਰਦਾ ਕਿ ਜਿਹੜੀ ਚੀਜ਼ ਲਿਖੀ ਆ, ਕਮ ਸੇ ਕਮ ਤੂੰ ਨਾ ਕਹਿ ਦੇ ਤੁਹਾਡੀ ਮਰਜ਼ੀ, ਖਾਓ ਨਾ ਖਾਓ, ਪਰ ਤੂੰ ਇਹ ਤੇ ਨਾ ਸਸਟੇਨ ਕਰਦੇ, ਸਟੇਟਮੈਂਟ ਦੇ ਦੇ ਕਿ ਨਹੀਂ ਲਿਖਿਆ ਵੀ ਖਾਣਾ ਚਾਹੀਦਾ ਹੈ। ਬਾਣੀ 'ਚ ਤੇ ਫਿਰ ਤੂੰ ਗੜਬੜ ਹੋ ਗਈ ਨਾ। ਤੂੰ ਆਮ ਬੰਦਾ ਥੋੜੀ ਹੈਗਾ, ਮੇਰੇ ਵਰਗਾ ਚਰਨਜੀਤ ਜਿਹਦੇ ਕੋਲ ਕੋਈ ਪੋਜੀਸ਼ਨ ਨਹੀਂ ਹੈਗੀ, ਪਰ ਤੇਰੇ ਕੋਲ ਤੇ ਬੜੀ ਵੱਡਾ ਅਹੁਦਾ ਹੈਗਾ, ਪਰ ਤੂੰ ਤੇ ਨਾ ਏਦਾਂ ਦੀ ਕੋਈ ਸਟੇਟਮੈਂਟ ਦੇ। ਪਲੀਜ਼ ਅੰਡਰਸਟੈਂਡ ਕਰੋ। ਤੋ ਬਾਹਰੀ ਦਿਖਾਵੇ ਤੋਂ ਆਪਾਂ ਥੋੜਾ ਦੂਰ ਰਹਿਣਾ ਹੈ। ਤੇ ਦੇਖੋ, ਧਰਮ ਦਾ ਮਤਲਬ ਹੈ, ਧਰਮ ਲੋਕਾਂ ਨੇ ਨਾ ਗੱਲ ਮਜ਼ਾਕ ਬਣਾ ਲਿਆ, ਪਰ ਥੋੜਾ ਜਿਹਾ ਮੇਕਅਪ ਕਰ ਲਓ, ਮੈਂ ਧਾਰਮਿਕ ਹੋ ਗਿਆ। ਧਰਮ ਦਾ ਮਤਲਬ ਤੁਹਾਡਾ ਵਿਵਹਾਰ ਕੀ ਆ, ਉਹ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰ ਰਹੇ ਜੋ, ਉਹ ਤੁਸੀਂ ਕਿਤੇ ਘਰੇ ਕੋਈ ਇਨਫੈਕਸ਼ਨ ਤੇ ਨਹੀਂ ਪੈਦਾ ਕਰਤੀ, ਤੁਸੀਂ ਕਿਤੇ ਚੁਗਲਖੋਰ ਤੇ ਨਹੀਂ ਜੋ, ਕਿਤੇ ਨਿੰਦਕ ਤੇ ਨਹੀਂ ਹੈਗੇ ਜੋ, ਤੁਸੀਂ ਕਿਤੇ ਕਾਮੀ ਮਨੁੱਖ ਤੇ ਨਹੀਂ, ਕਿਤੇ ਕ੍ਰੋਧੀ ਤੇ ਨਹੀਂ ਹੈਗੇ, ਕਿਤੇ ਲੋਭੀ ਤੇ ਨਹੀਂ, ਕਿਤੇ ਮੋਹ ਚ ਦੀ ਗ੍ਰਸਤ, ਕਿਤੇ ਹੰਕਾਰੀ ਤੇ ਨਹੀਂ ਹੈਗੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਤੁਹਾਨੂੰ ਧਰਮ ਤੋਂ ਦੂਰ ਲੈ ਜਾਂਦੀਆਂ ਨੇ। ਜ਼ਰੂਰਤ ਅਨੁਸਾਰ ਤੁਸੀਂ ਜੋ ਮਰਜ਼ੀ ਕਰੋਗੇ ਸਹੀ ਆ, ਪਰ ਜਦੋਂ ਤੁਸੀਂ ਜ਼ਰੂਰਤ ਤੋਂ ਪਰੇ ਹੋ ਜਾਂਦੇ ਜੋ, ਧਰਮ ਤੋਂ ਪਿੱਛੇ, ਦੇਖੋ ਧਰਮ ਕੀ ਕਹਿੰਦਾ ਹੈ। ਧਰਮ ਕਈ ਵਾਰੀ ਦਾ ਵਿਚਿੱਤੀ ਚ ਆਪਾਂ ਖੜੇ ਹੋ ਜਾਂਦੇ। ਹੁਣ ਘਰੇ ਤੁਹਾਡੇ ਕੋਈ ਪ੍ਰੋਬਲਮ ਆ ਗਈ, ਮੰਨ ਲਓ ਹੁਣ ਕੋਈ ਜ਼ਹਿਰੀਲਾ ਕੀੜਾ ਤੁਹਾਡੇ ਘਰ ਵੜ ਗਿਆ, ਅਸਲ ਚ ਉਹਨੂੰ ਕੀੜੇ ਨੂੰ ਮਾਰਨਾ ਪਾਪ ਆ, ਪਰ ਉਸ ਟਾਈਮ ਤੇ ਇਸ ਧਰਮ ਦੀ ਤਕੜੀ ਹੁੰਦੀ ਆ ਕਿ ਇਹ ਚੀਜ਼ ਜਿਹੜੀ ਮੇਰੀ ਸਰੀਰ ਨੂੰ, ਮੇਰੇ ਘਰ 4-5 ਜੀ ਹੈ, ਰਾਤ ਦਾ ਟਾਈਮ ਆ, ਇਹ ਨੁਕਸਾਨ ਕਰ ਸਕਦਾ ਹੈ ਕੀੜਾ। ਉਸ ਟਾਈਮ ਤੇ ਉਹਨੂੰ ਮਾਰਨਾ ਹੀ ਜ਼ਰੂਰੀ ਹੈ। ਹੁਣ ਜਿੱਦਾਂ ਡਾਕਟਰ ਉਹਦਾ ਹੱਥ ਵੱਢੇਗਾ ਤੇ ਸਜ਼ਾ ਹੈ, ਪਰ ਜਦੋਂ ਡਾਕਟਰ ਵੱਢਦਾ ਕੋਈ ਸਜ਼ਾ ਨਹੀਂ ਉਹਨੂੰ। ਕਿਉਂ ਨਹੀਂ ਸਜ਼ਾ? ਕਿਉਂਕਿ ਉਹਦਾ ਜਿਹੜਾ ਮਗਰ ਉਹਦੀ ਭਾਵਨਾ ਜਿਹੜੀ ਹੈ ਦੂਜੇ ਨੂੰ ਠੀਕ ਕਰਨ ਦੀ ਹੈ, ਨੁਕਸਾਨ ਪਹੁੰਚਾਉਣ ਦੀ ਨਹੀਂ ਆ। ਇਹ ਦੇਖੋ ਧਰਮ ਇਹ ਬੜਾ ਡੀਪ ਹੈਗਾ, ਔਰ ਇਹ ਟੌਪਿਕ ਤੇ ਗੱਲ ਹੀ ਨਹੀਂ ਕਰਦੇ ਤੁਹਾਡੇ ਨਾਲ, ਬੜੀ ਉੱਪਰਲੀ ਗੱਲ ਕਰਕੇ। ਉਹ ਕਹਿੰਦੇ ਇੱਥੇ ਆਓ, ਤੁਸੀਂ ਇਸ਼ਨਾਨ ਕਰੋ, ਕੀਰਤਨ ਸੁਣੋ ਤੇ ਬਾਹਰ ਜਾਓ। ਔਰ ਜਿਹੜੀ ਕਥਾ ਕਰਦੇ ਆ, ਇਹਨਾਂ ਦੀ ਕਥਾ ਵੇਖੋ ਕਿੰਨੀਆਂ ਫਿੱਕੀਆਂ ਕਥਾ ਕਰਦੇ ਆ, ਕਿਤੇ ਇਹਨਾਂ ਦੀ ਕਥਾ ਸੁਣ ਕੇ ਵੇਖੋ, ਕਿਉਂਕਿ ਉਹ ਟੌਪਿਕ ਨੂੰ ਛੇੜਨਾ ਹੀ ਨਹੀਂ। ਕਿਉਂ ਨਹੀਂ ਛੇੜਨਾ? ਪਿੱਛੋਂ ਆਰਡਰ ਨਹੀਂ ਹੈਗਾ, ਕਿਉਂਕਿ ਛੇੜਿਆ ਤੇ ਰੌਲਾ ਪੈ ਜਾਣਾ ਨਾ, ਇਸ ਕਰਕੇ ਉਹ ਟੌਪਿਕ ਨੂੰ ਛੇੜਦੇ ਨਹੀਂ। ਥੋੜੀ ਬਹੁਤੀ ਕਥਾ ਕਰਦੇ ਆ, ਉਹ ਵੀ ਇੱਧਰ ਉੱਧਰ ਦੀਆਂ। ਮੋਸਟਲੀ ਤੁਸੀਂ ਵੇਖਿਆ ਨੀ ਧਰਮਾਂ ਦੇ ਵਿੱਚ ਕਲਪਨਿਕ ਗੱਲਾਂ ਜ਼ਿਆਦੀਆਂ ਕੀਤੀਆਂ ਜਾਂਦੀਆਂ ਨੇ, ਸ਼ਕਤੀਆਂ ਦੀਆਂ ਗੱਲਾਂ, ਪਰ ਗੁਰੂਆਂ ਨੇ ਤੇ ਏਦਾਂ ਦੀ ਕੋਈ ਗੱਲ ਲਿਖੀ ਨਹੀਂ ਆ। ਗੁਰੂ ਗ੍ਰੰਥ ਸਾਹਿਬ 'ਚ ਲਿਖੀ ਨੇ ਸਾਹਿਬ ਸ਼ਕਤੀ ਦੀ ਗੱਲ ਕੋਈ ਨਾ, ਬਿਲਕੁਲ ਨਹੀਂ। ਕਿਤੇ ਮੈਂ ਸ਼ਕਤੀ ਮਾਰੀ ਆ, ਇੱਥੋਂ ਮੈਂ ਪਾਣੀ ਕੱਢਤਾ, ਉੱਥੋਂ ਮੈਂ ਇੰਜ ਕਰਤਾ। ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਹੈ ਕੋਈ ਏਦਾਂ ਦੀ ਸਟੇਟਮੈਂਟ ਨਿਜਰ ਸਾਹਿਬ ਜਾਂ ਕਬੀਰ ਸਾਹਿਬ ਨੇ ਕਿਹਾ ਹੋਵੇ ਕਿ ਮੈਂ ਇੱਥੇ ਇੰਜ ਕਰਤਾ ਤੇ ਕੰਧ ਪਾੜ ਗਈ? ਨਾ, ਬਿਲਕੁਲ ਨਹੀਂ। ਹਾਂ ਪਲੀਜ਼, ਇਹ ਸਭ ਲੋਕ ਨਾ ਦੇਖੋ, ਮਿਥਿਹਾਸ ਤੇ ਇਤਿਹਾਸ ਦੋਨੋਂ ਇਕੱਠੇ ਚੱਲਦੇ ਆ। ਇਤਿਹਾਸ ਦਾ ਮਤਲਬ ਹੁੰਦਾ ਰਿਐਲਿਟੀ, ਮਿਥਿਹਾਸ ਦਾ ਮਤਲਬ ਹੁੰਦਾ ਮਿਥਿਆ, ਕਲਪਨਾ, ਗੱਲਾਂ ਸਰਲ ਕਰਕੇ। ਜਿੱਦਾਂ ਬੱਚੇ ਨੂੰ ਗੱਲ ਸਮਝਾਉਣੀ ਹੋਵੇ ਤੇ ਮੀਂਹ ਦੀ ਕਹਾਣੀ ਸੁਣਾ ਦਿਓ, ਠੀਕ ਹੈ। ਜਿੱਦਾਂ ਮਤਲਬ ਉਹਨੂੰ ਕੋਈ ਆਪਾਂ ਇੰਟਰਸਟਿੰਗ ਸਟੋਰੀ ਦੇ ਨਾਲ ਜੋੜ ਕੇ ਉਹਨੂੰ ਸਬਕ ਵੀ ਸਮਝਾ ਦਈਏ, ਪਰ ਉਹ ਜਿਹੜੀ ਕਹਾਣੀ ਹੁੰਦੀ ਉਹ ਰਿਐਲਿਟੀ ਨਹੀਂ ਹੁੰਦੀ। ਪਰ ਆਪਣੇ ਧਰਮ 'ਚ ਤੁਸੀਂ ਵੇਖੋ ਕਿੰਨਾ ਜ਼ਿਆਦਾ ਮਿਥਿਹਾਸ ਵਾੜ ਦਿੱਤਾ। ਆਪਣੇ ਨੂੰ ਛੱਡੋ, ਇਹ ਕ੍ਰਿਸਚਨ ਲੋਕਾਂ 'ਚ ਵੇਖੋ ਕਿੰਨਾ ਮਿਥਿਹਾਸ ਆ, ਹਿੰਦੂਆਂ 'ਚ ਵੇਖੋ ਕਿੰਨਾ ਮਿਥਿਹਾਸ, ਮੁਸਲਮਾਨਾਂ 'ਚ ਵੇਖੋ ਕਿੰਨਾ ਮਿਥਿਹਾਸ। ਕਲਪਨਿਕ ਗੱਲਾਂ ਲੋਕ ਸੁਣ ਕੇ ਬੜੇ ਖੁਸ਼ ਹੁੰਦੇ ਆ, ਫਿਰ ਸ਼ਕਤੀਆਂ ਦੀਆਂ ਗੱਲਾਂ ਚੱਲਦੀਆਂ ਨੇ, ਇੱਥੇ ਫਲਾਨਾ ਵਾਰਿਆ, ਇੱਥੇ ਟਿਮਕਾ ਵਾਰਿਆ, ਪਰ ਬਾਣੀ 'ਚ ਤੇ ਏਦਾਂ ਦੀ ਕੋਈ ਗੱਲਬਾਤ ਲਿਖੀ ਨਹੀਂ। ਬਾਣੀ 'ਚ ਇਸ ਕਰਕੇ ਨਹੀਂ ਲਿਖੀ ਗੋਰਖੀ ਸਾਹਿਬ। ਬਾਣੀ ਜਿਹੜੀ ਹੈਗੀ, ਇੱਕ ਸ਼ਬਦ, ਇੱਕ ਲਾਈਨ ਜਿਹੜੀ ਹੈ ਉਹਨੂੰ ਨੰਬਰਿੰਗ ਪਾਈ ਹੋਈ ਆ, ਸੀਲਬੰਦ ਕੀਤਾ, ਇੰਟਰਲਾਕਿੰਗ ਕੀਤੀ ਹੋਈ ਆ। ਇਹਦੇ 'ਚ ਤਾਂ ਕੋਈ ਬਾੜ ਹੀ ਨਹੀਂ ਸਕਦਾ।
ਹਾਂਜੀ ਹਾਂ ਲੈਣ ਵੜੋਗੇ ਤੇ ਉੱਥੇ ਟਾਈਮ ਹੀ ਰਿਜੈਕਟ ਹੋ ਜਾਣੀ ਹੋ, ਹਾਂ ਬਿਲਕੁਲ ਕਿਉਂਕਿ ਦੂਜੀ ਬਾਣੀ ਨੇ ਖੰਡਨ ਕਰ ਦੇਣਾ ਨਾ। ਕਬੀਰ ਸਾਹਿਬ ਨੇ ਹੁਣ ਇੱਕ ਗੱਲ ਕਰਤੀ ਆ, ਹੁਣ ਘੰਟੇ ਬਾਅਦ ਅਗਲੀ ਬਾਣੀ ਚ ਮੈਂ ਆਪਣੀ ਸਟੇਟਮੈਂਟ ਥੋੜੀ ਚੇਂਜ ਕਰ ਦੇਣੀ ਆ। ਬਿਲਕੁਲ ਬਾਣੀ ਨੇ ਖੁਦ ਹੀ ਖੰਡਨ ਕਰ ਦੇਣਾ। ਇਹ ਬਾਣੀ ਦੇ ਵਿੱਚ ਕੋਈ ਵੀ ਆਪਾਂ ਸ਼ਬਦ ਇੱਧਰ ਉੱਧਰ ਕਰਾਂਗੇ ਨਾ ਤੇ ਉਹ ਨੈਚੁਰਲੀ ਉੱਥੇ ਰਿਜੈਕਟ ਹੋ ਜਾਣਾ। ਹੁਣ ਮੈਂ ਇੱਥੇ ਕਹਿ ਦਾਂ ਆਹ ਗੱਲ, ਤੇ ਇਹ ਥੋੜੀ ਹੁਣ ਮੈਂ ਗੱਲ ਕਹਿਤੀ ਹੈ ਤੇ 3 ਘੰਟਿਆਂ ਬਾਅਦ ਮੇਰੀ ਗੱਲ ਬਦਲ ਜਾਏਗੀ। ਇਸੇ ਹੀ ਤਰ੍ਹਾਂ ਇਹ ਬਾਣੀ ਨੂੰ ਪਲੀਜ਼ ਆਪ ਅੰਡਰਸਟੈਂਡ ਕਰੋ। ਸੋ ਆਚਾਰ ਦੇ ਜਿਹੜੇ ਮਾਇਨੇ ਨੇ ਉਹ ਹੈ ਮਤਲਬ ਅਸੀਂ ਜੀਵਨ ਕਿਦਾਂ ਦਾ ਬਤੀਤ ਕਰ ਰਹੇ ਹਾਂ। ਇੱਕ ਚੀਜ਼ ਆਪ ਅੰਡਰਸਟੈਂਡ ਕਰੋ, ਕਹਿੰਦੇ ਮਨ ਮੈਲੇ ਤੇ ਸਭ ਕੁਝ ਮੈਲਾ। ਕਿਉਂਕਿ ਜੇ ਤੁਹਾਡਾ ਸ਼ੀਸ਼ਾ ਹੀ ਗੰਦਾ ਨਾ ਤੇ ਤੁਹਾਨੂੰ ਗੰਦਗੀ ਹੀ ਨਜ਼ਰ ਆਉਣੀ ਆ। ਉਹਦੇ ਵਿੱਚ ਭਾਵੇਂ ਤੁਸੀਂ ਜੋ ਮਰਜ਼ੀ ਧਾਰਮਿਕ ਕਰਮ ਕਰ ਲਓ, ਜਿੱਥੇ ਮਰਜ਼ੀ ਦਾਨ ਕਰ ਲਓ, ਜਿੱਥੇ ਮਰਜ਼ੀ ਪੁੰਨ ਕਰ ਲਓ, ਜਿਹੜਾ ਮਰਜ਼ੀ ਪਾਠ ਕਰ ਲਓ, ਉਹ ਸਾਰਾ ਉਸੇ ਕੈਟਾਗਰੀ 'ਚ ਚੱਲ ਜਾਣਾ। ਕਿਉਂਕਿ ਜਿਹੜਾ ਅੰਦਰ ਆ ਨਾ ਉਹ ਗੜਬੜ ਹੋ ਗਈ ਆ। ਹੁਣ ਇੱਕ ਪਤੀਲਾ ਹੈ, ਹੁਣ ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਸਕਦਾ। ਮੈਂ ਤੁਹਾਨੂੰ ਇਹ ਪਹਿਲਾਂ ਵੀ ਸਮਝਾਇਆ ਸੀ ਕਿ ਇੱਕ ਪਤੀਲਾ ਉਹ 'ਚ ਗੰਦਗੀ ਹੈਗੀ ਹੈ, ਗੰਦਾ ਹੈ। ਤੁਸੀਂ ਉਹ 'ਚ ਦੁੱਧ ਪਾ ਲਓ, ਤੁਸੀਂ ਉਹ 'ਚ ਅੰਮ੍ਰਿਤ ਪਾ ਲਓ, ਤੁਸੀਂ ਉਹ 'ਚ ਜੂਸ ਪਾ ਲਓ, ਜੋ ਮਰਜ਼ੀ ਪਾ ਲਓ, ਉਹ ਖਰਾਬ ਹੋ ਜਾਏਗਾ। ਨਿਜਰ ਸਾਹਿਬ ਬਿਲਕੁਲ ਬਿਲਕੁਲ ਖਰਾਬ ਹੋ ਜਾਏਗਾ। ਇਸੇ ਹੀ ਤਰ੍ਹਾਂ ਤੁਹਾਡਾ ਮਨ ਹੈ। ਉਹ ਕਬੀਰ ਸਾਹਿਬ ਕਹਿੰਦੇ ਆ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਸ਼ੇ ਲਾ ਕੇ ਹਰ ਫਿਰੇ ਕਹਿਤ ਕਬੀਰ ਕਬੀਰ। ਇਹ ਰਾਮਾਨੰਦ ਜੀ ਵੀ ਕਹਿ ਰਹੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਬੇਓ ਪੰਗ। ਕਿ ਮੈਂ ਕਤ ਜਾਈਏ, ਮੈਂ ਮਤਲਬ ਪਹਿਲਾਂ ਜਾਂਦਾ ਸਾਂ, ਪਾਠ ਪੂਜਾ ਕਰਦੇ ਹੋਣਗੇ ਕੁਛ ਨਾ ਕੁਛ ਪੁਰਾਣੇ ਲੋਕਾਂ ਨੇ, ਜਿੱਦਾਂ ਦੀਆਂ ਧਾਰਨਾਵਾਂ ਹੁੰਦੀਆਂ ਨੇ। ਹੁਣ ਤੁਸੀਂ ਵੇਖੋ ਪੁਰਾਣੀਆਂ ਆਪਣੀਆਂ ਕਈ ਧਾਰਨਾਵਾਂ ਨੇ, ਤੇ ਜੇ ਤੁਹਾਡੇ ਵਰਗੇ ਨੂੰ ਕਹਿ ਦਈਏ ਭਈ ਆਹ ਕੰਮ ਨਾ ਕਰੋ ਤੇ ਤੁਸੀਂ ਕਹਿਣਾ ਨਾ ਜੀ ਨਾ, ਸਾਡੀ ਤੇ ਆਤਮਾ ਕੰਬ ਗਈ ਹੈ। ਕਿਉਂ? ਤੁਹਾਨੂੰ ਇੱਕ ਚੀਜ਼ ਦੇਖੋ, ਆਪਣੀ ਬਾਣੀ ਕਹਿੰਦੀ ਆ ਅਕਲੀ ਸੇਵੀਏ, ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ, ਦਾਨ ਵੀ ਅਕਲ ਦੇ ਨਾਲ। ਉਹ ਕਹਿੰਦੇ ਕਿ ਹਾਂ, ਉਹ ਕਹਿੰਦੇ ਤੂੰ ਸਵਾਲ ਕਰ, ਤੈਨੂੰ ਨਿੱਜਰ ਸਾਹਿਬ ਨੇ, ਚਰਨਜੀਤ ਸਿੰਘ ਨੇ ਕਹਿਤਾ ਕਿ ਫਲਾਨਾ ਕੰਮ ਕਰਨਾ ਹੈ, ਤੇਰਾ ਫਰਜ਼ ਬਣਦਾ ਹੈ, ਤੇਰੇ ਕੋਲ ਬੁੱਧੀ ਹੈਗੀ ਹੈ, ਕੋਈ ਜਾਨਵਰ ਥੋੜੀ ਹੈਗਾ। ਤੂੰ ਇਹ ਸੋਚ ਕੇ ਜੋ ਕਹਿ ਰਿਹਾ ਸਹੀ ਜਾਂ ਗਲਤ ਤੇ ਨਹੀਂ ਕਹਿ ਰਿਹਾ ਅੱਗੇ ਮੈਨੂੰ। ਔਰ ਏਦਾਂ ਦੀਆਂ ਗੱਲਾਂ ਨੇ ਆਪਣੇ ਵੀ ਕਈ ਧਰਮ ਦੇ ਵਿੱਚ ਕਈ ਏਦਾਂ ਦੀਆਂ ਗੱਲਾਂ ਬੜੀਆਂ ਨੇ, ਔਰ ਉਹ ਬੰਦੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਨੇ। ਔਰ ਖਾਸ ਕਰਕੇ ਤੁਹਾਨੂੰ ਇਹ ਲੀਡਰ ਲੋਕ ਕੀ ਕਹਿੰਦੇ ਨੇ ਕਿ ਤੁਸੀਂ ਨੋ ਕੁਐਸਚਨ, ਇਹ ਤੁਸੀਂ ਕੁਐਸਚਨ ਨਹੀਂ ਕਰਨਾ। ਪਰ ਬਾਣੀ ਦੀ ਕਹਿੰਦੀ ਕੁਐਸਚਨ ਕਰਨਾ। ਜਿਹਨੇ ਉਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਾ ਲੈਣਾ ਸੀ, ਅਗਲਾ ਉਹ ਕਹਿੰਦੇ ਨਹੀਂ ਪਾਉਣਾ, ਮੈਂ ਸਵਾਲ ਕੀਤਾ ਅਗਲਿਆਂ ਨੇ। ਬਿਲਕੁਲ ਆਪਾਂ ਉਸ ਪਾਤਸ਼ਾਹੀ ਦੇ ਬੱਚੇ ਹੋ ਗਏ ਤੇ ਅਸੀਂ, ਸਾਡੇ ਤੇ ਥੋੜਾ ਬਹੁਤਾ ਅਸਰ ਹੈਗਾ ਉਹਨਾਂ ਦਾ, ਤੇ ਸਾਡਾ ਫਰਜ਼ ਨਹੀਂ ਬਣਦਾ ਕੁਐਸਚਨ ਕਰਨ ਦਾ ਕਿ ਸਾਰਾ ਜਿਹੜੀ ਗੱਲ ਏਦਾਂ ਦੀ ਗੱਲ ਤੇ ਕੋਈ ਹੈਗੀ ਨਹੀਂ, ਤੁਸੀਂ ਕਿਉਂ ਕਹਿ ਰਹੇ ਹੋ? ਪਰ ਨਹੀਂ, ਉਹ ਕਹਿੰਦੇ ਤੁਸੀਂ ਤੇ ਫਿਰ ਤੁਸੀਂ ਸ਼ੰਕਾ ਕਰ ਲਈ ਆ, ਤੁਸੀਂ ਆਪਣੇ ਗੁਰੂ ਤੇ ਸ਼ੰਕਾ ਕਰਦੇ ਪਏ ਜੋ, ਸਾਡੇ ਸੰਤਾਂ ਤੇ ਸ਼ੱਕ ਕਰਦੇ ਜੋ। ਕਿਉਂ ਸ਼ੱਕ? ਇਸ ਕਰਕੇ ਕਹਿੰਦੇ ਨਾ ਕਰੋ ਕਿਉਂਕਿ ਤੁਹਾਡਾ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ। ਜਦੋਂ ਤੁਸੀਂ ਸਵਾਲ ਕਰਦੇ ਜੋ ਤੇ ਫਿਰ ਅਗਲੇ ਨੇ ਭੱਜ ਜਾਣਾ, ਉਹਨੂੰ ਪਤਾ ਹੈ ਇਹਨਾਂ ਚੀਜ਼ਾਂ ਦੇ ਜਵਾਬ ਨਹੀਂ ਹੈਗੇ, ਇਸ ਕਰਕੇ ਉਹ ਭੱਜ ਜਾਏਗਾ। ਪਰ ਜਦੋਂ ਤੁਹਾਨੂੰ ਕਹਿ ਦਈਏ ਤੁਹਾਡਾ ਬ੍ਰੇਨ ਵਾਸ਼ ਕੀਤਾ ਹੋਵੇ ਤੇ ਕਦੇ ਤੁਕ ਨਾਲ ਲਾ ਦਿੱਤੀ ਹੋਵੇ, ਥੋੜੀ ਜਿਹੀ ਵਿੱਚੋਂ ਕੱਢ ਕੇ ਤੁਕ ਕਿ ਗੁਰੂ ਤੋਂ ਬਿਨਾਂ ਤੁਹਾਡਾ ਕੰਮ ਨਹੀਂ ਹੋ ਸਕਦਾ, ਬਸ ਬੰਦਾ ਉੱਥੇ ਚੁੱਪ ਕਰਕੇ ਬਹਿ ਜਾਂਦਾ ਜੀ ਗੁਰੂ ਬੜਾ ਜ਼ਰੂਰੀ ਹੈ। ਪਰ ਉਹ ਨਹੀਂ ਸੋਚਦੇ ਕਿ ਗੁਰੂ ਕਿਹੜਾ ਹੁੰਦਾ ਵਾ। ਗੁਰੂ ਦਾ ਮਤਲਬ ਉਹ ਪਹਿਲੀਆਂ ਲਾਈਨਾਂ ਪੜ੍ਹੋ, ਫਿਰ ਦੇਖੋ ਕਿ ਇਹ ਜਿਹੜਾ ਬੰਦਾ ਤੁਹਾਡਾ ਕੋਈ ਗਾਈਡ ਬਣ ਨੂੰ ਫਿਰਦਾ ਹੈ, ਟੀਚਰ ਬਣ ਨੂੰ ਫਿਰਦਾ ਹੈ, ਇਹ ਸੱਚੀ ਇਹਦੇ ਪੱਲੇ ਹੈਗੀਆਂ ਚੀਜ਼ਾਂ, ਇਹਨਾਂ ਚੀਜ਼ਾਂ ਨੂੰ ਧਾਰਨ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਕਿ ਕੋਈ ਪ੍ਰੋਬਲਮ ਨਹੀਂ ਆ, ਮੈਨੂੰ ਤੂੰ ਜਨੇਊ ਪਾ ਦੇ, ਪਰ ਤੂੰ ਖੁਦ ਕਿਉਂ ਨਹੀਂ ਧਾਰਨ ਕੀਤਾ? ਵੈਰੀ ਨਾਈਸ ਸਵਾਲ। ਨਿਜਰ ਸਾਹਿਬ ਕੋਈ ਗਲਤ ਨਹੀਂ ਬੋਲਿਆ ਗੁਰੂ ਨਾਨਕ ਪਾਤਸ਼ਾਹ ਨੇ, ਨਾ ਬਿਲਕੁਲ ਨਹੀਂ ਬੋਲਿਆ। ਉਹਨਾਂ ਨੇ ਕਿਹਾ ਦਇਆ ਕਪਾ ਸੰਤੋਖ ਸੂਤ, ਕਹਿੰਦੇ ਤੇਰੇ ਕੋਲ ਤਾਂ ਹੈ ਹੀ ਨਹੀਂ ਇਹ ਜਨੇਊ, ਨਾ ਤੂੰ ਆਪ ਪਾਇਆ ਨਾ ਤੂੰ ਮੈਨੂੰ ਪਾ ਸਕਦਾ। ਪਰ ਆਪਾਂ ਕਿੱਦਾਂ ਮੰਨਦੇ ਆ? ਆਪਾਂ ਕਿਉਂ ਮੰਨ ਲੈਂਦੇ ਆ? ਕਿਉਂਕਿ ਛੋਟਾ ਜਿਹਾ ਬੱਚਾ ਕਹਿੰਦੇ ਆ, ਉਹਨਾਂ ਨੂੰ ਚੈਲੰਜ ਕਰ ਰਿਹਾ ਕਿ ਤੁਸੀਂ ਪਾਇਆ, ਮੈਨੂੰ ਪਾ ਰਹੇ ਹੋ। ਦਇਆ ਦੀ ਕਪਾ ਸੰਤੋਖ, ਇਹ ਜਿਹੜਾ ਜਨੇਊ ਤੇਰੇ ਲਈ ਤੇ ਇੱਕ ਧਾਗਾ, ਪਰ ਮੇਰੇ ਲਈ ਬੜੀ ਵੱਡੀ ਗੱਲ ਈ। ਮੈਨੂੰ ਅਸਲੀ ਜਨੇਊ ਚਾਹੀਦਾ ਜਿਹੜਾ ਮੇਰੇ ਅੰਦਰ, ਮੈਂ ਆਪਣੇ ਮਨ ਨੂੰ ਪਾਉਣਾ, ਆਪਣੀਆਂ ਇੰਦਰੀਆਂ ਨੂੰ ਪਾਉਣਾ ਹੀ, ਉਹ ਦੇ ਤੇ ਮੈਂ ਪਾ ਲੈਂਦਾ। ਬਾਕੀ ਜਿਹੜਾ ਤੇਰਾ ਧਾਗਾ ਵਾ ਜਾਂ ਤੂੰ ਬੇਵਕੂਫ ਬਣਾਉਂਦੇ ਆ, ਮੈਂ ਇਹ 'ਚ ਬਿਲੀਵ ਨਹੀਂ ਕਰਦਾ। ਠੀਕ ਹੈ ਜੀ, ਨਿਜਰ ਸਾਹਿਬ ਕਥਾ ਤੇ ਆ ਜਾਓ ਪਲੀਜ਼। ਹਾਂਜੀ। जिनके चित्त कठोर हैं से बहें न सतगुर पास,
ਕਿਉਂਕਿ ਕਠੋਰ ਚਿੱਤ ਆ, ਕਠੋਰ ਚਿੱਤ ਦੇ ਵਿੱਚ ਕੋਈ ਚੀਜ਼ ਲੈਣੀ ਨਹੀਂ ਉਹਨੇ, ਉੱਥੇ ਤਾਂ ਕਠੋਰਤਾ ਹੈਗੀ। ਉਹਨੇ ਤਾਂ ਬਿਲਕੁਲ ਜਿਹੜਾ ਹੈਗਾ ਉਹਨੂੰ ਕੁਝ ਫਰਕ ਹੀ ਨਹੀਂ ਪੈਣਾ। ਔਰ ਨਾ ਉਹਨਾਂ ਨੇ ਜਾ ਕੇ ਜਿਹੜਾ ਹੈਗਾ ਸੰਗਤ ਦੇ ਵਿੱਚ ਜਾਣਾ ਹੈ, ਜਿੱਥੇ ਸੱਚ ਜਿਹੜਾ ਹੈਗਾ, ਜਿੱਥੇ ਗੁਰੂ ਜਿਹੜਾ ਹੈ, ਗੁਰੂ ਦੀ ਮੱਤ ਹੈ, ਜਿੱਥੇ ਗੁਰੂ ਦੀ ਵਿਚਾਰ, ਗੁਰੂ ਜਿਹੜੇ ਹੈਗੇ ਬਚਨ ਹੈਗੇ ਗੁਰੂ ਦੇ, ਉਹ ਤਾਂ ਬਹਿੰਦੇ ਨਹੀਂ ਉੱਥੇ। ਸਤਿਗੁਰ ਦੇ ਕੋਲ ਤਾਂ ਬਹਿਣਾ ਹੀ ਨਹੀਂ ਉਹਨਾਂ ਨੇ। ਕਿਉਂ? ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਕਹਿੰਦੇ ਉੱਥੇ ਤਾਂ ਸੱਚ ਵਰਤ ਰਿਹਾ ਭਾਈ, ਇਹਨਾਂ ਦੇ ਚਿੱਤ ਉਦਾਸ ਹੋ ਜਾਂਦੇ ਆ ਝੂਠ ਵਾਲਿਆਂ ਦੇ, ਕਿਉਂਕਿ ਉੱਥੇ ਇਹਨਾਂ ਦਾ ਖਾਣਾ ਤਾਂ ਹੁੰਦਾ ਨਹੀਂ ਭਾਈ। ਇਹਨਾਂ ਨੇ ਮੱਛੀਆਂ ਡੱਡੀਆਂ ਖਾਣੀਆਂ ਹੁੰਦੀਆਂ, ਉਹ ਉੱਥੇ ਹੈ ਨਹੀਂ ਗੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਵੇਖੋ ਜਿਹੜੇ ਵੈਜੀਟੇਰੀਅਨ ਵਿਆਹ ਹੁੰਦੇ ਆ, ਉੱਥੇ ਲੋਕਾਂ ਦੀਆਂ ਸ਼ਕਲਾਂ ਵੇਖੋ। ਇੰਝ ਲੱਗਦਾ ਜਿੱਦਾਂ ਅਖੰਡ ਪਾਠ ਤੇ ਆਏ ਹੁੰਦੇ। ਤੇ ਇਹੋ ਹਿਸਾਬ ਉੱਥੇ ਬਾਣੀ ਕਹਿੰਦੀ ਆ ਕਿ ਜਦੋਂ ਭੋਗ ਹੀ ਨਹੀਂ ਹੈਗਾ ਉੱਥੇ, ਹਾਂ, ਜੋ ਉਹਨੂੰ ਚਾਹੀਦਾ ਉਹਦੇ ਉਲਟ ਆ, ਤੇ ਫਿਰ ਮੁਸ਼ਕਲ ਹੋ ਜਾਏਗੀ ਨਾ। ਹੁਣ ਕਈ ਵਾਰ ਵੇਖੋ ਤੁਹਾਡੀ ਹਾਂ ਚ ਹਾਂ ਮਿਲਾਉਣ ਵਾਲਾ ਬੰਦਾ ਮਿਲ ਜੇ, ਵੇਖਿਓ ਤੁਹਾਡੇ ਚਿਹਰੇ ਤੇ ਰੌਣਕਾਂ, ਤੇ ਜਦੋਂ ਤੁਹਾਨੂੰ ਆਪੋਜਿਟ ਮਿਲ ਜੇ ਤੇ ਫਿਰ ਤੁਸੀਂ ਉੱਥੋਂ ਭੱਜਣ ਨੂੰ ਫਿਰਨਾ। ਕਿਉਂ? ਕਿਉਂਕਿ ਤੁਹਾਡੀ ਗਲਾਰੀ ਉਹਦੇ ਨਾਲ ਅੜਨੀ ਨਹੀਂ। ਤੁਸੀਂ ਕਹਿਣਾ ਇਹ ਤਾਂ ਬੰਦਾ ਕੁਝ ਹੋ ਰਿਹਾ, ਮੈਂ ਐਨੂੰ ਕਹਿੰਦਾ ਤੇ ਇਹ ਉਹਨੂੰ ਕਹਿੰਦਾ, ਚੰਗਾ ਇੱਥੋਂ ਭੱਜ ਜਾਈਏ, ਜਾਨ ਛਡਾਈਏ। ਫਿਰ ਜਦ ਤੱਕ ਉੱਠ ਨਹੀਂ ਜਾਂਦਾ ਤਦ ਤੱਕ ਤੁਹਾਨੂੰ ਬਾਸੀਆਂ ਨਹੀਂ ਬੰਦ ਹੋਣੀਆਂ। ਹੁਣ ਤੁਹਾਡੇ ਲਾਗੇ ਕੋਈ ਬੰਦਾ ਬੈਠਾ ਹੈ ਜਿਹਨੂੰ ਬਾਸੀਆਂ ਆ ਰਹੀਆਂ, ਉਹ ਸਮਝ ਲਓ ਕਿ ਉਹ ਤੁਹਾਡੇ ਤੋਂ ਇੰਨਾ ਦੁਖੀ ਹੈ ਨਾ, ਉਹ ਕਹਿੰਦਾ ਤੁਸੀਂ ਆਪ ਉੱਠ ਜਾਓ ਜਾਂ ਮੈਂ ਉੱਠ ਜਾ। ਹਾਂ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਜਿਹੜਾ ਬੰਦਾ ਤੁਹਾਡੇ ਲਾਗੇ ਬਹਿ ਕੇ ਮੋਬਾਈਲ ਤੇ ਉਂਗਲਾਂ ਮਾਰ ਰਿਹਾ ਹੈ, ਸਮਝ ਲਓ ਤੁਹਾਨੂੰ ਕਹਿੰਦਾ ਕਿ ਮੂੰਹ ਬੰਦ ਕਰ ਲਓ। ਸਹੀ ਗੱਲ ਹੈ। ਸਹੀ ਨਿੱਜਰ ਸਾਹਿਬ? ਬਿਲਕੁਲ। ਜਿਹੜਾ ਬੰਦਾ ਤੁਹਾਡੀ ਗੱਲ ਨਹੀਂ ਸੁਣ ਰਿਹਾ, ਲਾਗੇ ਬੈਠਾ ਵਾ, ਉਹ ਮਜਬੂਰ ਜੇ। ਉਹ ਸਮਝ ਲਓ ਕਿ ਕਿਤੇ ਜਾ ਨਹੀਂ ਸਕਦਾ, ਪਰ ਤੁਹਾਨੂੰ ਇੰਨਾ ਕਹਿ ਰਿਹਾ ਜੋ ਚੁੱਪ ਹੋ ਜਾਓ ਬਸ। ਜਿਹੜਾ ਤੁਹਾਡੀਆਂ ਅੱਖਾਂ ਚ ਅੱਖਾਂ ਪਾ ਕੇ ਤੁਹਾਡੀ ਗੱਲ ਸੁਣ ਰਿਹਾ ਜੋ, ਅਸਲ ਚ ਉਹ ਬੰਦਾ ਤੁਹਾਡੀ ਗੱਲ ਚ ਇੰਟਰਸਟਡ ਜੋ। ਤੇ ਜਿਹੜਾ ਤੁਹਾਡੇ ਲਈ ਵੇਂਦਾ ਹੀ ਨਹੀਂ ਪਿਆ, ਉਹ ਛੱਡੋ ਖੜਾ, ਐਵੇਂ ਫਾਇਦਾ ਕੁਛ ਨਹੀਂ ਹੈਗਾ। ਇਸ ਕਰਕੇ ਪਲੀਜ਼ ਧਿਆਨ ਦਿਓ, ਇੱਕ ਉਸੇ ਬੰਦੇ ਦੀ ਗੱਲ ਕਰ ਰਹੇ ਜਿਹਨੂੰ ਬਾਸੀਆਂ ਆ ਰਹੀਆਂ ਨੇ। ਔਰ ਉਹਦੇ ਵਿੱਚ ਗੋਰਕੀ ਸਾਹਿਬ ਜਿਹੜਾ ਬੰਦਾ ਜਿਹੜਾ ਹੈਗਾ ਨਹੀਂ ਸੁਣ ਰਿਹਾ, ਜਿਹਨੂੰ ਉਹਦੇ ਨਾਲ ਔਰ ਜੇ ਸੁਣਾ ਕੇ ਆਪਾਂ ਨੇ ਲੈਣਾ ਕੀ? ਆਪਣੇ ਕਿਹੜਾ ਜਿਹੜਾ ਹੈਗਾ, ਜਿਹੜੇ ਹੈਗੇ ਸਟਾਰ ਜਿਹੜੇ ਲੱਗ ਜਾਣੇ ਆਪਣੇ, ਆਪਾਂ ਅਪਗ੍ਰੇਡ ਹੋ ਜਾਣਾ, ਆਪਾਂ ਨੂੰ ਕੀ ਫਰਕ ਪੈਣਾ ਉਹਦੇ ਨਾਲ? ਹਾਂਜੀ ਨਿੱਜਰ ਸਾਹਿਬ, ਪਰ ਉਹ ਦੇਖੋ ਬੇਸ਼ੱਕ ਲੋਕਾਂ ਨੇ ਨਹੀਂ ਸੁਣਨਾ, ਇਹ ਸਾਨੂੰ ਵੀ ਪਤਾ ਹੈ, ਪਰ ਇਤਿਹਾਸ ਮਾਰੋ ਨਜ਼ਰ, ਗੁਰੂ ਨਾਨਕ ਪਾਤਸ਼ਾਹ ਨੇ ਫਿਰ ਵੀ ਪੂਰੀ ਕੋਸ਼ਿਸ਼ ਕੀਤੀ। ਕਬੀਰ ਸਾਹਿਬ ਆਖਰ ਤੱਕ ਟਰਾਈ ਕਰਦੇ ਰਹੇ। ਪਲੀਜ਼ ਅੰਡਰਸਟੈਂਡ ਕਰੋ, ਇਹਨਾਂ ਦੀ ਬਾਣੀ ਆ, ਇੱਕ ਸਾਈਡ ਤੇ ਕਹਿ ਰਹੇ ਨੇ ਕਿ ਸੁਣਨ ਵਾਲਾ ਨਹੀਂ ਹੈਗਾ। ਬਿਲਕੁਲ ਸਹੀ ਹੈ, ਤਰਫ ਕਹਿ ਟਰਾਈ ਕਰਦੇ ਰਹੇ ਗੋਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਉਹ ਉਮੀਦ ਹੁੰਦੀ ਹੈ ਵੀ ਕੋਈ ਤਾਂ ਮਿਲੂਗਾ, ਇੱਕ ਅੱਧਾ ਤਾਂ ਮਿਲੂਗਾ ਨਾ। ਹਾਂ ਦੇਖੋ ਪਤਾ ਕੀ ਹੁੰਦਾ, ਬੂਝੇ ਫਰੋਲਣੇ ਪੈਂਦੇ ਆ। ਹਾਂ ਇਹ ਮੈਨੂੰ ਵੀ ਪਤਾ ਹੈ, ਬੰਦਾ ਲੱਭਣਾ ਬੜਾ ਔਖਾ ਹੈ। ਆ ਤੁਸੀਂ ਪਤਾ ਨਹੀਂ ਕਿੱਥੋਂ 90-98 ਆ ਗਏ, ਜੋ ਹੈਰਾਨ ਹੁੰਦਾ ਮੈਂ ਕਈ ਵਾਰੀ ਬੜਾ। ਤੁਹਾਨੂੰ ਨਹੀਂ ਮੈਂ ਕਿਤੇ ਜ਼ਿਕਰ ਕੀਤਾ, ਮਾਰਗ ਬੜਾ ਔਖਾ ਹੈ ਇੱਥੇ, ਤਾਂ ਕੋਈ ਤੁਰਤਾ ਨਹੀਂ ਆ। ਮੇਰੇ ਘਰ 'ਚ ਵੇਖ ਲਓ ਕਿੰਨੇ ਕੁ ਬੰਦੇ ਆ, ਕਿੰਨੀ ਕਥਾ ਚੱਲਦੀ ਆ। ਮੈਂ ਹੁਣ ਮਾਤਾ ਨੂੰ ਫਿਰ ਕਹਿੰਦਾ, ਮਾਤਾ ਪਾਠ ਨਹੀਂ ਪੜ੍ਹਨਾ, ਮੇਰੀ ਮਾਤਾ ਨੇ ਫਿਰ ਗੁਟਕਾ ਫੜਿਆ ਹੁੰਦਾ। ਆਪ ਜਸਟ ਸੋਚੋ, ਕਿਉਂਕਿ ਉਹਦੀ ਮੈਂ 75-80 ਸਾਲ ਉਮਰ ਹੋਣੀ ਵਿਚਾਰੀ ਦੀ, ਉਹ ਤਾਂ ਬ੍ਰੇਨ ਵਾਸ਼ ਕੀਤਾ। ਇਹ ਤੁਸੀਂ ਇੱਕ ਕਾਰ ਪਾਲੇ ਆ ਤੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ, ਜਦਕਿ ਪਤਾ ਉਹਨੂੰ ਇਹ ਬਾਣੀ 'ਚ ਏਦਾਂ ਦਾ ਕੋਈ ਲਫ਼ਜ਼ ਨਹੀਂ ਲਿਖਿਆ, ਕੋਈ ਲਫ਼ਜ਼ ਨਹੀਂ ਲਿਖਿਆ ਬਾਣੀ 'ਚ। ਬਾਣੀ 'ਚ ਤੇ ਨਾਮ ਅਭਿਆਸ ਭਗਤੀ ਦੀ ਗੱਲ ਕੀਤੀ ਹੈ, ਜੀਵਨ ਉੱਚਾ ਕਰਨ ਦੀ ਗੱਲ ਕੀਤੀ ਹੈ। ਪਰ ਜਦੋਂ ਉਹ ਬੰਦਾ ਜਦੋਂ ਇਸ ਦੇ ਅਗੇਂਸਟ ਜਾਂਦਾ ਹੈ ਨਾ, ਤੇ ਉਹਦੇ ਅੰਦਰੋਂ ਡਰ ਲੱਗਦਾ, ਇਹਨੂੰ ਡਰਿਆ ਹੁੰਦਾ ਬੰਦਾ ਕਿ ਮੈਂ ਇਹ ਮਰਿਆਦਾ ਨੂੰ ਨਹੀਂ ਤੋੜਨਾ। ਜਦੋਂ ਬੰਦੇ ਨੂੰ ਮਤਲਬ ਅੰਦਰੋਂ ਨਾ ਘਬਰਾਹਟ ਹੋਣ ਡਿਆ ਪੈਂਦੀ ਹੈ। ਲੋਕਾਂ ਨੇ ਤੁਹਾਡੇ ਤੇ ਡਰ ਪੈਦਾ ਕਰ ਦਿੱਤਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਨਹੀਂ ਡਰੇ। ਉਹ ਕਹਿੰਦੇ ਚੱਕੋ ਆਪਣਾ ਜਨੇਊ ਤੇ 9 ਤੋਂ 11 ਹੋ ਜਾਓ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਹ ਤੁਹਾਨੂੰ ਡਰਾ ਕੇ ਤੁਹਾਡਾ ਸ਼ੋਸ਼ਣ ਕਰਨਾ ਚਾਹੁੰਦੇ ਨੇ ਲੋਕ, ਪਰ ਬਾਣੀ ਕਹਿੰਦੀ ਤੂੰ ਕਿਉਂ ਡਰੇ, ਨਿਰਭੈ ਹੋ ਜਾ ਤੂੰ। ਉਹ ਬਾਣੀ ਤੇ ਨਹੀਂ ਕਹਿੰਦੀ ਡਰ, ਬਾਣੀ ਕਹਿੰਦੀ ਹੈ ਤੁਹਾਨੂੰ ਨਿੱਜਰ ਸਾਹਿਬ ਕਿ ਤੁਹਾਨੂੰ ਜਮਦੂਤ ਚੁੱਕ ਕੇ ਲੈ ਜਾਣਗੇ ਜਾਂ ਤੁਹਾਨੂੰ ਕੜਾਈਆਂ 'ਚ ਪਾਉਣਗੇ। ਉਹ ਬਾਣੀ ਕਹਿੰਦੇ ਕਿ ਨਹੀਂ, ਤੂੰ ਉਹ ਡਰਾ ਕੇ ਨਹੀਂ ਤੁਹਾਨੂੰ ਕਹਿੰਦੇ ਕਿ ਧਾਰਮਿਕ ਹੋ, ਕਹਿੰਦੇ ਕਿ ਤੂੰ ਮਤਲਬ ਧਾਰਮਿਕ ਹੋ ਜਾ ਬਸ।
ਤੈਨੂੰ ਡਰਾਉਂਦੇ ਨਹੀਂ ਉਹ? ਨਾ ਉਹ ਤਾਂ ਕਹਿੰਦੀ, ਬਾਣੀ ਤਾਂ ਕਹਿੰਦੀ ਭਾਈ ਤੇਰੀ ਆ ਬਾਰੀ ਚਲੀ ਗਈ ਤੇ ਫਿਰ ਜਿਹੜਾ ਹੈਗਾ ਤੇ ਜਿਹੜਾ ਬਹੁਤ ਲੰਬੀ ਯਾਤਰਾ ਤੈਨੂੰ ਕਰਨੀ ਪੈਣੀ ਹੈ। ਬਸ ਇਹ ਡਰਾਉਂਦੇ ਨਹੀਂ ਆ ਕਿ ਵੀ ਤੈਨੂੰ ਉੱਥੇ ਜਮਦੂਤ ਬੈਠੇ ਕਿ ਤੇਰੇ ਮੋਹਰਾਂ 'ਚ ਥਾਪੀ ਮਾਰਨਗੇ ਜਾਂ ਤੈਨੂੰ ਵੱਢਣਗੇ ਜਾਂ ਏਦਾਂ ਕਰਨਗੇ। ਜਾਂ ਕਿ ਇੱਕ ਬਾਬਾ ਬਣੀ, ਚੰਗਾ ਭਲਾ ਬਾਬਾ ਵਾ, ਅਮਰੀਕਾ 'ਚ ਬੈਠਾ, ਉਹ ਕਥਾ ਦੀ ਵਿਆਖਿਆ ਕਰਨ ਦਿਆ ਕਹਿੰਦਾ ਵਿੰਬਲ ਨਦੀ ਦੇ ਵਿੱਚੋਂ ਲੰਘ ਕੇ ਜਾਣਾ ਪਊਗਾ, ਇੱਥੇ ਅੱਗ ਦੀ ਨਦੀ ਹੈਗੀ। ਬੰਦਾ ਪੁੱਛੇ ਜਦੋਂ ਬੰਦਾ ਸੜ ਗਿਆ ਤੇ ਨਜਰ ਸਾਹਿਬ ਭਾਵੇਂ ਨਦੀ 'ਚ ਲਗਾ ਲਓ ਹੈਂ। ਪਤਾ ਨੀ ਕੀ ਬਾਬੇ ਦਾ, ਚੰਗਾ ਭਲਾ ਬਾਬਾ ਵਾ, ਮੇਰੇ ਸਾਹਮਣੇ ਉਹਦੇ ਪਿੱਛੇ 10-20 ਹਜ਼ਾਰ ਕੀ 50-60 ਹਜ਼ਾਰ ਲੱਖ ਬੰਦਾ ਹੋਣਾ। ਉਹ ਇੱਕ ਐਸੀ ਕਥਾ ਕਰਦੀ ਹੈ, ਤੂੰ ਕਮ ਸੇ ਕਮ ਪਲੀਜ਼ ਤੂੰ ਬੋਲਣ ਤੋਂ ਪਹਿਲਾਂ ਮਰਨ ਤੋਂ ਬਾਅਦ ਕੀ ਹੁੰਦਾ ਹੈ ਬਾਣੀ 'ਚ ਇੱਕ ਲਫ਼ਜ਼ ਨਹੀਂ ਲਿਖਿਆ, ਪਰ ਤੂੰ ਕਿਉਂ ਬੋਲਣ ਆ? ਪਰ ਲੋਕਾਂ ਨੂੰ ਮਜ਼ਾ ਬੜਾ ਆਉਂਦਾ, ਲੋਕੀ ਵੀ ਚਾਹੁੰਦੇ ਆ ਹਾਂਜੀ ਬਾਬਾ ਜੀ ਮਰਨ ਤੋਂ ਬਾਅਦ ਕੀ ਹੋਊਗਾ ਦੱਸੋ ਸਾਨੂੰ। ਹਾਂ ਤੁਸੀਂ ਦੇਖਿਆ, ਬਾਬਾ ਜੀ ਨੂੰ ਪੁੱਛੋ ਵੀ ਤੁਸੀਂ ਦੇਖਿਆ ਤੇ ਤੁਸੀਂ ਨੰਗੇ ਹੋ ਉਹਦੇ ਵਿੱਚੋਂ, ਤੇ ਫਿਰ ਨੰਗੇ ਹੋ ਤੇ ਬਚ ਕਿਵੇਂ ਗਏ? ਪਰ ਬਾਬਾ ਜੀ ਵੀ ਕਿਹੜਾ ਮੇਰੇ ਵਰਗਾ ਗੱਪ ਮਾਰਨੋਂ ਘੱਟ ਆ। ਉਹ ਕਹਿੰਦਾ ਹੈਗੀ ਨਦੀ ਇੱਕ, ਉਹਦੇ ਵਿੱਚੋਂ ਦੀ ਲੰਘਣਾ ਪੈਂਦਾ ਵਾ। ਜੇ ਤੂੰ ਗੁਰੂ ਦਾ ਪੂਰਾ ਹੈਗਾ ਵਾ ਤੇ ਫਿਰ ਗੁਰੂ ਦੀ ਗੱਡੀ ਆਉਂਦੀ ਉਹ ਚ ਲੱਦ ਲੈਂਦੇ ਬੰਦਾ, ਨਹੀਂ ਤੇ ਉਦਾਂ ਵੀ ਲੰਘਣਾ ਪੈਂਦਾ। ਫਿਰ ਉਹਨੂੰ ਪੁੱਛੇ ਕਿ ਬਾਬਾ ਜੀ ਅਸੀਂ ਉਧਰੋਂ ਵੀ ਲੰਘ ਜਾਵਾਂਗੇ, ਜਦੋਂ ਮੜੀਆਂ ਦੇ ਵਿੱਚ ਲੰਘ ਗਏ ਉੱਥੇ ਵੀ ਤੇ ਅੱਗ ਹੀ ਸੀ, ਵੱਖਰੀ ਅੱਗ ਤੇ ਨਹੀਂ ਹੋਣੀ ਕੋਈ, ਤੇ ਵੱਡੀ ਅੱਗ ਆ। ਵੱਡੀ ਮਰ ਕੇ ਅੱਗ ਵਰਗੀ ਤੇ ਅੱਗ ਹੀ ਹੁੰਦੀ ਹੈ ਨਿੱਜਰ ਸਾਹਿਬ। ਬਿਲਕੁਲ, ਗੁਰੂ ਦੀ ਗੱਡੀ ਡੀਜ਼ਲ ਦੀ ਹੁੰਦੀ ਹੈ ਕਿ ਪੈਟਰੋਲ ਦੀ ਹੁੰਦੀ ਹੈ? ਇਹਨੇ ਬਣਾਈ ਹੋਣੀ ਹੈ ਵਿਚਾਰੇ ਨੇ, ਜਿਹੜਾ ਕਹਿੰਦੇ ਆ। ਪਰ ਲੋਕੀ ਸਵਾਲ ਨਹੀਂ ਕਰਦੇ ਕਿ ਬਾਬਾ ਜੀ ਏਦਾਂ ਦੀ ਗੱਲ ਤੇ ਗੁਰਬਾਣੀ 'ਚ ਲਿਖੀ ਨਹੀਂ ਹੈ, ਪਰ ਤੁਸੀਂ ਪਲੀਜ਼ ਏਦਾਂ ਕਿਉਂ ਕਹਿ ਰਹੇ ਜੋ? ਚਲੋ ਠੀਕ ਹੈ, ਇੱਕ ਲਾਈਨ ਆ ਗਈ ਮੰਨ ਲਈਏ, ਹੋ ਸਕਦਾ ਕਦੇ ਲਿਖੀ ਹੋਏ, ਫਿਰ ਦੂਜੇ ਬ੍ਰਹਮ ਗਿਆਨੀ ਕਿਉਂ ਨਹੀਂ ਦੇ ਨਾਲ ਕਿਉਂ ਨਹੀਂ ਗੱਲ ਰਲਦੀ? ਉਹ ਫਿਰ ਸਟੇਟਮੈਂਟ ਏਦਾਂ ਦੀ ਕਿਉਂ ਨਹੀਂ ਦੇ ਰਹੇ? ਜੋ ਜਾਣਦੇ ਸੀ ਉਹਨਾਂ ਵੀ ਦੱਸਣਾ ਸੀ ਨਾ ਕਿ ਅਸੀਂ ਨਦੀ ਵਿੱਚ ਲੰਘਣ ਲੱਗੇ, ਪਰ ਏਦਾਂ ਦੀ ਗੱਲਬਾਤ ਨਹੀਂ। ਠੀਕ ਹੈ, ਪਲੀਜ਼ ਅਗਲੀ ਚਲੀਏ ਨੇ ਜਸਾ ਤੁਕ। ਹਾਂ, ਓਏ ਵਲਛਲ ਕਰ ਝੱਟ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾ ਪਾਸ। ਕਹਿੰਦੇ ਬੜਾ ਜਿਹੜਾ ਹੈਗਾ ਔਖਾ ਹੁੰਦਾ ਉਹਨਾਂ ਨੂੰ ਉੱਥੇ ਟਾਈਮ ਕੱਢਣਾ ਪਾਏ, ਫਿਰ ਵਾਪਸ ਜਿਹੜਾ ਹੈਗਾ ਆਪਣੀ ਸੰਗਤ ਦੇ ਵਿੱਚ ਚਲੇ ਜਾਂਦੇ ਆ ਪਾਏ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਹਾਂਜੀ ਸੁਰਿੰਦਰ ਜੀ ਕੁਛ ਕਹਿ ਰਹੇ ਤੁਸੀਂ? ਹਾਂਜੀ ਵਾਹਿਗੁਰੂ ਜੀ। ਹਾਂ, ਮੈਂ ਇਹ ਤੁਹਾਨੂੰ ਪੁੱਛਣਾ ਸੀਗਾ ਵੀ ਗੁਰਬਾਣੀ 'ਚ ਲਿਖਿਆ ਹੋਇਆ ਅੱਗੇ ਬਿਮਲ ਨਦੀ ਬਿਖ ਚੇਲਾ ਤੇ ਕਿਤੇ ਸੰਗ ਨਾ ਸਾਥੀ ਜੀਓ ਅਕੇਲਾ, ਹੈਗਾ ਨਾ ਗੁਰਬਾਣੀ ਵਿੱਚ? ਉਹ ਜਿਹੜੀ ਨਦੀ ਹੈ ਬੀਬੀ, ਉਹ ਨਦੀ ਜਿਹੜੀ ਹੈਗੀ ਆ ਉਹ ਜੂਨਾ ਦੀ ਨਦੀ ਹੈਗੀ ਆ। 84 ਲੱਖ ਸਾਹਮਣੇ ਤਾਂ ਨਜ਼ਰ ਆ ਰਹੀਆਂ ਨਦੀਆਂ ਜੂਨਾ। ਅੱਛਾ, ਹਾਂ, ਉਹ ਜੂਨਾ ਦੀ ਨਦੀ ਹੈਗੀ, ਔਰ ਉਹ ਜੂਨਾ ਵੀ ਮਿਲਣੀਆਂ ਬਹੁਤ ਰੇਅਰ ਹੈਗੀਆਂ। ਇਹ ਮਨੁੱਖਾ ਜੂਨ ਗਈ ਆਪਣੀ, ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਸਰੀਰ ਗਿਆ ਆਪਣਾ 5 ਭੂਤਕ, ਇਸ ਤੋਂ ਬਾਅਦ ਸੂਖਸ਼ਮ ਸਰੀਰ ਹੈ, ਇਸ ਤੋਂ ਬਾਅਦ ਤੁਹਾਨੂੰ ਕੁੱਖ ਲੱਭਣੀ ਜਿਹੜੀ ਹੈਗੀ ਉਹ ਭੋਗੀ ਜੂਨਾਂ ਦੇ ਵਿੱਚ ਜਾਣ ਵਾਸਤੇ। ਉੱਥੇ ਵੀ ਵੇਟਿੰਗ ਲਿਸਟ ਹੈਗੀ, ਪਤਾ ਨਹੀਂ ਕਿੰਨੀ ਕੁ ਵੇਟਿੰਗ ਲਿਸਟ ਕਰਨੀ ਪੈਣੀ ਹੈ ਜਦ ਤੁਹਾਨੂੰ ਕੁੱਖ ਲੱਭਣੀ ਹੈ ਜਿਹੜੀ ਜੂਨ 'ਚ ਤੁਸੀਂ ਜਾਣਾ ਹੈ। ਇਹਦੀ ਗੱਲ ਕਰ ਰਹੇ। ਠੀਕ ਹੈ ਜੀ। ਹਾਂਜੀ ਗੋਰਖੀ ਸਾਹਿਬ। ਨਿੱਜਰ ਸਾਹਿਬ ਉਦੋਂ ਵੀ ਗੱਲ ਚੱਲੀ ਸੀ, ਵਾਵਾ ਟਾਈਮ ਪਹਿਲਾਂ ਦੀ ਕਥਾ ਕੀਤੀ, ਉਦੋਂ ਵੀ ਦੱਸਿਆ ਸੀ ਕਿ ਉੱਥੇ ਕੋਈ ਨਦੀ ਨੁਦੀ ਨਹੀਂ ਬਣੀ ਆ, ਉਹ ਸਾਰਾ ਸੂਖਮ ਆ। ਹਾਂ, ਆਪਣੇ ਸਾਰੀ ਗੋਰਖੀ ਦਾ ਉਹ ਨਾ ਆਪਣੇ ਇਹਨਾਂ ਦੀ ਬਾਣੀ ਪੁਰਸਲਾਤ ਕਾ ਪੰਥ ਦੁਹੇਲਾ, ਨਾ ਕੋ ਸੰਗੀ ਨਾ ਕੋ ਸਾਥੀ ਗਵਨ ਇਕੇਲਾ, ਇਸ ਤਰ੍ਹਾਂ ਆਉਂਦਾ ਹੈ। ਜਿਹੜੀ ਰਵਿਦਾਸ ਜੀ ਦੀ ਬਾਣੀ ਵੀ ਆਉਂਦੀ ਹੈ, ਉਹਦੇ ਵਿੱਚ ਦੱਸਦੇ ਪੁਰਸਲਾਤ ਜਿਹੜਾ ਹੈਗਾ, ਕਹਿੰਦੇ ਬਸ ਜਿੱਥੋਂ ਦੀ ਲੰਘਣਾ ਹੈ ਆਪਾਂ ਹੈਗੇ ਆ, ਆਪਾਂ ਇੱਕ ਜਿਹੜੇ ਹੈਗੇ ਆ ਇੰਨਾ ਸੂਖਸ਼ਮ ਹੈਗੇ ਆ ਕਿ ਸਪਰਮ ਦੇ ਵਿੱਚ ਆਪਣੀ ਬਾਡੀ ਹੈ, ਸਪਰਮ ਬਾਡੀ ਹੈ, ਉਹਦੇ ਵਿੱਚ ਆਪਣੀ ਆਤਮਾ ਹੈ, ਉਹਨਾਂ ਕੁ ਆਪਣਾ ਹੈ। ਇਹ ਸੂਈ ਦੇ ਜਿਹੜੀ ਖੰਡੇ ਦੀ ਧਾਰ ਤੋਂ ਲੰਘਣ ਵਾਲੀ ਗੱਲ ਹੈਗੀ ਆ। ਜੇ ਉਸ ਤੋਂ ਨਹੀਂ ਲੰਘ ਪਾਏ ਆਪਾਂ, ਤੇ ਫਿਰ ਵਾਪਸ ਜਿਹੜਾ ਹੈਗਾ ਸੰਸਾਰ ਦੇ ਵਿੱਚ ਆ, ਵਾਪਸ ਜੂਨਾ ਦੇ ਵਿੱਚ ਹੈਗੇ ਆ। ਉਹਦੀ ਗੱਲ ਕਰ ਰਹੇ ਆ ਭਾਈ। ਉਹ ਡਿਗੇ ਤੇ ਫਿਰ ਜਿਹੜਾ ਹੈਗੇ ਉੱਥੇ ਦੋਜਕ ਤਪਿਆ। ਦੋਜਕ ਕਿਹੜਾ? ਆ ਜੂਨਾ ਵਾਲਾ ਦੋਜਕ ਆ ਭਾਈ। ਇਹਦੇ ਵਿੱਚ ਫਿਰ ਤਪਾਇਆ ਜਾਂਦਾ ਆਪਾਂ ਨੂੰ, ਫਿਰ ਜਿਹੜਾ ਹੈਗਾ ਆਪਣਾ ਕਾਰਨ ਸ਼ੀਰ ਘਟਦਾ ਹੈ, ਫਿਰ ਜਿਹੜਾ ਹੈ ਫਿਰ ਵਾਪਸ ਆਪਾਂ ਨੂੰ ਮਨੁੱਖੀ ਜੂਨ ਮਿਲ ਜਾਂਦੀ ਹੈ, ਫਿਰ ਟੈਸਟ ਮਿਲ ਜਾਂਦਾ ਹੈ। ਇਹੀ ਗੇਮ ਚੱਲਦੀ ਰਹਿੰਦੀ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ, ਉਹ ਕਬੀਰ ਸਾਹਿਬ ਨੇ ਕਿਹਾ ਨਾ ਕਿ ਮੁਕਤ ਦੁਆਰਾ ਸ਼ੌਕਰਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਬਿਲਕੁਲ ਸਹੀ ਗੱਲ। ਹਾਂ, ਬੜਾ ਬਰੀਕ ਹੈ। ਬਰੀਕ ਦਾ ਮਤਲਬ ਉੱਥੇ ਸੱਚ ਹੀ ਲੰਘ ਸਕਦਾ ਵਾ, ਮਿਲਾਵਟ ਨਹੀਂ ਲੰਘ ਸਕਦੀ। ਔਰ ਜਦ ਤੱਕ ਮਿਲਾਵਟ ਹੈਗੀ ਤੁਹਾਨੂੰ ਬਾਹਰ ਕੱਢ ਦੇਣਾ ਅਗਲਿਆਂ ਨੇ। ਸੱਚ ਹੈਗੀ ਆਪਣੀ ਆਤਮਾ ਗੋਰਖੀ ਸਾਹਿਬ, ਆਤਮਾ, ਬਸ ਸਿੰਪਲ ਜੀ ਗੱਲ।
ਹਾਂ ਆਤਮਾ ਤੱਕ ਜਦ ਤੱਕ ਸਾਡੀ ਅਪਰੋਚ ਨਹੀਂ ਆ ਅਸੀਂ ਰਾਹ 'ਚ ਹੀ ਬੈਠੇ ਆ। ਬਿਲਕੁਲ ਬੈਠੇ ਹਾਂ, ਬਿਲਕੁਲ ਬੈਠੇ। ਔਰ ਆਤਮਾ ਦੇ ਵਿੱਚ ਤੁਹਾਡਾ ਕੋਈ ਸਰੀਰਕ ਤੁਹਾਡਾ ਬਾਹਰੀ ਰੂਪ ਤੇ ਜਾ ਹੀ ਨਹੀਂ ਸਕਦਾ, ਉੱਥੇ ਮਨ ਵੀ ਨਹੀਂ ਜਾ ਸਕਦਾ ਕਿਉਂਕਿ ਮਨ ਦੇ ਤੇ ਅੰਦਰ ਹੈ ਆਤਮਾ। ਬਿਲਕੁਲ ਬਾਣੀ ਕਹਿੰਦੀ ਮਨ ਦੇ ਅੰਦਰ ਹੈ ਆਤਮਾ। ਠੀਕ ਹੈ ਜੀ, ਪਲੀਜ਼ ਅੰਡਰਸਟੈਂਡ ਕਰੋ। ਹੁਣ ਇਹ ਕੀ ਕਹਿੰਦੇ ਨੇ ਕਿ ਉੱਥੇ ਉਹਨਾਂ ਦੀ ਦਾਲ ਨਹੀਂ ਗਲਦੀ, ਚਲੋ ਔਖੇ ਸੌਖੇ ਹੋ ਕੇ ਵਿਚਾਰੇ ਬੈਠੇ ਬੁੱਠੇ ਰਹਿੰਦੇ ਆ, ਪਰ ਮਨਮੁਖੀ ਕਰਦੇ ਆ, ਸੰਗਤ ਵੀ ਕਰਦੇ ਆ, ਸੰਗਤ 'ਚ ਵੀ ਰਹਿ ਕੇ ਉਹ ਪੱਥਰ ਵਾਂਗੂ ਰਹਿੰਦੇ ਨੇ, ਪ੍ਰਾਪਤ ਕੁਛ ਨਹੀਂ ਹੁੰਦਾ। ਉਹ ਸੰਗਤ ਚੋਂ ਮਸਾ ਬਾਹਰ ਜਾਣਗੇ, ਫਿਰ ਉਸੇ ਤਰ੍ਹਾਂ ਹੀ ਕੁਸੰਗੀ ਕਰਨਾ ਹੈ ਉਹਨਾਂ ਨੇ, ਰੋਕਣਾ ਨਹੀਂ ਆਪਣੀ ਇੰਦਰੀਆਂ ਨੂੰ। ਇਹ ਬਾਣੀ ਇਸੇ ਕਰਕੇ ਕਹਿ ਰਹੀ ਆ ਇਹ ਲੋਕ ਰਹਿੰਦੇ ਸੰਗਤ 'ਚ ਵੀ ਆ, ਉੱਥੇ ਵੀ ਕੁਛ ਨਹੀਂ ਪ੍ਰਾਪਤ ਕਰ, ਕਿਉਂਕਿ ਸੰਗਤ ਜੋ ਮਾੜਾ ਬਾਹਰ ਗਏ, ਇਹਨਾਂ ਦੀ ਸੰਗਤ ਜਿਹੜੀ ਦੂਜੀ ਆ ਉਹ ਦੂਜੀ ਆ, ਇੱਥੇ ਮਜਬੂਰੀ ਨਾਲ ਬੈਠੇ ਆ। ਹਾਂਜੀ ਨਜਰ ਸਾਹਿਬ, ਕਿਉਂਕਿ ਗੋਰਖੀ ਸਾਹਿਬ ਦੇਖੋ, ਝੂਠ ਔਰ ਸੱਚ ਦੋ ਚੀਜ਼ਾਂ ਹੈਗੀਆਂ। ਤੁਸੀਂ ਝੂਠ ਨੂੰ ਸੱਚ ਦੇ ਵਿੱਚ ਰਲਾ ਸਕਦੇ ਹੀ ਨਹੀਂ ਹੋ, ਉਹ ਰਲ ਸਕਦਾ ਹੀ ਨਹੀਂ ਆ। ਸੱਚ ਦੇ ਵਿੱਚ ਸੱਚ ਹੀ ਰਲੂਗਾ। ਦੂਜੀ ਚੀਜ਼ ਜੇ ਹੋਏਗੀ ਤੇ ਉਹ ਪਾਸ ਰਹਿ ਸਕਦੀ ਆ, ਰਲ ਨਹੀਂ ਸਕਦੀ। ਵਿੱਚ ਸੱਚੇ ਕੂੜ ਨਾ ਗੱਡਈ, ਮਨੇ ਵੇਖੋ ਕੋ ਨਿਰਜਾਸ। ਕਹਿੰਦੇ ਨਿਰਜਾ ਲੈ ਕੇ ਤਕੜੀ ਤੇ ਤੋਲ ਕੇ ਦੇਖ ਲਓ ਪਾਏ। ਜੇ ਸੱਚ ਦੇ ਵਿੱਚ ਕੂੜ ਰਲਦਾ ਹੁੰਦਾ ਤੇ ਫਿਰ ਤਾਂ ਖਰਾ ਸੋਨਾ ਉਹਦੇ ਵਿੱਚ ਪਿੱਤਲ ਪਾ ਕੇ ਵੇਚੀ ਜਾਣਾ ਸੀ ਅਗਲਿਆਂ ਨੇ। ਵਿੱਚ ਸੱਚੇ ਕੂੜ ਨਾ ਗੱਡਈ, ਮਨੇ ਵੇਖੋ ਕੋ ਨਿਰਜਾਸ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਆਹ ਦੇਖੋ, ਸੱਚ ਦੇ ਨਾਲ ਸੱਚ ਵਾਲੇ ਬੈਠੇ ਆ ਸੱਚ ਦੀ ਜਗ੍ਹਾ ਤੇ ਝੂਠ ਵਾਲੇ ਝੂਠ 'ਚ ਚਲੇ ਗਏ। ਹਾਂਜੀ ਸੀ ਗੁਰਗੀ ਸਾਹਿਬ, ਬਿਲਕੁਲ ਠੀਕ ਹੈ ਜੀ। ਚੁੰਬਕ ਵੇਖੋ ਜੀ, ਚੁੰਬਕ ਉਸੇ ਲੋਹੇ ਨੂੰ ਖਿੱਚਦੀ ਆ ਜਿਹੜਾ ਲੋਹਾ ਹੈਗਾ। ਜਿਹੜਾ ਲੋਹਾ ਨਹੀਂ ਹੈਗਾ ਤੇ ਚੁੰਬਕ ਉਹਨੂੰ ਖਿੱਚਦੀ ਵੀ ਨਹੀਂ, ਉਹ ਤੇ ਉੱਥੇ ਪਿਆ ਰਹਿੰਦਾ। ਬਿਲਕੁਲ। ਹੁਣ ਇਸੇ ਤਰ੍ਹਾਂ ਜਿਹੜੀ ਸੰਗਤ ਆ, ਜਿਹੋ ਜੀ ਸੰਗਤ ਆ ਨਾ, ਉਹ ਚੁੰਬਕ ਵਾਂਗੂ ਖਿੱਚਦੀ ਹੈ। ਤੇ ਜੇ ਅਗਲੇ ਜਤਾਤੀ ਨਹੀਂ ਹੈਗਾ, ਤੁਸੀਂ ਕਿੱਥੋਂ ਖਿੱਚ ਲੋਗੇ ਉਹਨੂੰ? ਆਪ ਇੱਕ ਅੰਡਰਸਟੈਂਡ ਕਰੋ। ਹੁਣ ਵੇਖਣ ਨੂੰ ਤਾਂਬਾ ਵੀ ਲੋਹੇ ਵਾਂਗੂ ਹੀ ਆ, ਪਿੱਤਲ ਵੀ ਆ, ਇਹ ਵੀ ਤੇ ਮੈਟਲ ਹੀ ਹੈਗੇ ਆ, ਪਰ ਉਹਨਾਂ ਦੇ ਅੰਦਰ ਉਹ ਤੱਤ ਨਹੀਂ ਹੈਗਾ ਜਿਹੜਾ ਲੋਹੇ ਦੇ ਅੰਦਰ ਹੈ। ਹੁਣ ਚੁੰਬਕ ਚਾਹ ਕੇ ਵੀ ਉਹਨਾਂ ਨੂੰ ਖਿੱਚ ਨਹੀਂ ਸਕਦੀ, ਕਿਉਂ? ਕਿਉਂਕਿ ਉਹਨਾਂ ਦੇ ਤੱਤ ਨਹੀਂ ਹੈਗਾ। ਇਸੇ ਹੀ ਤਰ੍ਹਾਂ ਜਿਹੜੇ ਬੰਦੇ ਕੋ ਸੰਗਤ ਹੁੰਦੀ ਆ, ਉਹਨਾਂ ਦੇ ਅੰਦਰ ਮੈਗਨੇਟ ਨਹੀਂ ਅਟਰੈਕਟ ਕਰ ਸਕਦੀ, ਕਿਉਂਕਿ ਉਹਨਾਂ ਦੇ ਅੰਦਰ ਕੁਝ ਹੋਰ ਭਰਿਆ ਹੈ। ਬਿਲਕੁਲ ਭਰਿਆ ਹੋਇਆ, ਉਹਨਾਂ ਦੇ ਅੰਦਰ ਖਿੱਚ ਹੀ ਨਹੀਂ ਹੈ ਨਾ, ਕਿਉਂਕਿ ਉਹ ਤਾਂ ਉਹਨਾਂ ਦਾ ਇੰਟਰਸਟ ਹੀ ਨਹੀਂ ਆ, ਉਹ ਫੀਲਡ ਹੀ ਨਹੀਂ ਆ ਉਹਨਾਂ ਦੀ, ਉਹ ਉਹਨਾਂ ਦਾ ਟੇਸਟ ਹੀ ਨਹੀਂ ਹੈ। ਉਹਨਾਂ ਨੇ ਆਪਣੇ ਅੰਦਰੋਂ ਮੈਟਲ ਨੂੰ ਚੇਂਜ ਕਰ ਲਿਆ ਹੈ, ਕੁਝ ਹੋਰ ਬਣਾ ਲਿਆ ਹੈ। ਬਿਲਕੁਲ। ਭਾਵੇਂ ਚੁੰਬਕ ਸ਼ਕਤੀ ਹੈਗੀ ਆ, ਚੁੰਬਕ ਥੋੜੀ ਕਹਿੰਦੀ ਕਿ ਮੈਂ ਨਹੀਂ ਖਿੱਚਣਾ ਚਾਹੁੰਦੀ। ਚੁੰਬਕ ਕਹਿੰਦੀ ਜਿਹੜਾ ਵੀ ਆਊਗਾ ਮੈਂ ਖਿੱਚ ਸਕਦੀ ਹਾਂ। ਹੁਣ ਅਗਲੇ ਬੰਨੇ ਉਹ ਅਗਲੇ ਬੰਨੇ ਜਿਹੜਾ ਮੈਟਲ ਹੀ ਤਿਆਰ ਨਹੀਂ, ਉਹ ਕੁਝ ਹੋਰ ਬਣ ਕੇ ਬੈਠਾ ਹੈ, ਔਗਣਾਂ ਦੇ ਨਾਲ ਭਰਿਆ, ਉਹਨੂੰ ਕਿੱਥੋਂ ਖਿੱਚ ਲੂਗੀ ਵਿਚਾਰੀ? ਠੀਕ ਹੈ ਜੀ। ਬਿਲਕੁਲ। ਤੇ ਫਿਰ ਕੂੜ ਦੇ ਵਿੱਚ ਫਿਰ ਕੂੜ ਹੀ ਜਾ ਕੇ ਰਲਦਾ ਤੇ ਸੱਚ ਹੀ ਰਲੂਗਾ, ਕਿਉਂਕਿ ਸੱਚ ਤੇ ਕੂੜ ਰਲ ਨਹੀਂ ਸਕਦਾ। ਇਸੇ ਕਰਕੇ ਸੁਨਿਆਰਿਆਂ ਕੋਲ ਕਸਵੱਟੀ ਹੁੰਦੀ ਹੈ, ਉਹ ਰਗੜ ਕੇ ਵੇਖ ਲੈਂਦੇ ਆ ਇਹ ਕਿੰਨੀ ਕੁ ਮਿਲਾਵਟ ਹੈ। ਤੇ ਜਿੰਨਾ ਕੋ ਸ਼ੁੱਧ ਆ ਉਨੀ ਕੀਮਤ ਜ਼ਿਆਦੀ ਆ, ਜਦੋਂ ਉਹ ਚ ਅਸ਼ੁੱਧੀ ਜ਼ਿਆਦਾ ਹੁੰਦੀ ਆ ਉਹਦੀ ਕੀਮਤ ਘੱਟ ਹੁੰਦੀ ਹੈ। ਇਸੇ ਹੀ ਤਰ੍ਹਾਂ ਤੁਹਾਡਾ ਜੀਵਨ ਹੈ, ਜਿਹੋ ਜਿਹਾ ਸੂਖਮ ਸਰੀਰ ਲੈ ਜਾਓਗੇ ਉਨੀ ਕੀਮਤ ਪੈ ਜਾਣੀ ਆ। ਜਿੱਦਣ 24 ਕੈਰਟ ਲੈ ਕੇ ਚੱਲ ਗਏ ਨਾਲ ਹੀ ਮੁਕਤ। ਬਸ ਬਿਲਕੁਲ। ਐਵੇਂ ਇੱਧਰ ਉਧਰ ਦੀਆਂ ਗੱਲਾਂ ਕਰੀ ਜਾਈਏ। ਕਰੰਸੀ ਸੱਜਣਾ ਉੱਥੇ ਅਸਲੀ ਚੱਲਣੀ ਓ, ਨਕਲੀ ਕਰੰਸੀ ਨਹੀਂ ਚੱਲਦੀ। ਇੱਥੇ ਤੂੰ ਲੋਕਾਂ ਨੂੰ ਜ਼ਰੂਰ ਬੇਵਕੂਫ ਬਣਾ ਸਕਦਾ ਹੈ, ਪਰ ਉੱਥੇ ਦਰਗਾਹ ਦੇ ਵਿੱਚ ਜਿਹੜੇ ਨਾ ਅਸਲਾਂ ਦੇ ਨਿਬੇੜੇ ਹੋਣੇ। ਅਸਲ ਲੈ ਜਾ ਤੇ ਕੰਮ ਖਤਮ ਹੈ। ਇੰਨਾ ਹੀ ਕੰਮ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਫੁੱਟਣਾ ਤੇ ਇਧਰੋਂ ਲਾਉਣਾ, ਇਹਨੂੰ ਬੁਰਾਈ ਤੋਂ ਕੱਢ ਦੇ ਚੰਗਿਆਈ ਤੇ ਲਾ ਦੇ, ਆਟੋਮੈਟਿਕਲੀ ਤੂੰ ਸਵਰਗ ਹੋ ਜਾਣਾ। ਕਹਿੰਦੇ ਰੋਟੀ ਖਾਣੀ ਆ, ਕਹਿੰਦਾ ਮੈਨੂੰ ਦੱਸੋ, ਉਹ ਕਹਿੰਦਾ ਤੈਨੂੰ ਭੁੱਖ ਹੀ ਨਹੀਂ ਆ। ਉਹ ਫਿਰ ਪੁੱਛਦਾ ਨਹੀਂ ਆ, ਫਿਰ ਬੰਦਾ ਕਹਿੰਦਾ ਰੱਬ ਦਾ ਨਾਂ ਕਿੱਦਾਂ ਲੈਣਾ? ਉਹ ਤੂੰ ਛੱਡ ਯਾਰ, ਨਹੀਂ ਲੈਣਾ ਹੁੰਦਾ, ਤੂੰ ਵੈਗਰੂ ਵੈਗਰੂ ਕਹਿਣਾ ਸ਼ੁਰੂ ਕਰ, ਆਪਣੇ ਆਪ ਹੀ ਲੈ ਆਣਾ ਤੇਰੇ ਕੋ, ਕਿਉਂਕਿ ਤੂੰ ਪੁੱਛਦਾ ਫਿਰਦਾ ਹੈ ਜੇ, ਤੈਨੂੰ ਪਤਾ ਨਹੀਂ ਹੈਗਾ। ਆਪਾਂ ਗੋਰਖੀ ਸਾਹਿਬ ਆਏ, ਆਪਾਂ ਜਿਹੜੇ ਹੈਗੇ ਆ ਖੋਟ ਕੱਢਣ ਵਾਸਤੇ ਆਏ ਆ, ਖੋਟ ਨੂੰ ਛੱਡਣ ਵਾਸਤੇ ਆਏ ਆ, ਸੱਚ ਹੀ ਰਹਿ ਜਾਣਾ ਆ ਬਾਕੀ। ਹਾਂਜੀ ਵੀਰ। ਹਾਂ, ਨਿਜਰ ਸਭ ਹੈ ਹੀ ਸੱਚ ਆ, ਝੂਠ ਤੇ ਹੈ ਹੀ ਨਹੀਂ। ਬਿਲਕੁਲ। ਮਾਇਆ ਤੇ ਹੈ ਹੀ ਨਹੀਂ, ਮਾਇਆ ਤੇ ਇਹ ਤੇ ਚੱਲ ਜਾਣੀ ਹੈ, ਇਹ ਤੇ ਬਿਨਸ ਜਾਣੀ ਹੈ, ਅਸਲੀਅਤ ਨਹੀਂ ਹੈਗੀ। ਬਿਲਕੁਲ ਅਸਲੀਅਤ ਨਹੀਂ ਹੈਗੀ। ਹਾਂ, ਔਰ ਮਾਇਆ ਜਦ ਤੱਕ ਮਾਇਆ ਹੈਗੀ ਤਦ ਤੱਕ ਰੰਗ ਤਮਾਸ਼ੇ ਆ। ਜਿੱਦਾਂ ਵੇਖੋ ਵਿਆਹ ਤੇ ਬੰਦੇ ਗਏ ਨੇ, ਉਹ ਸਾਡੇ ਵਰਗੇ ਨੂੰ ਜੇ ਕੋਈ ਚੰਗੀ ਗੱਲ ਕਰਦਾ ਵੀ ਆ ਤੇ ਉਹ ਵਿਆਹ ਵਾਲਾ ਹਿਸਾਬ ਹੈ, ਜਿੱਥੇ ਕੋਈ ਡਾਂਸਰ ਨਹੀਂ ਲੱਗੀ, ਕੋਈ ਸ਼ਰਾਬ ਨਹੀਂ, ਕੋਈ ਮੀਟ ਮੱਛੀ ਨਹੀਂ ਆ, ਤੇ ਉਹ ਵਿਆਹ 'ਚ ਵੇਖ ਲਓ ਲੋਕਾਂ ਦੀਆਂ ਸ਼ਕਲਾਂ, ਲੋਕੀ ਇੱਕ ਦੂਜੇ ਨੂੰ ਵੇਖੀ ਜਾਂਦੇ।
ਉਹ ਹਿਸਾਬ ਸਾਡਾ ਹੈ। ਉਹ ਕਹਿੰਦੇ ਜਿਹੜਾ ਕੁਛ ਜਿਹਦੀ ਸੰਗਤ ਮਾੜੀ ਹੈ ਉਹਨੂੰ ਚੰਗੀ ਸੰਗਤ ਚ ਲੈ ਵੀ ਜਾਓਗੇ ਤੇ ਉਹਨੂੰ ਨਹੀਂ ਚੰਗਾ ਲੱਗਦਾ। ਕਿਉਂ ਨਹੀਂ ਚੰਗਾ ਲੱਗਦਾ? ਤੁਸੀਂ ਸੂਰ ਨੂੰ ਵੇਖਿਆ ਨਾ, ਸੂਰ ਨੂੰ ਤੇ ਧਰੂ ਭਗਤ ਕਹਿੰਦਾ ਹੈ ਕਿ ਇਹ ਸੂਰ ਨੂੰ ਆਪਾਂ ਬੈਕੁੰਠ ਚ ਲੈ ਜਾਣਾ ਤੇ ਸੂਰ ਉਹ ਕਹਿੰਦਾ ਹੈ ਕਿ ਉੱਥੇ ਬਿਸਟਾ ਮਿਲੂਗੀ ਖਾਣ ਨੂੰ, ਬਸ ਕਿਉਂਕਿ ਉਹਦੀ ਬਿਰਤੀ ਚ ਬਿਸਟਾ ਹੀ ਬਹੁਤ ਕੁਛ ਹੈ। ਉਹ ਕਹਿੰਦਾ ਮੈਂ ਸਵਰਗ ਨੂੰ ਕੀ ਕਰਨਾ ਹੈ, ਮੈਨੂੰ ਬਿਸਟਾ ਮਿਲਣੀ ਚਾਹੀਦੀ ਹੈ ਤੇ ਜਿੱਥੇ ਵੀ ਮਿਲਦੀ ਹੈ ਮੇਰੇ ਲੋ ਭਾਵੇਂ ਨਰਕ ਚ ਲੈ ਜਾਓ, ਮੈਨੂੰ ਦੇ ਦਿਓ। ਇਸੇ ਵਾਸਤੇ ਜਿਹੜਾ ਹੈਗਾ ਆਪਾਂ 84 ਚ ਘੁੰਮੀ ਜਾ ਰਹੇ, ਇਸੇ ਵਾਸਤੇ ਘੁੰਮੀ ਜਾ ਰਹੇ ਵਿਸ਼ਟਾ ਦੇ ਵਿੱਚ। ਨਿੱਜਾ ਸਾਹਿਬ ਹੈ ਕੀ ਕਹਾਣੀ ਹੈ, ਲੋਕਾਂ ਨੇ ਪਤਾ ਨਹੀਂ ਇੱਧਰ ਉੱਧਰ ਗੱਲਾਂ ਕਰਕੇ ਉਲਝਾ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੱਚਾ ਸੌਦਾ ਕਰ ਲਓ, ਗੱਲ ਖਤਮ, ਗੇਮ ਚੋਂ ਬਾਹਰ ਆ ਜਾਓ, ਕੋਈ ਕਹਾਣੀ ਨਹੀਂ ਆ। ਬਿਲਕੁਲ ਬਿਲਕੁਲ ਠੀਕ ਹੈ ਜੀ। ਔਰ ਨੰਬਰ 1, ਕੋਈ ਔਖੇ ਹੋ ਕੇ ਤੁਹਾਨੂੰ ਫਾਹ ਨਹੀਂ ਲੈਣ ਦੀ ਲੋੜ ਕਿ ਦਾਨ ਪੁੰਨ ਕਰਨ ਜਾਓ। ਤੁਸੀਂ ਕੇਵਲ ਆਪਣਾ ਜੀਵਨ ਸਹੀ ਤਰ੍ਹਾਂ ਬਤੀਤ ਕਰੋ ਗੇਮ ਚੋਂ ਬਾਹਰ। ਚਿੱਤ ਉਹਨਾਂ ਜਿਹਾ ਸ਼ਾਂਤੀ ਨਹੀਂ ਹੋਣਾ ਜਦ ਤੱਕ ਤੁਸੀਂ ਆਪਣੇ ਜੀਵਨ ਨੂੰ ਪ੍ਰੈਕਟੀਕਲ ਨਹੀਂ ਗਰਾਊਂਡ ਲੈਵਲ ਤੇ ਕੁਝ ਕਰਦੇ। ਇੱਥੇ ਮੈਂ ਧਾਰਮਿਕ ਗੱਲਾਂ ਕਰਦਾ ਹਾਂ, ਅਸਲੀਅਤ ਦੇ ਤੌਰ ਤੇ ਮੈਂ ਇੱਕ ਆਪਣੀ ਪਤਨੀ ਨੂੰ ਉਹਦਾ ਬਣਦਾ ਸਨਮਾਨ ਨਹੀਂ ਦੇ ਰਿਹਾ, ਆਪਣੇ ਜੋ ਪਿਓ ਦਾ ਮਾਣ ਨਹੀਂ ਕਰ ਰਿਹਾ, ਆਪਣੀ ਮਾਂ ਦਾ ਮਾਣ ਨਹੀਂ ਕਰ ਰਿਹਾ, ਜੋ ਉਹਦਾ ਬਣਦਾ ਹੈ, ਜੋ ਧਰਮ ਆ। ਮੈਂ ਇੱਕ ਆਪਣੇ ਪੁੱਤ ਦਾ ਫਰਜ਼ ਨਹੀਂ ਨਿਭਾ ਰਿਹਾ, ਇੱਕ ਆਪਣੀ ਪਤਨੀ ਦਾ ਫਰਜ਼ ਨਹੀਂ ਨਿਭਾ ਰਿਹਾ, ਇੱਕ ਮਾਂ ਬਾਪ ਦਾ ਫਰਜ਼ ਨਹੀਂ ਨਿਭਾ ਰਿਹਾ, ਇੱਕ ਸੰਤਾਨ ਦਾ ਫਰਜ਼ ਨਹੀਂ ਨਿਭਾ ਰਿਹਾ, ਤੇ ਫਿਰ ਬਾਕੀ ਕੀ ਰਹਿ ਗਿਆ? ਉਹ ਬਾਕੀ ਜੋ ਮੈਂ ਕਰ ਰਿਹਾ ਉਹ ਬਾਣੀ ਕਹਿੰਦੀ ਹੈ ਕੇਵਲ ਤੂੰ ਜਸਟ ਐਕਸ਼ਨ ਹੀ ਕਰਨੇ ਆ। ਤੂੰ ਜੇ ਤੂੰ ਪ੍ਰੈਕਟੀਕਲੀ ਸਹੀ ਆ ਤੇ ਫਿਰ ਇਹ ਦੂਜੇ ਕਰੈਕਟਰ ਤੇਰੇ ਕਿਉਂ ਨਹੀਂ ਸਹੀ ਹੁੰਦੇ? ਬਿਲਕੁਲ ਸਹੀ ਹੈ। ਜੇ ਤੂੰ ਖਰਾ ਸੋਣਾ ਹੈ ਤੇ ਹਰ ਜਗ੍ਹਾ ਤੇ ਖਰਾ, ਹਰੇਕ ਕਸੌਟੀ ਤੇ ਖਰਾ ਰਹਿਣਾ ਚਾਹੀਦਾ। ਹਾਂ, ਕਿਉਂਕਿ ਤੂੰ ਪਤਾ ਨਹੀਂ ਕੀ ਕਰ ਰਿਹਾ ਵਾ, ਲੋਕਾਂ ਨੇ ਤੈਨੂੰ ਬੇਵਕੂਫ ਬਣਾਇਆ ਔਰ ਤੂੰ ਬਣ ਗਿਆ। ਬਿਲਕੁਲ ਹਾਂ, ਉੱਥੇ ਜਾ ਕੇ ਗੁਰਦੁਆਰੇ ਮੰਦਰੇ ਜਾ ਕੇ ਤੂੰ ਕਰ ਰਿਹਾ ਵਾ, ਉਹ ਧਰਮ ਨਹੀਂ ਆ। ਧਰਮ ਤੇ ਤੇਰੇ ਤੋਂ ਹੀ ਸ਼ੁਰੂ ਹੁੰਦਾ ਹੀ, ਔਰ ਜਿੱਥੋਂ ਭੱਜ ਗਿਆ ਉਹੀ ਗੜਬੜੀ। ਹਾਂ, ਇਹ ਜਿਹੜੇ ਰਿਸ਼ਤੇ ਆ ਨਾ ਗੋਰਖੀ ਸਾਹਿਬ, ਜਿੱਥੇ ਆਪਾਂ ਜਿੱਥੇ ਟਾਈਮ ਸਪੈਂਡ ਕਰਦੇ ਆ ਤੇ ਇਹੀ ਆਪਣੀਆਂ ਕਸੌਟੀਆਂ ਹੈਗੀਆਂ। ਇੱਥੇ ਹੀ ਆਪਾਂ ਨੇ ਖਰੇ ਉਤਰਨਾ ਹੈ। ਜਿੱਦਣ ਖਰੇ ਉਤਰ ਜਾਵਾਂਗੇ ਉਸ ਦਿਨ ਪਾਸ ਆਊਟ ਹੋ ਜਾਵਾਂਗੇ। ਹਾਂ ਨਿੱਜਰ ਸਾਹਿਬ, ਤੁਸੀਂ ਮੈਨੂੰ 2 ਮਿੰਟ ਮਿਲੇ, ਮੇਰੇ ਘਰੇ ਆਏ, ਮੈਂ ਚੰਗਾ ਸਾਹਿਬ ਬਾਬੂ ਬਣਿਆ, ਬੜਾ ਬੰਦਿਆਂ ਨੂੰ ਐ ਥੋੜੀਆਂ ਗੱਲਾਂ ਕਰਨੀਆਂ, ਤੁਹਾਡੀਆਂ ਗੱਲਾਂ ਸੁਣਨੀਆਂ। ਤੁਸੀਂ ਕਹਿਣਾ ਚਰਨਜੀਤ ਤੇ ਬਹੁਤ ਵਧੀਆ ਇਨਸਾਨ ਹੈ। ਮੇਰੇ ਘਰ ਦੇ ਨੂੰ ਪਤਾ ਮੈਂ ਕਿੱਦਾਂ ਦਾ ਇਨਸਾਨ। ਬਿਲਕੁਲ ਸਹੀ ਹੈ, ਘਰ ਵਾਲਿਆਂ ਨੂੰ ਪੂਰਾ ਪਤਾ। ਮੈਂ ਤੇ ਕਹਿੰਦਾ ਤੁਹਾਨੂੰ, ਜੇ ਤੁਸੀਂ ਕਹਿੰਦੇ ਨਾ ਕਿ ਮੈਂ ਬੜਾ ਸਾਹਿਬ ਆ, ਤੁਹਾਡੇ ਦਫ਼ਤਰ 'ਚ ਬੜੀ ਇੱਜ਼ਤ ਆ, ਜਿੱਦਣ ਤੁਹਾਡੀ ਘਰ ਦੀ ਜਾਂ ਤੁਹਾਡਾ ਘਰ ਦਾ ਕਹਿ ਦੂ ਨਾ ਕਿ ਮੇਰੀ ਪਤਨੀ ਬੜੀ ਵਧੀਆ ਜਾਂ ਮੇਰਾ ਪਤੀ ਬੜਾ ਵਧੀਆ, ਅਸਲ 'ਚ ਉਧਰ ਤੁਸੀਂ ਕਿਹੋ ਕਿ ਹਾਂ ਮੈਂ ਸਹੀ ਆ। ਘਰ ਦੀ ਤੇ ਘਰ ਵਾਲਾ ਤਾਂ ਕਹਿੰਦੇ ਕਿ ਮੇਰੇ ਕੋਲੋਂ ਆ ਕੇ ਪੁੱਛੋ, ਮੈਂ ਦੱਸਦੀ ਹਾਂ ਤੁਹਾਨੂੰ, ਮੈਂ ਦੱਸਦਾ ਤੁਹਾਨੂੰ ਇਹਦੇ ਬਾਰੇ। ਉਹ ਕਹਿੰਦੇ ਸਰ ਬਹੁਤ ਵਧੀਆ, ਸਰ ਨੰਬਰ 1 ਸਰ, ਐਡੇ ਵਧੀਆ ਸਰ ਸਾਡੇ ਹੈਗੇ ਨੇ, ਬਹੁਤ ਵਧੀਆ ਕੰਪਨੀ ਨੂੰ ਬੜਾ ਵਧੀਆ ਰਨ ਕਰਦੇ ਸਾਡੇ ਸਰ ਬਹੁਤ ਆ। ਉਹ ਕਹਿੰਦੇ ਜੇ ਇਸ ਲਈ ਸਰਟੀਫਿਕੇਟ ਲੈਣਾ ਇਹਦੀ ਘਰ ਦੀ ਕੋ ਪੁੱਛੋ ਜਾ ਕੇ, ਇੱਕ ਇਹੋ ਜਿਹਾ ਬੰਦਾ। ਬਿਲਕੁਲ, ਜੇ ਹੋਰ ਲੈਣਾ ਤੇ ਇਹਨਾਂ ਦੇ ਬੱਚਿਆਂ ਕੋ ਪੁੱਛੋ। ਠੀਕ ਹੈ ਸਰ। ਸੋ ਪਲੀਜ਼, ਕਸਵੱਟੀ ਤੇ ਘਰੇ ਬੈਠੀ ਹੈ, ਉੱਥੇ ਪਲੀਜ਼ ਪ੍ਰੈਕਟੀਕਲ ਜਦੋਂ ਗਰਾਊਂਡ ਲੈਵਲ ਤੇ ਕੰਮ ਹੁੰਦਾ ਉੱਥੇ ਥੋੜਾ ਤਿਆਰ ਹੋ ਕੇ ਜਾਇਆ ਕਰੋ। ਅਗਲੇ ਨੇ ਤੁਹਾਡੇ ਅੰਦਰ ਸਾਰੀ ਜਿਹੜੀ ਹਲਚਲ ਪੈਦਾ ਕਰ ਦੇਣੀ ਹੈ, ਤੁਹਾਡੇ ਅੰਦਰ ਜਿਹੜੀਆਂ ਲੁਕੀਆਂ ਤਾਰਾਂ ਨਾ ਉਹ ਵੀ ਉਹਨਾਂ ਨੇ ਛੇੜ ਦੇਣੀਆਂ। ਤੇ ਫਿਰ ਕਾਮ ਕ੍ਰੋਧ ਲੋਭ ਮੋਹ ਦਾ ਪਤਾ ਨਹੀਂ ਕਿਹੜਾ ਸੁਰ ਤੁਸੀਂ ਲਾ ਦੇਣਾ। ਠੀਕ ਹੈ। ਹਾਂ, ਪਲੀਜ਼ ਮਾਈਂਡ ਨਹੀਂ ਕਰਨਾ। ਸੋ ਬਾਣੀ ਵੈਰੀ ਇੰਟਰਸਟਿੰਗ, ਔਰ ਜਰਨੀ ਬੜੀ ਇੰਟਰਸਟਿੰਗ ਹੈ। ਵੈਸੇ ਪ੍ਰਮਾਤਮਾ ਦੇ ਕੋਲ ਜਾਣਾ ਤੇ ਇੱਕ ਅਲੱਗ ਪਹੁੰਚ ਜਾਣਾ ਇੱਕ ਅਲੱਗ ਚੀਜ਼ ਹੈ। ਮੈਂ ਤੇ ਇਹ ਕਹਿੰਦਾ ਕਿ ਯਾਤਰਾ ਬੜੀ ਇੰਟਰਸਟਿੰਗ ਹੈ। ਬਿਲਕੁਲ ਗੋਰਖੀ ਸਾਹਿਬ, ਔਰ ਗੋਰਖੀ ਸਾਹਿਬ ਬਾਣੀ ਵਰਗੀ ਤਾਂ ਚੀਜ਼ ਹੀ ਨਹੀਂ ਹੈ ਕੋਈ। ਦੇਖੋ ਕਿੰਨੀ ਉਚਾਈ ਹੈ ਇਹਦੇ ਵਿੱਚ, ਕਿੰਨੀ ਉਚਾਈ ਹੈ, ਜਿੰਨਾ ਮਰਜ਼ੀ ਉੱਪਰ ਨੂੰ ਜਾਏ ਜਾਓ। ਬਾਣੀ ਤੇ ਕਹਿੰਦੀ ਹੈ ਕਿ ਮੋਢਾ ਨਾ ਲੱਗਣ ਦੇ ਚਰਨਜੀਤ, ਸਾਹਿਬ ਮੋਢਾ ਨਾ ਲੱਗਣ ਦੋ, ਫਿਕਰ ਨਹੀਂ ਕਰਨਾ, ਤੂੰ ਭੁੱਲੋ ਬਸ। ਅਸੀਂ ਵੇਖਦੇ ਆ, ਤੁਸੀਂ ਇਹ ਨਾ ਵੇਖੋ ਕਿ ਤੁਹਾਨੂੰ ਨਹੀਂ ਵੇਖਦੇ, ਅਸੀਂ ਵੇਖਦੇ ਆ, ਅਸੀਂ ਤੇ ਵੇਖਦੇ ਕਿ ਤੁਸੀਂ ਮੋਢੇ ਨਹੀਂ ਲੱਗਣ ਦੇਂਦੇ। ਵਕਤ ਆਉਂਦੇ ਤੁਹਾਨੂੰ ਧੌਣ ਮਾਰ ਕੇ ਮੁੱਕੀ ਮੱਕੀ ਮਾਰ ਕੇ ਤੁਹਾਡਾ ਮੋਢਾ ਨੱਪਣ ਨੂੰ ਕੋਸ਼ਿਸ਼ ਕਰਦੇ ਆ, ਪਰ ਤੁਸੀਂ ਮੋਢਾ ਨਾ ਲੱਗਣ ਦੇ। ਬਸ ਇੰਨੀ ਗੱਲ ਹੈ। ਬਿਲਕੁਲ, ਇੱਕ ਸਮਾਂ ਆਊਗਾ ਤੁਸੀਂ ਜਿੱਤ ਜਾਓਗੇ, ਸੰਸਾਰ ਚ ਜਿੱਤ ਜਾਓਗੇ। ਇਹ ਲੋਕਾਂ ਦੀ ਨਜ਼ਰ ਤੁਸੀਂ ਹਾਰ ਜਾਣਾ। ਲੋਕਾਂ ਨੇ ਤੇ ਕਹਿਣਾ ਬੇਵਕੂਫ ਆ, ਪਰ ਕਹਿੰਦੇ ਨਹੀਂ, ਤੁਸੀਂ ਕੀ ਜਿੱਤ ਲਿਆ, ਕੀ ਤੁਸੀਂ ਪ੍ਰਾਪਤ ਕਰ ਲਿਆ ਤੇ ਤੁਹਾਨੂੰ ਹੀ ਪਤਾ ਹੈ। ਬਿਲਕੁਲ, ਜਾਂ ਉਹਨੂੰ ਪਤਾ ਹੈ। ਠੀਕ ਹੈ। ਇਹਨਾਂ ਲੋਕਾਂ ਦੀਆਂ ਜਿਹੜੀਆਂ ਮਾਪਦੰਡ ਨੇ, ਇਹ ਤੁਹਾਡੀ ਪ੍ਰੋਪਰਟੀ ਵੇਂਦੇ ਨੇ। ਪਰ ਅੱਜ ਮੈਂ ਵੇਖਣ ਡਿਆ ਸਾਂ, ਉਹ ਇੱਕ ਗੋਰਾ ਵਾ, ਜੌਨੀ
ਜੋਨੀ ਟੈਡ, ਪਤਾ ਨਹੀਂ ਕੀ ਨਾਂ ਉਹਦਾ, ਪਤਾ ਨਹੀਂ ਨਾਂ ਉਹਦਾ, ਉਹਦਾ ਡਿਵੋਰਸ ਕੇਸ ਚੱਲਣ ਦਿਆ। ਉਸ ਤੋਂ ਬਾਅਦ ਐਲਨ ਮਸਕ ਹੈਗਾ, ਉਹ ਇੱਕ ਔਰਤ ਹੈਗੀ ਆ, ਤੇ ਉਹਨੇ ਔਰਤ ਨੇ ਤੇ ਕੇਸ ਫਾਈਲ ਕੀਤਾ, ਇਹ ਵੀ ਉਹਨੂੰ ਰੱਖਣ ਨੂੰ ਫਿਰਦਾ। ਉਧਰ ਐਲਨ ਮਸਕ ਆ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਆ, ਉਹ ਵੀ ਦੁਖੀ ਆ, ਉਹ ਵੀ ਉਹ ਜਨਾਨੀ ਚਾਹੁੰਦਾ। ਦੇਖੋ ਦੁਨੀਆ ਦੁਖੀ ਆ। ਜੇ ਪੈਸੇ 'ਚ ਸੁੱਖ ਹੁੰਦਾ ਨਿੱਜਰ ਸਾਹਿਬ, ਤੇ ਉਹਨਾਂ ਕੋਲ ਸੁੱਖ ਕਿਉਂ ਨਹੀਂ ਆ ਗਿਆ? ਬਿਲਕੁਲ। $300 ਬਿਲੀਅਨ। ਮੈਂ ਹਿਸਾਬ ਲਾਉਂਦਾ, ਕਮਲ ਨੂੰ ਪੁੱਛਿਆ ਆਪਣੇ ਮੁੰਡੇ ਨੂੰ, ਮੈਂ ਪੁੱਤ ਪੰਜਾਬ ਤੇ ਕਿੰਨਾ ਗਿਆ? ਕਹਿੰਦਾ ਉਹ ਬੰਦਾ 4-5 ਵਾਰੀ 10 ਵਾਰੀ ਆਪਣੇ ਪੰਜਾਬ ਦਾ ਸਾਰਾ ਕਰਜ਼ਾ ਲਾ ਸਕਦਾ, ਇੰਨਾ ਅਮੀਰ ਬੰਦਾ। ਤੇ ਉਹ ਬੰਦਾ ਵੀ ਵਿਚਾਰਾ ਤਰਲੇ ਲੈਂਦੇ ਆ, ਉਹ ਜਨਾਨੀ ਨੂੰ ਕਹਿੰਦਾ ਕਿ ਮੇਰੇ ਘਰੇ ਆ ਜਾ। ਦੁਨੀਆ ਵੇ ਕਿੰਨੀ ਦੁਖੀ ਆ। ਬਿਲਕੁਲ ਹੈ, ਔਰ ਕੋਈ ਪੈਸੇ ਦੀ ਕਮੀ ਹੈ, ਉਹ ਵੀ ਦੁਖੀ ਆ, ਪਰ ਉਹਦੇ ਦੁੱਖ ਹੋਰ ਤਰ੍ਹਾਂ ਦੇ ਸਾਨੂੰ ਦਿਖਦੇ ਨਹੀਂ ਪਏ। ਇਸੇ ਕਰਕੇ ਬਾਣੀ ਕਹਿੰਦੀ ਸਰਬ ਜਗਤ ਕਾ ਰਾਜਾ ਦੁਖੀਆ, ਹਰ ਕਾ ਨਾਮ ਜਪਤਾ ਸੁਖੀਆ। ਬਿਲਕੁਲ ਸਹੀ ਗੱਲ ਹੈ। ਇਹ ਜੋ ਸੋ ਗੱਲਾਂ ਬੜੀਆਂ ਹੁੰਦੀਆਂ। ਸੋ ਪਲੀਜ਼ ਮਾਈਂਡ ਨਹੀਂ ਕਰਨਾ, ਕੋਸ਼ਿਸ਼ ਕਰੋ ਤੇ ਆਪਾਂ ਅੱਗੇ ਵਧੀਏ। ਤੇ ਇਸੇ ਤਰ੍ਹਾਂ ਹੌਲੀ ਹੌਲੀ ਜੀਵਨ ਜਿਹੜਾ ਹੈ, ਅਸੀਂ ਆਪਣਾ ਜਿਹੜਾ ਸਬਕ ਆ, ਕੱਲ ਫੇਰ ਤੁਹਾਨੂੰ ਦਿਨ ਮਿਲ ਜਾਣਾ, ਜੋ ਸ਼ੁਰੂ ਹੋ ਜਾਓ। ਤੇ 1-2 ਵਾਰੀ ਤੁਸੀਂ ਪੇਪਰ ਸਹੀ ਤਰ੍ਹਾਂ ਕੀਤਾ, ਫਿਰ ਤੁਹਾਡਾ ਹੌਸਲਾ ਵੱਧ ਜਾਣਾ। ਫਿਰ ਮੁਸ਼ਕਿਲ ਹੈ, ਫਿਰ ਸੱਚ ਪਾਵਰਫੁਲ ਹੋ ਜਾਂਦਾ ਤੇ ਝੂਠ ਕਮਜ਼ੋਰ ਹੋ ਜਾਂਦਾ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਨੇ ਜਰਸਾ। ਹਾਂਜੀ ਬਿਲਕੁਲ, ਬਹੁਤ ਵਧੀਆ ਗੁਰੂ ਸਾਹਿਬ। ਬਾਪ ਰੇ ਬਾਪ, 18 ਮਿੰਟ ਉੱਪਰ ਹੋ ਗਏ, ਸੌਰੀ ਸਾਧ ਸੰਗਤ ਜੀ। ਨਹੀਂ ਕੋਈ ਨਹੀਂ। ਹਾਂਜੀ ਜੀ, ਆਕਾਸ਼ ਕਰ ਮੈਨੂੰ ਨਾ ਦਵਾਈ ਲੱਗੀ ਹੋਈ ਹੈ, ਸਰ ਮੇਰੀ ਦਵਾਈ ਕਿਹੜੀ ਦਵਾਈ ਲੱਗੀ ਤੁਹਾਨੂੰ? ਮੇਰਾ ਨਾ ਐਕਸੀਡੈਂਟ ਹੋਇਆ ਸੀਗਾ, ਉਸ ਤੋਂ ਬਾਅਦ ਮੈਨੂੰ ਦਵਾਈ ਲੱਗੀ ਸੀ। ਕੋਈ ਕਰ ਦਿੰਦੇ ਆ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਉਚਪਤ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਉਹ ਕਹਿੰਦੇ ਨੇ ਕਿ ਇਸ ਦਵਾਈ ਤੋਂ ਉਹਨਾਂ ਨੂੰ ਮੁਕਤੀ ਮਿਲ ਜਾਏ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਤਾਂ ਜੋ ਇੱਕ ਨਾਰਮਲ ਜੀਵਨ ਬਤੀਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।